ਯੈਸ ਪਲੀਜ਼। ਗੁੱਡ ਮਾਰਨਿੰਗ ਜੀ ਸਾਰਿਆਂ ਨੂੰ। ਅੱਜ ਅਸੀਂ ਡਿਸਕਸ ਕਰਾਂਗੇ ਪੇਪਰ ਨੰਬਰ 3 सेटलमेंट मैनुअल। पेपर नंबर 3 सेटलमेंट मैनुअल। इसका इधर तुसी निकालो जी अपना पैरा नंबर 256 सेटलमेंट मैनुअल पैरा नंबर 256। देव देव डबल डिस्प्ले आना इधर आ देखो लेके जाओ तो आके आ गया पैरा नंबर 256 जी। प्रोसीजर्स इन केसेस ऑफ कंप्लीट रीमेजरमेंट। ਜਦੋਂ ਕਾਫੀ ਸਾਲ ਬੀਤ ਚੁੱਕੇ ਇਸ ਹੋ। ਤੋਂ ਪਹਿਲਾਂ ਪੜ੍ਹਾ ਚੁੱਕੇ ਹਾਂ ਜੀ। ਹਾਂਜੀ, ਇਸ ਤੋਂ ਪਹਿਲਾਂ ਪੜ੍ਹਾ ਚੁੱਕੇ ਹਾਂ ਜੀ। ਇਸ ਤੋਂ ਪਹਿਲਾਂ ਆਪਣੇ ਸਿਲੇਬਸ 'ਚ ਨਹੀਂ ਹੈਗਾ ਕੁਝ ਵੀ। ਅੱਛਾ, ਇਸ ਤੋਂ ਪਹਿਲਾਂ ਆਪਣਾ ਜੀ ਸਿਲੇਬਸ 'ਚ ਨਹੀਂ ਕੁਝ ਵੀ ਹੈਗਾ। ਠੀਕ ਹੈ। ਤੁਸੀਂ ਤੇ ਗੱਲ ਪ੍ਰਾਈਵੇਟ ਹੀ ਹੈ ਜੀ। ਨਹੀਂ, ਤੁਸੀਂ 2 ਮਿੰਟ ਹੋਲਡ ਕਰੋ, 2 ਮਿੰਟ ਸੁਣੋ ਪਹਿਲਾਂ, ਫਿਰ ਤੁਹਾਨੂੰ ਦੱਸਦੇ ਆ, ਤੁਹਾਨੂੰ ਪਤਾ ਚੱਲ ਜਾਏਗਾ ਕਿ ਸਾਰਾ ਕੁਝ। ਠੀਕ ਹੈ। ਜਦੋਂ ਕਿਸੇ ਪਿੰਡ ਦੀ ਰੀਮੇਜਰਮੈਂਟ ਹੋਣੀ ਹੋਵੇ, ਨਵੇਂ ਸਿਰੇ ਤੋਂ, ਜਿਵੇਂ ਕਿ ਜੀ ਨਵੇਂ ਸਿਰੇ ਤੋਂ ਕਿਸੇ ਪਿੰਡ ਦੀ ਸੈਟਲਮੈਂਟ ਹੋਣੀ ਹੋਵੇ, ਠੀਕ ਹੈ, ਤਾਂ ਕੀ ਕਰਨਾ ਹੁੰਦਾ ਹੈ। ਕਿਸੇ ਪਿੰਡ ਦੀ ਜਦੋਂ ਸੈਟਲਮੈਂਟ ਦੁਬਾਰਾ ਹੋਣੀ ਹੁੰਦੀ ਹੈ, 100 ਸਾਲ ਬੀਤ ਜਾਂਦੇ ਹੈ, ਕੁਝ ਸਮਾਂ ਬੀਤ ਜਾਂਦਾ ਹੈ, ਰਿਕਾਰਡ ਹੈ ਜਿਹੜਾ ਸਾਰਾ ਅਪਸੈਟ ਹੋ ਚੁੱਕਿਆ ਹੁੰਦਾ ਹੈ, ਨੰਬਰ ਖਾਸਾ ਟੁੱਟ ਚੁੱਕੇ ਹੁੰਦੇ ਹੈ, ਨਵੇਂ ਨੰਬਰ ਬਣ ਚੁੱਕੇ ਹੁੰਦੇ ਹੈ, ਪਿੰਡਾਂ ਦੇ ਵਿੱਚ ਖੇਤਾਂ ਦੀਆਂ ਹੱਦਾਂ ਮਿਟ ਚੁੱਕੀਆਂ ਹੁੰਦੀਆਂ ਨੇ, ਰਿਕਾਰਡ ਸਾਡਾ ਸਾਰਾ ਮਤਲਬ ਕਿ ਅਪਸੈਟ ਹੋ ਚੁੱਕਿਆ ਹੁੰਦਾ ਹੈ, ਤਾਂ ਜ਼ਰੂਰਤ ਪੈਂਦੀ ਹੈ ਰੀਸੈਟਲਮੈਂਟ ਦੀ, ਸੈਟਲਮੈਂਟ ਦੀ ਲੋੜ ਪੈਂਦੀ ਹੈ। ਇਹ ਜਿਹੜਾ ਪੈਰਾ 256 ਹੈਗਾ, ਪ੍ਰੋਸੀਜਰ ਇਨ ਕੇਸ ਆਫ ਕੰਪਲੀਟ ਰੀਮੇਜਰਮੈਂਟ। ਜਦੋਂ ਕੰਪਲੀਟ ਰੀਮੇਜਰਮੈਂਟ ਕਰਨੀ ਹੋਵੇ ਤਾਂ ਸਾਡਾ ਜਿਹੜਾ ਪੈਰਾ ਹੈ 256 ਹੈ ਸੈਟਲਮੈਂਟ ਮੈਨੂਅਲ ਦਾ। ਜਦੋਂ ਕੰਪਲੀਟ ਰੀਮੇਜਰਮੈਂਟ ਕਰਨੀ ਹੋਵੇ ਤਾਂ ਉਹਦਾ ਪ੍ਰੋਸੀਜਰ ਕੀ ਹੁੰਦਾ ਹੈ, ਕਿਵੇਂ ਕੰਪਲੀਟ ਰੀਮੇਜਰਮੈਂਟ ਕੀਤੀ ਜਾਂਦੀ ਹੈ, ਇਹ ਜਿਹੜਾ ਵੇਰਵਾ ਸਾਰਾ ਹੈਗਾ, ਸਾਰਾ ਪ੍ਰੋਸੀਜਰ ਹੈਗਾ, ਇਹ ਹੈਗਾ ਅਪੈਂਡਿਕਸ 7 ਦੇ ਵਿੱਚ। ਹੁਣ ਤੁਸੀਂ ਅਪੈਂਡਿਕਸ 7 ਖੋਲ ਲਓ, ਠੀਕ ਹੈ ਜੀ। ਕੰਪਲੀਟ ਰੀਮੇਜਰਮੈਂਟ ਕਰਨ ਦੇ ਲਈ, ਦੁਬਾਰਾ ਮਿਣਤੀ ਕਰਨ ਦੇ ਲਈ, ਸੈਟਲਮੈਂਟ ਦੇ ਪਰਪਸ ਦੇ ਨਾਲ ਦੁਬਾਰਾ ਨਵੇਂ ਸਿਰੇ ਤੋਂ ਜਦੋਂ ਮੇਜਰਮੈਂਟ ਕੀਤੀ ਜਾਂਦੀ ਹੈ, ਉਹਦਾ ਜਿਹੜਾ ਪ੍ਰੋਸੈਸ ਹੈ ਸਾਰਾ, ਕਿਵੇਂ ਮੇਜਰਮੈਂਟ ਹੁੰਦੀ ਹੈ ਜਾਂ ਨਹੀਂ ਹੁੰਦੀ, ਕੀ ਕਰੈਕਸ਼ਨ ਕਰਕੇ ਸਰ ਜਾਂਦਾ ਹੈ ਜਾਂ ਦੁਬਾਰਾ ਨਵੇਂ ਸਿਰੇ ਤੋਂ ਮੇਜਰਮੈਂਟ ਕੀਤੀ ਜਾਂਦੀ ਹੈ, ਉਹਦਾ ਜਿਹੜਾ ਸਾਰਾ ਪ੍ਰੋਸੈਸ ਹੈਗਾ, ਇਹ ਅਪੈਂਡਿਕਸ 7 ਦੇ ਵਿੱਚ ਦਰਸਾਇਆ ਗਿਆ ਹੈ। ਅਪੈਂਡਿਕਸ 7 ਤੇ ਆ ਜਾਓ। ਇਟ ਇਜ਼ ਰਿਲੇਟਡ ਵਿਦ ਪੈਰਾ ਨੰਬਰ 256, a procedure connected with the complete measurement of a village। ਜਦੋਂ ਕਿਸੇ ਪਿੰਡ ਦੀ ਨਵੇਂ ਸਿਰੇ ਤੋਂ ਕੰਪਲੀਟ ਮੇਜਰਮੈਂਟ ਕਰਨੀ ਹੋਵੇ ਸੈਟਲਮੈਂਟ ਦੇ ਪਰਪਸ ਲਈ, ਤਾਂ ਉਹਦਾ ਪ੍ਰੋਸੀਜਰ ਕੀ ਹੈਗਾ। ਪ੍ਰੈਪਰੇਸ਼ਨ ਆਫ ਖਤੌਨੀਜ਼ ਐਂਡ ਸਜਰਾ ਨਸਬ। ਸਭ ਤੋਂ ਪਹਿਲਾਂ ਉਸ ਪਿੰਡ ਦਾ ਜਿਹੜਾ ਚੱਲ ਰਿਹਾ ਰਿਕਾਰਡ ਹੁੰਦਾ ਹੈ, ਉਸ ਨੂੰ ਕੰਪਲੀਟ ਕੀਤਾ ਜਾਂਦਾ ਹੈ। ਜਿਵੇਂ ਕਿ ਕਿਸੇ ਪਿੰਡ ਦੀ ਜਮਾਬੰਦੀ ਚੱਲ ਰਹੀ ਜਿਹੜੀ ਹੈਗੀ ਹੈ, ਠੀਕ ਹੈ, ਸੱਜਣਾ ਨਸਬ ਜਿਹੜਾ ਚੱਲ ਰਿਹਾ ਹੈ, ਕੁਰਸੀਨਾਮਾ ਜਿਹੜਾ ਚੱਲ ਰਿਹਾ ਹੈਗਾ, ਸਭ ਤੋਂ ਪਹਿਲਾਂ ਉਹਨੂੰ ਅਪਡੇਟ ਕੀਤਾ ਜਾਂਦਾ ਹੈ। ਸਰ ਲੱਭਿਆ ਜੀ ਅਪੈਂਡਿਕਸ 7 ਕਿੱਥੇ ਮਿਲੂਗਾ ਜੀ? ਹਾਂਜੀ, ਇਹਦੇ ਬੁੱਕ 'ਚ ਮਿਲੂਗਾ ਜੀ? ਹਾਂਜੀ, ਅਪੈਂਡਿਕਸ 7 ਕਿੱਥੇ ਮਿਲੂਗਾ ਜੀ? ਲੱਭਿਆ ਨਹੀਂ। ਅਪੈਂਡਿਕਸ 7 ਲਾਸਟ ਚਲੇ ਜਾਓ, ਸੈਟਲਮੈਂਟ ਮੈਨੂਅਲ ਦੇ ਐਂਡ ਦੇ ਵਿੱਚ ਅਪੈਂਡਿਕਸ ਹੁੰਦੀਆਂ ਨੇ, ਅਪੈਂਡਿਕਸ 1 2 3 4 5 6 7। ਜਿੱਥੇ ਬੁੱਕ ਦਾ ਸੈਕਸ਼ਨਸ ਖਤਮ ਹੋ ਜਾਂਦੇ ਨੇ, ਪੈਰੇ ਖਤਮ ਹੋ ਜਾਂਦੇ ਨੇ ਨਾ, ਉਸ ਤੋਂ ਬਾਅਦ ਫਿਰ ਇਹ ਅਪੈਂਡਿਕਸ ਸਟਾਰਟ ਹੋ ਜਾਂਦੀਆਂ ਨੇ। ਮਿਲ ਗਿਆ ਜੀ? ਸਰ ਇੱਕ ਦੱਸਿਓ, ਇਹਦੇ ਵਿੱਚ ਸਾਨੂੰ ਤਾਂ ਚੈਪਟਰ ਜਿਹੜੇ ਦੱਸੇ ਆ ਨਾ ਸਿਲੇਬਸ ਦੇ ਵਿੱਚ, ਚੈਪਟਰ ਹੈਗਾ 7ਵਾਂ। ਚੈਪਟਰ ਨਹੀਂ ਹੈਗੇ ਜੀ, ਇਹ 8ਵਾਂ। ਇਹ ਚੈਪਟਰ ਨਹੀਂ ਹੈਗੇ, ਅਪੈਂਡਿਕਸ ਨੇ ਤੁਹਾਨੂੰ ਦਿੱਤੇ ਹੋਏ 7 8 9 21। ਨਹੀਂ ਸਰ, ਇੱਕ ਮਿੰਟ ਮੇਰੀ ਬੇਨਤੀ ਸੁਣਿਓ। ਜਿੱਦਾਂ ਉਹਦੇ ਵਿੱਚ ਹੀ ਸਿਲੇਬਸ ਦੇ ਵਿੱਚ ਇਦਾਂ ਦੱਸਿਆ ਹੋਇਆ 7ਵਾਂ 8ਵਾਂ 9ਵਾਂ ਤੇ ਇੱਕ ਆਉਣਾ ਹੈਗਾ, ਹਾਂਜੀ 7ਵਾਂ 8ਵਾਂ 9ਵਾਂ 7 8 9 and 21।
ਹਾਂਜੀ ਬਿਲकुल ਠੀਕ ਹੈ। ਚੈਪਟਰ ਇਹ ਆਉਣੇ ਸਰ। ਇਹ ਚੈਪਟਰ ਨਹੀਂ ਹੈਗੇ, ਇਹ ਅਪੈਂਡਿਕਸਿਸ ਨੇ, ਇਹੀ ਤੁਹਾਡੇ ਸਿਲੇਬਸ ਦੇ ਵਿੱਚ ਹੈਗੀਆਂ ਨੇ। ਅੱਛਾ ਜੀ। ਹਾਂ, ਇਹ ਅਪੈਂਡਿਕਸਿਸ ਨੇ, ਇਹੀ ਤੁਹਾਡੇ ਸਿਲੇਬਸ 'ਚ ਹੈਗੀਆਂ ਨੇ। ਤੁਹਾਡੇ ਸਿਲੇਬਸ 'ਚ ਜਿਹੜੇ ਹੈਗੇ ਨੇ ਇਹ ਐਜ਼ ਪਰ ਦਾ ਪੈਰਾਗ੍ਰਾਫ ਹੈਗੀਆਂ ਨੇ। ਜਿਵੇਂ ਅਪੈਂਡਿਕਸ 7 ਹੈ, ਇਟ ਇਜ਼ ਰਿਲੇਟਡ ਵਿਦ ਪੈਰਾਗ੍ਰਾਫ 256, ਠੀਕ ਹੈ। ਅੱਛਾ ਜੀ। ਹਾਂ, ਇਹਦੇ 'ਚ ਕੁਐਸਚਨ ਆਉਂਦੇ ਆ 7, 8, 9 ਤੇ ਐਂਡ 21, ਇਹਨਾਂ ਦੇ ਵਿੱਚ ਕੁਐਸਚਨ ਆਉਂਦੇ ਹੈਗੇ ਆ। ਪਿਛਲੇ ਲੰਬੇ ਸਮੇਂ ਤੋਂ ਇਹੀ ਚੱਲਦਾ ਆ ਰਿਹਾ ਹੈਗਾ। ਲਿਖਣ 'ਚ ਕਿਤੇ ਕੋਈ ਗਲਤੀ ਫਲਤੀ ਹੋ ਸਕਦੀ ਹੈ, ਹੋ ਗਈ ਹੋਵੇ, ਪਰ ਤੁਹਾਡਾ ਜਿਹੜਾ ਸਿਲੇਬਸ ਹੈ ਇਟ ਇਜ਼ ਰਿਲੇਟਡ ਵਿਦ ਅਪੈਂਡਿਕਸ ਨੰਬਰ 7, 8, 9 ਐਂਡ 21, ਠੀਕ ਹੈ ਜੀ। ਅਪੈਂਡਿਕਸ 7 ਨਿਕਾਲ ਲਓ ਜੀ। ਅਪੈਂਡਿਕਸ 7 ਕੀ ਕਹਿੰਦੀ ਹੈ? ਪ੍ਰੈਪਰੇਸ਼ਨ ਆਫ ਖਤੌਨੀਜ਼ ਐਂਡ ਸਜਣਾ ਨਸਬ। ਜਦੋਂ ਕਿਸੇ ਪਿੰਡ ਦੀ ਕਿਸੇ ਦੀ ਸੈਟਲਮੈਂਟ ਦੇ ਦੌਰਾਨ ਕਿਸੇ ਪਿੰਡ ਦੀ ਕੋਈ ਸੈਟਲਮੈਂਟ ਕਰਨੀ ਹੋਵੇ, ਠੀਕ ਹੈ, ਤਾਂ ਸਭ ਤੋਂ ਪਹਿਲਾਂ ਕੀ ਕੰਮ ਕੀਤੇ ਜਾਂਦੇ ਆ? ਪਟਵਾਰੀ ਹਲਕਾ ਵੱਲੋਂ ਜਾਂ ਰੈਵਨਿਊ ਸਟਾਫ ਵੱਲੋਂ ਕੀ ਕੰਮ ਕੀਤਾ ਜਾਂਦਾ ਹੈ? ਸਭ ਤੋਂ ਪਹਿਲਾਂ ਇਹ ਕੀਤਾ ਜਾਂਦਾ ਵੀ ਪ੍ਰੈਪਰੇਸ਼ਨ ਆਫ ਖਤੌਨੀਜ਼ ਐਂਡ ਸਜਣਾ ਨਸਬ ਬਣਾਏ ਜਾਂਦੇ ਨੇ। ਖਤੌਨੀ ਕਿਵੇਂ ਬਣਦੀ ਹੈਗੀ ਹੈ? ਜਿਹੜਾ ਰਿਕਾਰਡ, ਜਿਹੜੀ ਜਮ੍ਹਾਂਬੰਦੀ ਚੱਲ ਰਹੀ ਹੁੰਦੀ ਹੈ ਤੁਹਾਡੀ ਉਸ ਵੇਲੇ, ਉਸ ਜਮ੍ਹਾਂਬੰਦੀ ਨੂੰ ਅਪਡੇਟ ਕਰਨਾ ਹੁੰਦਾ ਹੈ। ਅਪਡੇਟ ਐਜ਼ ਪਰ ਦਾ ਐਨੂਅਲ ਰਿਕਾਰਡ, ਮਤਲਬ ਕਿ ਇੰਤਕਾਲਾਂ ਦੇ ਮੁਤਾਬਕ। ਜਿਹਨਾਂ ਇੰਤਕਾਲਾਂ ਦੇ ਹਵਾਲੇ ਦਿੱਤੇ ਨਹੀਂ ਹੁੰਦੇ ਉਹ ਹਵਾਲੇ ਦੇ ਕੇ, ਠੀਕ ਹੈ, ਕੰਪਲੀਟ ਜਿਹੜਾ ਰਿਕਾਰਡ ਹੈਗਾ ਅਪਡੇਟ ਕਰ ਲਿਆ ਜਾਂਦਾ ਹੈ। ਤੇ ਇਸੇ ਤਰੀਕੇ ਜਿਹੜਾ ਕੁਰਸੀਨਾਮਾ ਹੁੰਦਾ ਹੈ, ਕੁਰਸੀਨਾਮਾ ਵੀ ਰਿਕਾਰਡ ਦੇ ਮੁਤਾਬਕ ਜਿਹੜਾ ਹੈਗਾ ਮੁਕੰਮਲ ਕਰ ਲਿਆ ਜਾਂਦਾ। ਜਿਹੜੇ ਨਵੇਂ ਮਾਲਕ ਪਰਚੇਜ਼ਰ ਹੁੰਦੇ ਨੇ ਉਹਨਾਂ ਨੂੰ ਵੀ ਪਰਚੇਜ਼ਰ ਦੇ ਤੌਰ ਤੇ ਦਿਖਾ ਲਿਆ ਜਾਂਦਾ ਕੁਰਸੀਨਾਮੇ ਦੇ ਵਿੱਚ। ਜਿਹੜੇ ਮਾਲਕ ਦੀ ਮੌਤ ਹੋ ਚੁੱਕੀ ਹੁੰਦੀ ਹੈ ਉਹਨਾਂ ਦੇ ਵਾਰਸਾਂ ਨੂੰ ਦਿਖਾ ਲਿਆ ਜਾਂਦਾ ਹੈਗਾ ਨਵੇਂ ਰਿਕਾਰਡ ਦੇ ਵਿੱਚ। ਯਾਨੀ ਕਿ ਜਿਹੜਾ ਕੰਪਲੀਟ ਰਿਕਾਰਡ ਹੈਗਾ ਉਸ ਨੂੰ ਪੂਰਾ ਮੁਕੰਮਲ ਕਰ ਲਿਆ ਜਾਂਦਾ ਹੈ ਸੈਟਲਮੈਂਟ ਸ਼ੁਰੂ ਕਰਨ ਤੋਂ ਪਹਿਲਾਂ। ਜਦੋਂ ਕੰਪਲੀਟ ਰਿਕਾਰਡ ਮੁਕੰਮਲ ਹੋ ਜਾਂਦਾ ਹੈ, ਫਿਰ ਇਹਦੀਆਂ ਖਤੌਨੀਆਂ ਬਣਦੀਆਂ ਨੇ ਮਾਲਕ ਵਾਈਜ਼। ਮਾਲਕ ਵਾਈਜ਼ ਜਿਹੜੀਆਂ ਖਤੌਨੀਆਂ ਹੁੰਦੀਆਂ ਨੇ, ਪਹਿਲਾਂ ਇਹ ਬਣਾਈਆਂ ਜਾਂਦੀਆਂ ਨੇ ਰੈਵਨਿਊ ਸਟਾਫ ਦੇ ਵੱਲੋਂ। ਤੇ ਹੋਲਡਿੰਗ ਸਲਿੱਪ ਬਣਦੀਆਂ ਨੇ। ਹੋਲਡਿੰਗ ਸਲਿੱਪ ਕੀ ਹੁੰਦੀ ਹੈ? ਜਿਵੇਂ ਤੁਸੀਂ ਕਾਪੀਆਂ ਦੇਖੀਆਂ ਸੀਗੀਆਂ ਪਿਛਲੇ ਸਮੇਂ 'ਚ, ਕੁਛ 1970 ਦੇ ਆਸ-ਪਾਸ ਕਾਪੀਆਂ ਬਣੀਆਂ ਸੀਗੀਆਂ ਮਾਲਕਾਂ ਦੀਆਂ, ਠੀਕ ਹੈ। ਇੱਕ ਮਾਲਕ ਦੀ ਜਿਹੜੀ ਕਾਪੀ ਬਣਦੀ ਹੈ, ਕਾਪੀ ਦੇ ਮੁਤਾਬਕ ਜਿਹੜੀ ਇਹ ਹੋਲਡਿੰਗ ਸਲਿੱਪ ਬਣਦੀ ਹੈ, ਖਤੌਨੀ ਜਿਹਨੂੰ ਕਹਿੰਦੇ ਆ, ਖਤੌਨੀ ਕਹਿੰਦੇ ਜਾਂਦੇ ਆ, ਖਤੌਨੀ ਪਮੈਸ਼। ਤੁਸੀਂ ਦੇਖਿਆ ਹੋਏਗਾ ਕਈ ਵਾਰੀ ਤੁਸੀਂ ਮਿਸ ਲਕੀਰ ਤੇ ਜਦੋਂ ਮਰਬੇਬੰਦੀ ਹੁੰਦੀ ਹੈ ਉਸ ਵੇਲੇ ਵੀ ਖਤੌਨੀ ਪਮੈਸ਼ ਬਣਦੀ ਹੈ। ਖਤੌਨੀ ਪਮੈਸ਼ ਕੀ ਲਿਖਿਆ ਜਾਂਦਾ ਹੈਗਾ, ਉਸਨੂੰ ਜਿਹੜਾ ਹੈਗਾ ਖਤੌਨੀ ਆਫ ਹੋਲਡਿੰਗ ਸਲਿੱਪ ਵੀ ਕਹਿ ਦਿੰਦੇ ਆ। ਇਹ ਕੀ ਹੁੰਦੀ ਹੈ? ਇਹ ਮਾਲਕ ਨੂੰ, ਇਕੱਲੇ ਮਾਲਕ ਨੂੰ ਉਹਦੀ ਖਤੌਨੀ ਦਾ ਜਿਹੜਾ ਵੇਰਵਾ ਹੈਗਾ ਉਹ ਦੇਣਾ ਹੁੰਦਾ, ਤਾਂ ਕਿ ਜੇ ਕੋਈ ਘਾਟਾ ਵਾਧਾ, ਕੋਈ ਨੰਬਰ ਖਸਰਾ, ਕਿਤੇ ਰਕਬੇ 'ਚ ਕੋਈ ਫਰਕ ਧਰਕ ਹੁੰਦਾ ਹੈਗਾ, ਤਾਂ ਹਰ ਮਾਲਕ ਆਪਦਾ ਜ਼ਿੰਮੇਵਾਰੀ ਨਿਭਾਉਂਦੇ ਹੋਏ ਆਪਦੀ ਮਾਲਕੀ ਦੇ ਕੋਈ ਨੰਬਰ, ਮਾਲਕੀ ਦੇ ਵਿੱਚ ਕੋਈ ਨਾਮ ਦਾ ਫਰਕ ਹੈ, ਕੋਈ ਨਾਮ ਰਹਿ ਗਿਆ ਜਾਂ ਕਿਸੇ ਦੀ ਡੈਥ ਹੋ ਗਈ, ਮੌਤ ਹੋ ਗਈ, ਠੀਕ ਹੈ, ਉਹਦਾ ਵੇਰਵਾ ਦਿੱਤਾ ਨਹੀਂ ਗਿਆ ਹੈਗਾ। ਨਵਾਂ ਇੰਤਕਾਲ ਕਿਸੇ ਨੇ ਕਰਾਉਣਾ, ਕਿਸੇ ਨੇ ਕੋਈ ਰਜਿਸਟਰੀ ਖਰੀਦੀ ਵੀ, ਕੋਈ ਜ਼ਮੀਨ ਖਰੀਦੀ ਵੀ ਹੈ, ਉਹਦਾ ਵੇਰਵਾ ਨਹੀਂ ਆਇਆ। ਕਿਸੇ ਜ਼ਮੀਨ ਫੱਕ ਕਰਵਾ ਲਈ, ਕਿਸੇ ਨੇ ਗਹਿਣੇ ਕੀਤੀ ਵੀ ਹੈ, ਉਹਦਾ ਵੇਰਵਾ ਨਹੀਂ ਆਇਆ ਕਿਸੇ ਨੇ, ਠੀਕ ਹੈ। ਇਸ ਕਰਕੇ ਮਾਲਕਾਂ ਦੀ ਇਨਫੋਰਮੇਸ਼ਨ ਦੀ ਖਾਤਰ ਜਿਹੜੀਆਂ ਇਹ ਹੋਲਡਿੰਗ ਸਲਿੱਪਸ ਹੁੰਦੀਆਂ ਨੇ, ਰਿਕਾਰਡ ਨੂੰ ਅਪਡੇਟ ਕਰਕੇ ਹੋਲਡਿੰਗ ਸਲਿੱਪ ਤਿਆਰ ਕੀਤੀਆਂ ਜਾਂਦੀਆਂ ਨੇ ਮਾਲਕਾਂ ਨੂੰ ਦੇਣ ਦੀ ਖਾਤਰ, ਤਾਂ ਕਿ ਮਾਲਕ ਆਪਦਾ ਜਿਹੜਾ ਵੇਰਵਾ ਹੈਗਾ ਪ੍ਰੋਪਰ ਤਰੀਕੇ ਦੇ ਨਾਲ ਉਹ ਸਾਨੂੰ ਦੱਸ ਸਕਣ। ਤੇ ਜਿਹੜੀ ਇਹ ਹੋਲਡਿੰਗ ਸਲਿੱਪ ਹੁੰਦੀ ਹੈ, ਇਹਦੇ ਵਿੱਚ ਪਿੰਡ ਦਾ ਨਾਮ ਲਿਖਿਆ ਹੁੰਦਾ, ਪੱਤੀ ਦਾ ਨਾਮ ਦਰਜ ਕੀਤਾ ਜਾਂਦਾ ਹੈ, ਲਾਸਟ ਜਮ੍ਹਾਂਬੰਦੀ ਦਾ ਖੇਵੜ ਖਾਤਾ ਨੰਬਰ ਵੀ ਦੱਸਿਆ ਜਾਂਦਾ ਹੈ। ਤੇ ਫਿਰ ਜਦੋਂ ਇਹ ਹੋਲਡਿੰਗ ਸਲਿੱਪ ਜਦੋਂ ਦੇਣੀ ਹੁੰਦੀ ਹੈ, ਅਸਲ 'ਚ ਦੇਣੀ ਉਦੋਂ ਹੁੰਦੀ ਹੈ ਜਦੋਂ ਇਹ ਮੇਜਰਮੈਂਟ ਹੋ ਜਾਂਦੀ ਹੈ। ਇੱਕ ਦਿਨ ਦੀ ਮੇਜਰਮੈਂਟ ਕਰਕੇ ਨਾਲ ਖਤੌਨੀ, ਨਾਲ ਫੀਲਡ ਬੁੱਕ ਬਣਦੀ ਹੈ ਤੇ ਨਾਲ ਖਤੌਨੀ ਪਮੈਸ਼ ਬਣਦੀ ਰਹਿੰਦੀ ਹੈ, ਠੀਕ ਹੈ। ਖਤੌਨੀ ਪਮੈਸ਼ ਤਿਆਰ ਕਰਕੇ ਮਾਲਕ ਨੂੰ ਦਿੱਤੀ ਜਾਂਦੀ ਹੈ। ਇਸੇ ਕਰਕੇ ਇਹਦੇ ਵਿੱਚ ਕੀ ਹੈਗਾ ਵੀ ਜਿਹੜੀ ਪੁਰਾਣੀ ਜਮ੍ਹਾਂਬੰਦੀ ਦਾ ਖੇਵੜ ਖਾਤਾ ਨੰਬਰ ਦਰਜ ਕੀਤਾ ਜਾਂਦਾ ਹੈ, ਮਾਲਕ ਦੇ ਅਧੀਨ ਮਾਲਕ ਦਾ ਨਾਮ ਦਰਜ ਕੀਤਾ ਜਾਂਦਾ ਹੈ, ਠੀਕ ਹੈ। ਕਾਸ਼ਤਕਾਰ ਦਾ ਨਾਮ, ਜੇ ਕੋਈ ਉਹਦਾ ਕੋਈ ਮੁਰਤਨ ਹੈਗਾ ਤਾਂ ਮੁਰਤਨ ਦਾ ਨਾਮ ਦਰਜ ਕੀਤਾ ਜਾਂਦਾ ਹੈ। ਤੇ ਨਾਲ ਹੀ ਨਾਲ ਕੀ ਹੈਗਾ, ਜਿਹੜੀ ਨਵੀਂ ਖਤੌਨੀ ਬਣਦੀ ਹੈ, ਨਵੀਂ ਖਤੌਨੀ ਨੂੰ ਫਿਰ ਅਸੀਂ ਰੈਗੂਲਰ ਲੈ ਲੈਣੇ ਆ, ਖਤੌਨੀ ਨੰਬਰ ਅਸੀਂ ਪਾਉਂਦੇ ਰਹਿੰਦੇ ਹਾਂ, ਅੱਗੇ ਵਧਦੇ ਰਹਿੰਦੇ ਹਾਂ, ਜਿਵੇਂ ਪਮੈਸ਼ ਕਰਦੇ ਰਹਿੰਦੇ ਹਾਂ ਤਾਂ ਅੱਗੇ ਵਧੀ ਜਾਂਦੇ ਆ, ਤੇ ਉਸ ਨੂੰ ਖਤੌਨੀ ਨੰਬਰ ਵਧੀ ਜਾਂਦੇ ਆ, ਅੱਗੇ ਪੁਰਾਣੀ ਖੇਵੜ ਦਾ ਨੰਬਰ ਪੈਂਦਾ ਰਹਿੰਦਾ ਹੈ, ਠੀਕ ਹੈ। ਜੇ ਕਿਸੇ ਕੋਈ ਇੰਤਕਾਲ ਦਾ ਵੇਰਵਾ, ਕੋਈ ਇੰਤਕਾਲ ਰਾਹੀਂ ਕੋਈ ਰਕਬਾ ਪਰਚੇਜ ਕੀਤਾ ਗਿਆ ਹੋਵੇ ਜਮ੍ਹਾਂਬੰਦੀ ਬਣਨ ਤੋਂ ਬਾਅਦ, ਜੇ ਕੋਈ ਇੰਤਕਾਲਾਂ ਰਾਹੀਂ ਰਕਬਾ ਪਰਚੇਜ ਕੀਤਾ ਗਿਆ ਹੋਵੇ ਤਾਂ ਉਹ ਇੰਤਕਾਲ ਦੇ ਨੰਬਰ ਵੀ ਦਰਜ ਕੀਤੇ ਜਾਂਦੇ ਨੇ ਇਸ ਹੋਲਡਿੰਗ ਸਲਿੱਪ ਦੇ ਵਿੱਚ, ਖਤੌਨੀ ਪਮੈਸ਼ ਦੇ ਵਿੱਚ। ਤੇ ਇਹਦੀ ਜਿਹੜੀ ਖਤੌਨੀ ਪਮੈਸ਼ ਹੁੰਦੀ ਹੈ, ਇਹਦੇ ਵਿੱਚ ਪਹਿਲਾਂ ਤਾਂ ਜਿਹੜਾ ਨੰਬਰ ਖਸਰਾ, ਜਦੋਂ ਕਿਸੇ ਇੱਕ ਮਾਲਕ ਦੀ ਅਸੀਂ ਮਿਣਤੀ ਕਰਦੇ ਹਾਂ, ਕਿਸੇ ਇੱਕ ਖੇਤ ਦੀ, ਕਿਸੇ ਪਰਟੀਕੂਲਰ ਖੇਤ ਦੀ ਅਗਰ ਜਦੋਂ ਤੁਸੀਂ ਮਿਣਤੀ ਕਰਦੇ ਹਾਂ ਤਾਂ ਉਹਦੇ ਜਿਹੜੇ ਪੁਰਾਣੇ ਨੰਬਰ ਹੈਗੇ ਉਹਨਾਂ ਦਾ ਵੇਰਵਾ ਦਰਜ ਕੀਤਾ ਜਾਂਦਾ ਹੈ। ਫਿਰ ਨਵੇਂ ਨੰਬਰ, ਜੋ
ਜਦੋਂ ਉਹਦੇ ਖੇਤਾਂ ਦੀ ਮਿਣਤੀ ਕਰਕੇ ਅਸੀਂ ਨੰਬਰਿੰਗ ਕਰਦੇ ਹਾਂ, ਜੇ ਕਿਤੇ ਨੰਬਰ ਚੇਂਜ ਹੁੰਦਾ ਹੈ, ਇੱਕ ਦੇ 2 ਬਣ ਗਏ ਜਾਂ ਦੋਹਾਂ ਦੇ 1 ਨੰਬਰ ਬਣ ਗਏ, ਤਾਂ ਨੰਬਰ ਖਸਰਾ 'ਚ ਤਬਦੀਲੀ ਆ ਸਕਦੀ ਹੁੰਦੀ ਹੈ। ਤਾਂ ਨਵੇਂ ਨੰਬਰ ਦਾ ਵੇਰਵਾ ਵੀ ਦਰਜ ਕੀਤਾ ਜਾਂਦਾ ਨਾਲ ਨਾਲ, ਪੁਰਾਣੇ ਨੰਬਰ ਵੀ ਤੇ ਨਵੇਂ ਨੰਬਰ ਵੀ। ਨੇਮ ਆਫ ਦਾ ਵੈਲ ਔਰ ਅਦਰ ਸੋਰਸਸ ਆਫ ਇਰੀਗੇਸ਼ਨ, ਕੋਈ ਖੂਹ ਦਾ, ਕਿਹੜੇ ਖੂਹ ਦਾ ਪਾਣੀ ਲੱਗਦਾ ਹੈਗਾ, ਇਹ ਵੀ ਦਰਜ ਕੀਤਾ ਜਾਂਦਾ ਹੈ। ਫਿਰ ਹਰ ਨੰਬਰ ਖਸਰੇ ਦਾ ਜਿਹੜਾ ਰਕਬਾ ਹੈਗਾ ਸਮੇਤ ਕਿਸਮ ਜ਼ਮੀਨ ਉਹ ਦਰਜ ਕੀਤਾ ਜਾਂਦਾ ਹੈ, ਤੇ ਕੋਈ ਜਿਹੜਾ ਲਗਾਨ ਵਗੈਰਾ ਕੋਈ ਹੋਵੇ ਉਹ ਵੀ ਦਰਜ ਕੀਤਾ ਜਾਂਦਾ ਹੈ, ਤੇ ਰਿਮਾਰਕਸ ਦਾ ਕਾਲਮ ਵੀ ਬਣਦਾ ਹੈਗਾ। ਇਹ ਜਿਹੜੇ ਕਾਲਮ ਹੁੰਦੇ ਆ, ਇਹ 5 ਕਾਲਮ ਦੀ ਜਿਹੜੀ ਹੋਲਡਿੰਗ ਸਲਿੱਪ ਬਣਦੀ ਹੈ, ਜਿਹਨੂੰ ਅਸੀਂ ਖਤੌਨੀ ਪਮੈਸ਼ ਕਹਿ ਦਿੰਦੇ ਹਾਂ। ਚੱਕਾਬੰਦੀ 'ਚ ਵੀ ਇਹੀ ਬਣਦੀ ਹੈਗੀ ਹੈ, ਠੀਕ ਹੈ। ਇਹ ਆਮ ਤੌਰ ਤੇ ਕਿੰਨੀਆਂ, ਜਿਹੜੇ ਆਪਣਾ ਬੁੱਕ ਦਾ ਪੇਜ ਹੁੰਦਾ, ਬੁੱਕ ਦਾ ਪੇਜ 10 ਇੰਚ ਦਾ ਹੈਗਾ, ਲੰਮਾ ਹੁੰਦਾ ਹੈ, ਜਿਵੇਂ ਆਪਣਾ ਰੋਜ਼ਨਾਮਾ ਵਾਕਿਆ ਇੱਥੇ ਹੁੰਦਾ 19 ਕਿਸੇ ਦਾ ਸਾਈਜ਼ ਹੁੰਦਾ। ਰੋਜ਼ਨਾਮੇ ਦੇ ਵਾਕਿਆ ਦੀ ਤਰ੍ਹਾਂ ਹੀ ਇਹ ਉੱਪਰੋਂ ਬਾਈਂਡਿੰਗ ਕੀਤੀ ਜਾਂਦੀ ਹੈ, ਜਿਵੇਂ 10 ਇੰਚ ਦਾ ਤੇ 6.5 ਇੰਚ ਦਾ ਜਿਹੜਾ ਹੈਗਾ ਸਾਈਜ਼ ਹੁੰਦਾ, 6.5 ਇੰਚ ਚੌੜੀ ਹੁੰਦੀ ਹੈ ਇਹ ਹੋਲਡਿੰਗ ਸਲਿੱਪ, ਤੇ 10 ਇੰਚ ਇਹ ਲੰਮੀ ਹੁੰਦੀ ਹੈ ਲੈਂਥ 'ਚ। ਉੱਪਰੋਂ ਇਹ ਮਤਲਬ ਕਿ ਸੀਤੀ ਹੀ ਹੁੰਦੀ ਹੈ, ਤੇ ਜਿਵੇਂ ਆਪਣਾ ਰੋਜ਼ਨਾਮਾ ਚੱਲਦਾ ਹੈਗਾ, ਜ਼ਿਆਦਾਤਰ ਇਹ ਯੂਜ਼ ਹੁੰਦੀ ਹੈ ਇੱਕ ਪੇਜ ਦਾ ਯੂਜ਼ ਕੀਤਾ ਜਾਂਦਾ ਹੈ, ਪਰ ਜੇਕਰ ਲੋੜ ਪਵੇ ਤਾਂ ਪਿਛਲਾ ਪਾਸਾ ਵੀ ਯੂਜ਼ ਕਰ ਲਿਆ ਜਾਂਦਾ ਹੈ। ਅਦਰਵਾਈਜ਼ ਤਾਂ ਜ਼ਿਆਦਾਤਰ ਇਹ ਸਿੰਗਲ ਪੇਜ ਹੈਗਾ ਜਿਹੜਾ ਯੂਜ਼ ਹੁੰਦਾ। ਇਹਦੇ ਉੱਪਰ ਫਿਰ ਇਹਦੀ ਸਾਂਭ ਸੰਭਾਲ ਦੇ ਲਈ ਕੱਪੜੇ ਦੀ ਲੈਦਰ ਦੀ ਜਲਦ ਵੀ ਚੜਵਾ ਲਈ ਜਾਂਦੀ ਹੈਗੀ ਹੈ। ਖਤੌਨੀ ਨੰਬਰ ਵਿਲ ਬੀ ਐਂਟਰਡ ਇਨ ਦਾ ਇੰਕ ਬਿਫੋਰ ਦਾ ਮੇਜਰਮੈਂਟ ਆਰ ਕਮੈਂਸਡ। ਮੇਜਰਮੈਂਟ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਨੰਬਰ ਖਸਰਾ ਨੇ ਦਰਜ ਕੀਤਾ, ਇਹਦੀ ਖਤੌਨੀ ਨੰਬਰ ਦਰਜ ਕਰ ਲਏ ਜਾਂਦੇ ਨੇ, ਠੀਕ ਹੈ। ਨੇਮ ਆਫ ਦਾ ਸ਼ੇਅਰਸ, ਮਾਲਕਾਂ ਦੇ ਜਿਹੜੇ ਸ਼ੇਅਰ ਹੋਲਡਰ, ਜੇ ਕੋਈ ਮਾਲਕ ਦਾ ਨਾਮ ਹੈਗਾ, ਇਕੱਲਾ ਮਾਲਕ ਹੈ, ਇਕੱਲੇ ਮਾਲਕ ਦਾ ਨਾਮ ਦਰਜ ਕੀਤਾ ਜਾਂਦਾ। ਜੇ ਮਾਲਕ 4 ਨੇ 5 ਨੇ ਤਾਂ ਉਹਦੇ ਹਿੱਸੇ ਵੀ ਦਰਜ ਨਾਲ ਕਰੇ ਜਾਂਦੇ ਮਾਲਕੀ ਦੇ ਖਾਨੇ ਦੇ ਵਿੱਚ। ਪਰ ਜੇਕਰ ਮਾਲਕਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਹੋਵੇ, ਠੀਕ ਹੈ, ਤਾਂ 2 ਜਾਂ 3 ਮਾਲਕਾਂ ਦਾ ਨਾਮ ਦਰਜ ਕਰਕੇ, ਜਿਵੇਂ ਆਪਾਂ ਲਿਖ ਦਿੰਦੇ ਹੁੰਦੇ ਹਾਂ ਜਮ੍ਹਾਂਬੰਦੀ ਦੇ ਵਿੱਚ, ਤਾਂ ਫਿਰ ਆਪਾਂ ਪੂਰੇ ਨਾਮ ਦਰਜ ਕਰਦੇ ਹਾਂ। ਇਹਦੇ ਕੀ ਹੈਗਾ, ਮੂਹਰਲੇ ਖਾਨੇ ਦੇ ਮੂਹਰਲੇ ਪੇਜ ਦੇ ਫਰੰਟ ਪੇਜ ਦੇ ਉੱਪਰ 1 ਜਾਂ 2 ਨਾਮ ਦਰਜ ਕਰਕੇ, ਬਾਕੀ ਅਸੀਂ ਕਹਿੰਦੇ ਨਾ ਵੀ ਪਿਛਲੇ ਪਾਸੇ ਸਾਰੇ ਨਾਮ ਪੜ੍ਹੇ ਜਾਣ, ਤਾਂ ਬੈਕ ਤੇ ਪੂਰੇ ਨਾਮ ਦਰਜ ਕਰ ਲਏ ਜਾਂਦੇ ਨੇ। ਹੁਣ ਗੱਲ ਆ ਜਾਂਦੀ ਹੈ ਇਹ ਜਦੋਂ ਖਤੌਨੀ ਬਣ ਜਾਂਦੀ ਹੈ, ਸਾਰੀ ਪਮੈਸ਼ ਮੁਕੰਮਲ ਹੋ ਜਾਂਦੀ ਹੈ, ਖਤੌਨੀ ਪਮੈਸ਼ ਤਿਆਰ ਹੋ ਜਾਂਦੀ ਹੈ, ਫਿਰ ਇਹ ਖਤੌਨੀ ਦੇ ਮੂਹਰਲੇ ਪਾਸੇ ਇੱਕ ਇੰਡੈਕਸ ਲਗਾਇਆ ਜਾਂਦਾ ਹੈ। ਅਲਫਾਬੈਟੀਕਲ ਇੰਡੈਕਸ ਕਹਿੰਦੇ ਆ ਇਸ ਨੂੰ, ਇੰਡੈਕਸ ਟੂ ਬੀ ਪ੍ਰੀਫਿਕਸ ਟੂ ਦਾ ਖਤੌਨੀਜ਼। ਇਹ ਅਲਫਾਬੈਟਿਕਲੀ ਹੁੰਦਾ ਹੈ, ਨੇਮ ਹੁੰਦਾ ਮਾਲਕਾਂ ਦਾ, ਉਹਦੀ ਕਿਹੜੀ ਖਤੌਨੀ ਹੈਗੀ ਹੈ, ਠੀਕ ਹੈ। ਜਿਵੇਂ ਜਮ੍ਹਾਂ ਦਾ ਇੰਡੈਕਸ ਬਣ ਜਾਂਦਾ ਹੈ, ਇਸ ਤਰ੍ਹਾਂ ਇਹ ਮੂਹਰੇ ਖਤੌਨੀ ਪਮੈਸ਼ ਦੇ ਅਗਲੇ ਪਾਸੇ, ਜਦੋਂ ਕੰਪਲੀਟ ਖਤੌਨੀ ਪਮੈਸ਼ ਬਣ ਜਾਂਦੀ ਹੈ, ਉਹਦੇ ਮੂਹਰਲੇ ਪਾਸੇ ਇੱਕ ਕਾਪੀ ਦੇਖੋ ਪਟਵਾਰੀ ਹਲਕਾ ਕੋਲ ਰਹਿ ਜਾਂਦੀ ਹੈ ਖਤੌਨੀ ਪਮੈਸ਼ ਦੀ। ਉਹਦੇ ਵਿੱਚੋਂ ਜਿਹਨੇ ਸਲਿੱਪਾਂ ਕੰਸਰਨਡ ਮਾਲਕ ਹੁੰਦੇ ਨੇ, ਉਹਦੀ ਇੱਕ ਖਤੌਨੀ ਦੀ ਜਿਹੜੀ ਸਲਿੱਪ ਹੁੰਦੀ ਹੈ ਕਿ ਮਾਲਕ ਨੂੰ ਦੇ ਦਿੱਤੀ ਜਾਂਦੀ ਹੈ। ਜਿਵੇਂ ਕਿ ਨਹਿਰੀ ਪਟਵਾਰੀਆਂ ਵੱਲੋਂ ਸਲਿੱਪਾਂ ਵੰਡੀਆਂ ਜਾਂਦੀਆਂ ਨੇ, ਕਿਹੜੇ ਨੰਬਰ ਖਸਰਾ ਨੂੰ ਪਾਣੀ ਲੱਗਿਆ, ਠੀਕ ਹੈ। ਇੱਕ ਖਤੌਨੀ ਨਹਿਰੀ ਪਟਵਾਰੀ ਕੋਲੇ ਰਹਿੰਦੀ ਹੈ, ਤੇ ਉਹ ਖਤੌਨੀ ਦਾ ਜਿਹੜਾ ਮਤਲਬ ਕਿ ਕਾਪੀ ਹੁੰਦੀ ਹੈ ਉਹ ਮਾਲਕ ਨੂੰ ਦਿੱਤੀ ਜਾਂਦੀ ਹੈ। ਇਸੇ ਤਰੀਕੇ ਜਿਹੜਾ ਇਹ ਖਤੌਨੀ ਪਮੈਸ਼ ਦੀ ਇੱਕ ਕਾਪੀ ਮਾਲਕਾਂ ਨੂੰ ਦਿੱਤੀ ਜਾਂਦੀ ਹੈ, ਤੇ ਇਹਦੇ ਮੂਹਰਲੇ ਪਾਸੇ ਇੰਡੈਕਸ ਬਣਦਾ ਹੈ। ਇੰਡੈਕਸ ਜਿਹੜੇ ਨਾਮ ਲਿਖੇ ਜਾਂਦੇ ਨੇ ਅਲਫਾਬੈਟਿਕਲੀ ਦਰਜ ਕੀਤੇ ਜਾਂਦੇ ਨੇ, ਤੇ ਤਾਂ ਕਿ ਜਲਦੀ ਜੇ ਕਿਸੇ ਮਾਲਕ ਦਾ ਨਾਮ ਲੱਭਣਾ ਹੋਵੇ, ਅਲਫਾਬੈਟਿਕਲੀ ਲੱਭ ਗਏ, ਤਾਂ ਉਹਦੀ ਖਤੌਨੀ ਨੰਬਰ ਕਿੰਨੇ ਹੈ ਉਹ ਖਤੌਨੀ ਨੰਬਰ ਦਾ ਵੇਰਵਾ ਦਰਜ ਕੀਤਾ ਜਾਂਦਾ ਹੈ, ਠੀਕ ਹੈ। ਲਿਸਟ ਆਫ ਦਾ ਖਤੌਨੀ ਟੋਟਲ, ਫਿਰ ਟੋਟਲ ਖਤੌਨੀਆਂ ਕਿੰਨੀਆਂ ਬਣ ਗਈਆਂ ਇਸ ਪਿੰਡ ਦੀਆਂ। ਸੀ ਹੈਗਾ ਇੱਕ ਇਹ ਵੀ ਛੋਟਾ ਜਿਹਾ ਪਰਫਾਰਮਾ ਲੱਗਦਾ ਹੈਗਾ। ਲਿਸਟ ਆਫ ਦਾ ਖਤੌਨੀਜ਼ ਟੋਟਲ, ਖਤੌਨੀ ਨੰਬਰ ਕਿੰਨੇ ਨੇ, ਕੁੱਲ ਕਿੰਨੇ ਖਤੌਨੀਆਂ ਬਣ ਗਈਆਂ ਇਸ ਪਿੰਡ ਦੀਆਂ। ਹਾਊ ਮੈਨੀ ਫੀਲਡਸ, ਕਿੰਨੇ ਨੇ, ਯਾਨੀ ਕਿ ਲਾਸਟ ਦੇ ਵਿੱਚ ਇਹ ਬਣ ਜਾਂਦਾ, ਜੋੜ ਬਣ ਜਾਂਦਾ, ਕੁੱਲ ਚਾਹੀ ਜ਼ਮੀਨ ਕਿੰਨੀ ਹੈ, ਨਹਿਰੀ ਜ਼ਮੀਨ ਕਿੰਨੀ ਹੈ, ਠੀਕ ਹੈ। ਪਰਚਾ ਟੂ ਵੀ ਗਿਵਨ ਟੂ ਦਾ ਜ਼ਿਮੀਂਦਾਰਸ, ਜਦੋਂ ਇਹ ਖਤੌਨੀ ਬਣ ਜਾਂਦੀ ਹੈ, ਇਹ ਇਮੀਡੀਏਟ ਵੈਸੇ ਤਾਂ ਇੱਥੇ ਲਿਖਿਆ ਗਿਆ ਹੈਗਾ ਵੀ ਦਿੱਤੀ ਜਾਵੇ, ਪਰ ਕਿਉਂਕਿ ਜਦੋਂ ਅਸੀਂ ਅਜੇ ਮੇਜਰਮੈਂਟ ਨਹੀਂ ਕੀਤੀ ਹੈਗੀ, ਤਾਂ ਫਿਰ ਖਤੌਨੀ ਦੇਣ ਦਾ ਪਹਿਲਾਂ ਤਾਂ ਕੋਈ ਮਕਸਦ ਨਹੀਂ ਬਣ ਜਾਂਦਾ ਹੈਗਾ, ਠੀਕ ਹੈ। ਇਹ ਖਤੌਨੀ ਪਮੈਸ਼ ਅਸੀਂ ਤਿਆਰ ਕਰਦੇ ਹਾਂ, ਪਰ ਇਹਦੇ 'ਚ ਜਿਹੜੇ ਹੈਗੇ ਨੇ ਇਹਦੇ ਇੰਡੈਕਸ ਅਸੀਂ ਬਣਾ ਲੈਣੇ, ਪਰ ਜਦੋਂ ਇਹ ਮੇਜਰਮੈਂਟ ਅਸੀਂ ਕਰਦੇ ਹਾਂ, ਮੇਜਰਮੈਂਟ ਕਰਕੇ ਫੀਲਡ ਬੁੱਕ ਬਣਾ ਕੇ ਫੀਲਡ ਬੁੱਕ ਦੇ ਮੁਤਾਬਕ ਨੰਬਰ ਖਸਰਾ ਕੱਢ ਕੇ, ਰਕਬਾ ਕੱਢ ਕੇ, ਠੀਕ ਹੈ, ਇੱਕ ਮਾਲਕ ਦਾ ਜਿਹੜਾ ਵੇਰਵਾ ਹੈਗਾ, ਨੰਬਰ ਖਸਰਾ, ਇੱਕ ਮਾਲਕ ਜਿਵੇਂ ਇਹ ਨਾਮ ਦਾ ਕੋਈ ਮਾਲਕ ਹੈਗਾ, ਉਹਦੇ ਖੇਤ ਦੀ ਅਸੀਂ ਪਮੈਸ਼ ਜਦੋਂ ਸੈਟਲਮੈਂਟ ਕਰ ਰਹੇ ਹਾਂ, ਉਹਦੇ ਖੇਤ ਦੀ ਜਦੋਂ ਅਸੀਂ ਪਮੈਸ਼ ਸਟਾਰਟ ਕਰਦੇ ਹਾਂ, ਇੱਕ ਦਿਨ ਪਹਿਲਾਂ ਸ਼ਾਮ ਨੂੰ ਮਤਲਬ ਕਿ ਪਿੰਡ 'ਚ ਮਨਾਦੀ ਕਰਾਈ ਜਾਂਦੀ ਹੈ, ਜਾਂ ਪਿੰਡ ਦੇ ਨੰਬਰਦਾਰ ਨੂੰ ਦੱਸਿਆ ਜਾਂਦਾ ਵੀ ਫਲਾਣੇ ਪਾਸੇ ਅਸੀਂ ਅੱਜ ਕੱਲ੍ਹ ਨੂੰ ਸਵੇਰੇ ਮਿਣਤੀ ਕਰਨੀ ਹੈ। ਤਾਂ ਉਹਨਾਂ ਪਿੰਡਾਂ ਦੇ ਉਸ ਏਰੀਏ ਦੇ ਜਿਹੜੇ ਮਾਲਕ ਹੈਗੇ ਆ, ਕਾਸ਼ਤਕਾਰ ਹੈਗੇ ਆ, ਉਹ ਮੌਕੇ 'ਤੇ ਹਾਜ਼ਰ ਰਹਿਣਗੇ, ਤੇ ਮਨਾਦੀ ਉਹਨਾਂ ਦੇ ਹਾਜ਼ਰੀ ਵਿੱਚ ਕੀਤੀ ਜਾਵੇਗੀ, ਤੇ ਨਾਲ ਹੀ 2 ਜਿਹੜੇ ਚੇਨਮੈਨ ਹੁੰਦੇ ਆ ਉਹ ਨੰਬਰਦਾਰ ਵੱਲੋਂ ਪ੍ਰੋਵਾਈਡ ਕੀਤੇ ਜਾਂਦੇ ਆ, ਠੀਕ ਹੈ। ਜਦੋਂ ਇੱਕ ਮਾਲਕ ਦੀ ਅਸੀਂ ਪਮੈਸ਼ ਕਰਦੇ ਹਾਂ, ਤਾਂ ਜਿਹੜੀ ਸਾਡਾ ਫੀਲਡ ਬੁੱਕ ਅਸੀਂ ਤਿਆਰ ਕਰਦੇ ਹਾਂ ਨਾਲ
ਫੀਲਡ ਬੁੱਕ ਦੇ ਵਿੱਚ ਕੀ ਹੁੰਦਾ, ਓਲਡ ਨੰਬਰ ਖਸਰਾ ਹੁੰਦਾ ਹੈ, ਫਿਰ ਨਵਾਂ ਨੰਬਰ ਖਸਰਾ ਹੁੰਦਾ ਹੈ। ਜੇ ਤਾਂ ਪੁਰਾਣਾ ਨੰਬਰ ਖਸਰੇ 'ਚ ਕੋਈ ਚੇਂਜ ਨਹੀਂ ਹੋਈ ਹੈਗੀ ਤਾਂ ਠੀਕ ਹੈ, ਉਹੀ ਸਾਈਡਾਂ ਅਸੀਂ ਲਿਖ ਲਾਂਗੇ। ਜਿੱਥੇ ਕਿਤੇ ਕੋਈ ਚੇਂਜ ਹੋਈ ਹੁੰਦੀ ਹੈ ਤਾਂ ਅਸੀਂ ਨਵਾਂ ਨੰਬਰ ਖਸਰਾ ਜਿਹੜਾ ਬਣਿਆ ਹੋਇਆ, ਮੌਕੇ ਤੇ ਬਣਿਆ ਹੋਇਆ ਜਿਹੜਾ ਨੰਬਰ ਖਸਰਾ, ਉਹਦੀ ਪਰਮੇਸ਼ ਕਰਕੇ ਉਹਦਾ ਜਿਹੜਾ ਰਕਬਾ ਹੈਗਾ ਸਾਈਡਾਂ ਚੜ੍ਹਦਾ ਲਹਿੰਦਾ ਤੇ ਪਹਾੜ ਸਾਈਡਾਂ ਲਿਖ ਕੇ, ਠੀਕ ਹੈ, ਉਹਦਾ ਰਕਬਾ ਕੱਢ ਕੇ ਜਿਹੜੀ ਹੈਗੀ ਹੈ ਫੀਲਡ ਬੁੱਕ ਦੇ ਵਿੱਚ ਦਰਜ ਕਰਾਂਗੇ। ਫੀਲਡ ਬੁੱਕ ਦੇ ਮੁਤਾਬਕ ਜਦੋਂ ਇੱਕ ਮਾਲਕ ਦੀ, ਮੰਨ ਲਓ ਇੱਕ ਦਿਨ 'ਚ ਅਸੀਂ 10 ਮਾਲਕਾਂ ਦੀ ਜਾਂ 5 ਮਾਲਕਾਂ ਦੀ ਜਿਹੜੀ ਹੈਗੀ ਹੈ ਪਰਮੇਸ਼ ਕਰ ਲਈ, ਫਿਰ 5 ਮਾਲਕਾਂ ਦੀ ਜਿਹੜੀ ਹੈਗੀ ਹੈ ਖਤੌਨੀ ਪਰਮੇਸ਼ ਵੀ ਨਾਲ ਨਾਲ ਤਿਆਰ ਕੀਤੀ ਜਾਂਦੀ ਹੈ ਸ਼ਾਮ ਨੂੰ। ਠੀਕ ਹੈ, ਖਤੌਨੀ ਪਰਮੇਸ਼ ਤਿਆਰ ਕਰਕੇ ਸੇਮ ਡੇ ਨਾਲ ਨਾਲ ਬਣ ਜਾਵੇ ਤਾਂ ਠੀਕ ਹੈ, ਫਿਰ ਤਾਂ ਕਿ ਜਿਹੜੀ ਹੈਗੀ ਅਗਲੇ ਦਿਨ ਖਤੌਨੀ ਪਰਮੇਸ਼ ਦੀ ਜਿਹੜੀ ਕਾਪੀ ਹੈ ਉਹ ਕੰਸਰਨ ਮਾਲਕ ਨੂੰ ਦੇ ਦਿੱਤੀ ਜਾਵੇ। ਉਸ ਤੋਂ ਬਾਅਦ ਜੇ ਕਿਸੇ ਦਾ ਕੋਈ ਇਤਰਾਜ਼ ਹੁੰਦਾ ਹੋਰ ਹੁੰਦਾ ਤਾਂ ਕਿ ਉਹ ਕਰੈਕਸ਼ਨ ਮੌਕੇ ਦੇ ਮੁਤਾਬਕ ਕਰ ਲਈ ਜਾਂਦੀ ਹੈ। ਅਟੈਂਡੈਂਸ ਆਫ ਦਾ ਓਨਰਸ ਆਫ ਦਾ ਕਲਟੀਵੇਟਰਸ, ਜਦੋਂ ਅਸੀਂ ਪਰਮੇਸ਼ ਕਰਦੇ ਹਾਂ ਖੇਤ ਦੇ ਵਿੱਚ ਤਾਂ ਉਸ ਵੇਲੇ ਜਿਵੇਂ ਕਿ ਮੈਂ ਦੱਸਿਆ ਪਹਿਲਾਂ, ਮਿਣਤੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਅਸੀਂ ਜਿਹੜੀ ਹੈਗੀ ਹੈ ਪਿੰਡ ਦੇ ਨੰਬਰਦਾਰ ਦੇ ਰਾਹੀਂ, ਚੌਕੀਦਾਰ ਦੇ ਰਾਹੀਂ ਮਾਲਕਾਂ ਨੂੰ ਜਿਹੜਾ ਹੈਗਾ ਇਤਲਾਹ ਦਿੰਦੇ ਹਾਂ। The Shajara Nasab and Khatonis having been completed and the purchase having been distributed to the ਜ਼ਿਮੀਂਦਾਰਸ। ਨਵੇਂ ਨੰਬਰ ਖਸਰਾਂ ਦੀ ਪਰਮੇਸ਼ ਤੋਂ ਬਗੈਰ ਹੀ ਪਹਿਲਾਂ ਜਿਹੜੀ ਪਰਮੇਸ਼ ਖਤੌਨੀ ਪਰਮੇਸ਼ ਜੋ ਅਸੀਂ ਰਿਕਾਰਡ, ਪੁਰਾਣਾ ਰਿਕਾਰਡ ਸਾਡਾ ਤਿਆਰ ਹੋ ਚੁੱਕਿਆ, ਉਹਦੀ ਕਾਪੀ ਵੀ ਅਸੀਂ ਮਾਲਕਾਂ ਨੂੰ ਦੇ ਸਕਦੇ ਹਾਂ। ਤੇ ਵਿਲ ਕਮੈਂਸ ਮੇਜਰਮੈਂਟ ਵਰਕ, ਜ਼ਿਮੀਂਦਾਰ ਨੂੰ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਵੀ ਜਿਹੜਾ ਹੈਗਾ ਇਹ ਅਸੀਂ ਮੇਜਰਮੈਂਟ ਸਟਾਰਟ ਕਰਨੀ ਹੈ, ਕੱਲ੍ਹ ਨੂੰ ਕਿਹੜੇ ਖੇਤ ਤਿਆਰ ਸਟਾਰਟ ਕਰਨੇ ਨੇ, ਕਿਹੜੇ ਮਾਲਕਾਂ ਦੀ ਜਿਹੜੀ ਹੈਗੀ ਹੈ ਮਿਣਤੀ ਕੀਤੀ ਜਾਵੇਗੀ, ਉਹ ਜਿਹੜੇ ਮਾਲਕ ਹੈਗੇ ਆ ਮੌਕੇ 'ਤੇ ਪਹੁੰਚਣ। ਤਾਂ ਜਿਹੜੇ ਚੇਨਮੈਨ ਹੈਗਾ ਉਹ 2 ਚੇਨਮੈਨ ਵੀ ਦੇਗਾ, ਜਿਹੜਾ ਨੰਬਰਦਾਰ ਹੈ ਪਿੰਡ ਦਾ ਹੈਡ ਹੈਗਾ। ਠੀਕ ਹੈ ਜੀ। ਪੇਪਰਸ ਵਿੱਚ ਪਟਵਾਰੀ ਵਿਲ ਹੈਵ ਵਿਦ ਹਿਮ, ਪਟਵਾਰੀ ਹਲਕਾ ਜਦੋਂ ਨਵੇਂ ਸਿਰੇ ਤੋਂ ਸੈਟਲਮੈਂਟ ਦੇ ਟਾਈਮ ਦੇ ਲਈ ਜਦੋਂ ਮਿਣਤੀ ਹੋਣੀ ਹੈ, ਨੰਬਰ ਖਸਰਾ ਦੀ ਮਿਣਤੀ ਹੋਣੀ ਹੈ, ਤਾਂ ਕਿਹੜੇ ਕਿਹੜੇ ਰਿਕਾਰਡ ਪਟਵਾਰੀ ਹਲਕਾ ਆਪਦੇ ਨਾਲ ਲੈ ਕੇ ਜਾਏਗਾ। ਸਰ ਚੈਪਟਰ ਕਿਹੜਾ ਜੀ? ਅਪੈਂਡਿਕਸ 7 ਸੈਟਲਮੈਂਟ ਮੈਨੂਅਲ ਦੇ ਐਂਡ ਦੇ ਵਿੱਚ ਹੁੰਦਾ, ਇਹ ਅਪੈਂਡਿਕਸਸ ਹੁੰਦੀਆਂ ਨੇ। ਹਾਂਜੀ, ਅਪੈਂਡਿਕਸ 7। ਹੁਣ ਬੁੱਕਸ ਤਾਂ ਸਾਰਿਆਂ ਕੋਲੇ ਅਲੱਗ-ਅਲੱਗ ਹੈਗੀਆਂ ਨੇ, ਇਸ ਕਰਕੇ ਜਿਹੜਾ ਨੰਬਰ ਪੇਜ ਨੰਬਰ ਤਾਂ ਮੇਰੇ ਖਿਆਲ ਨਹੀਂ ਸੂਟ ਕਰੇਗਾ ਤੁਹਾਨੂੰ ਦੱਸਣਾ। ਅਪੈਂਡਿਕਸ ਜਦੋਂ ਇਹਦੇ ਸਾਰੇ ਪਹਿਰੇ ਖਤਮ ਹੋ ਜਾਂਦੇ ਨੇ ਬੁੱਕ ਦੇ ਤਾਂ ਅਪੈਂਡਿਕਸ ਸਟਾਰਟ ਹੋ ਜਾਂਦੀਆਂ ਨੇ। ਅਪੈਂਡਿਕਸ 1 2 3 4 5 6, ਅਪੈਂਡਿਕਸ 7 ਤੇ ਆ ਜਾਓ। ਜਦੋਂ ਮੇਜਰਮੈਂਟ ਕਰਨੀ ਹੈ ਕਿਸੇ ਖੇਤ ਦੀ ਸੈਟਲਮੈਂਟ ਦੇ ਪਰਪਸ ਲਈ ਤਾਂ ਪਟਵਾਰੀ ਹਲਕਾ ਆਪਦੇ ਨਾਲ ਕਿਹੜੇ ਰਿਕਾਰਡ ਲੈ ਕੇ ਜਾਂਦਾ ਹੈ। ਸਭ ਤੋਂ ਪਹਿਲਾਂ ਦੇਖੋ, ਜਦੋਂ ਮੇਜਰਮੈਂਟ ਕਰਦੇ ਸਾਡੇ ਕੋਲ ਲੱਠਾ ਹੋਣਾ ਜ਼ਰੂਰੀ ਹੁੰਦਾ ਹੈ। ਲੱਠਾ ਦੇਖ ਕੇ ਹੀ ਅਸੀਂ ਕਿਸੇ ਮਾਲਕ ਦੇ ਜਿਹੜੇ ਖੇਤ ਨੇ ਉਹਦੇ ਜਿਹੜੇ ਨੰਬਰ ਖਸਰਾ ਹੈਗੇ ਆ ਉਹਨਾਂ ਦੀਆਂ ਦਿਸ਼ਾਵਾਂ ਦੇਖਦੇ ਹਾਂ ਵੀ ਮੌਕੇ ਦੇ ਮੁਤਾਬਕ ਸਹੀ ਨੇ ਤਾਂ ਠੀਕ ਹੈ, ਓਕੇ ਹੈ। ਠੀਕ ਹੈ, ਤੇ ਅਸੀਂ ਮੌਕੇ ਦੇ ਮੁਤਾਬਕ ਉਹੀ ਨੇ ਜੋ ਸਾਡੇ ਲੱਠੇ ਵਿੱਚ ਨੇ, ਫਿਰ ਤਾਂ ਅਸੀਂ ਉਹੀ ਦਰਜ ਕਰ ਲੈਣੇ ਆ। ਜੇ ਕਿਤੇ ਚੇਂਜ ਹੋਈਆਂ ਹੋਈਆਂ ਨੇ ਤਾਂ ਅਸੀਂ ਚੇਂਜ ਦੇ ਮੁਤਾਬਕ ਦਰਜ ਕਰਾਂਗੇ। ਲੱਠਾ ਨਾਲ ਹੋਏਗਾ, ਜਮ੍ਹਾਂਬੰਦੀ ਹੋਏਗੀ, ਕੌਣ ਮਾਲਕ ਹੈ, ਉਹਦੇ ਕਿਹੜੇ ਨੰਬਰ ਖਸਰਾ ਨੇ। ਠੀਕ ਹੈ, ਇਕੱਲੇ ਮਾਲਕ ਦੀ ਜ਼ਮੀਨ ਮਾਪੀ ਜਾਂਦੀ ਹੈ, ਇੱਕ ਮਾਲਕ ਦੀ ਜ਼ਮੀਨ ਮਾਪ ਕੇ ਅਸੀਂ ਅੱਗੇ ਵਧਦੇ ਰਹਿੰਦੇ ਹਾਂ। ਤੇ ਨਾਲ ਸੱਜਣਾ ਨਸਲ ਸਾਡੇ ਕੋਲੇ ਹੋਏਗਾ, ਇਹਦੇ ਕੌਣ ਮਾਲਕ ਹੈਗੇ ਆ, ਤੇ ਨਾਲ ਸਾਡੇ ਕੋਲੇ ਮਟੀਸ਼ਨ ਰਜਿਸਟਰ, ਇੰਤਕਾਲਾਂ ਦਾ ਰਜਿਸਟਰ ਵੀ ਹੋਏਗਾ। ਜੇਕਰ ਕੋਈ ਨਵੀਂ ਚੇਂਜ ਹੋਈ ਹੈ ਕਿਸੇ ਮਾਲਕ ਦੀ ਖੇਵੜ ਦੇ ਵਿੱਚ ਤਾਂ ਉਹ ਇੰਤਕਾਲ ਤੋਂ ਸਾਨੂੰ ਪਤਾ ਲੱਗੇ ਵੀ ਇਹਨੇ ਕੋਈ ਨੰਬਰ ਖਸਰਾ ਵੇਚਿਆ ਜਾਂ ਖਰੀਦਿਆ, ਜਾਂ ਕੋਈ ਵਿਰਾਸਤ ਦਾ ਇੰਤਕਾਲ, ਜਾਂ ਕੋਈ ਫੱਕ ਦਾ ਇੰਤਕਾਲ, ਕੋਈ ਰਹਿਣ ਦਾ ਇੰਤਕਾਲ ਹੋਇਆ, ਉਹ ਸਾਨੂੰ ਨਾਲ ਇੰਤਕਾਲਾਂ ਤੋਂ ਵੀ ਪਤਾ ਲੱਗ ਜਾਵੇ। ਯਾਨੀ ਕਿ ਪਟਵਾਰੀ ਹਲਕਾ ਜਦੋਂ ਮੇਜਰਮੈਂਟ ਕਰਨੀ ਹੈ ਨਵੇਂ ਸਿਰੇ ਤੋਂ ਸੈਟਲਮੈਂਟ ਦੇ ਮਕਸਦ ਲਈ ਤਾਂ ਲੱਠਾ, ਜਮ੍ਹਾਂਬੰਦੀ, ਸੱਜਣਾ ਨਸਬ ਤੇ ਇੰਤਕਾਲ ਰਜਿਸਟਰ ਆਪਦੇ ਨਾਲ ਲੈ ਕੇ ਚੱਲੇਗਾ। ਪ੍ਰੋਸੀਜਰ ਐਜ਼ ਟੂ ਈਚ ਫੀਲਡ ਇਜ਼ ਮੇਜਰਡ, ਜਦੋਂ ਕੋਈ ਖੇਤ ਮਾਪਣੇ ਹੈ ਤਾਂ ਉਹਦਾ ਪ੍ਰੋਸੀਜਰ ਕੀ ਹੈਗਾ। ਐਜ਼ ਈਚ ਫੀਲਡ ਇਜ਼ ਮੇਜਰਡ ਹੀ ਵਿਲ ਡੀਲਾਈਨੇਟ ਇਟ ਇਨ ਪੈਨਸਲ ਔਨ ਦਾ ਸਜਰਾ, ਪੈਨਸਲ ਦੇ ਨਾਲ ਲੱਠੇ ਤੇ ਜਿਹੜਾ ਹੈਗਾ ਨਿਸ਼ਾਨ ਲਗਾਇਆ ਜਾਏਗਾ। ਵਰਕ ਆਊਟ ਦਾ ਏਰੀਆ, ਉਹਦਾ ਏਰੀਆ ਕੱਢਿਆ ਜਾਏਗਾ। ਇਨਫੋਰਮ ਦਾ ਓਨਰ ਐਂਡ ਕਲਟੀਵੇਟਰ, ਮੌਕੇ ਦੇ ਮਾਲਕ ਨਾਲ ਹੋਣਗੇ ਤੁਹਾਡੇ। ਠੀਕ ਹੈ, ਕਾਸ਼ਤਕਾਰ ਨਾਲ ਹੋਣਗੇ। ਉਸੇ ਵੇਲੇ ਪਰਮੇਸ਼ਾਂ ਜਿਹੜੇ ਕੀਤੀਆਂ ਹੈਗੀਆਂ ਨੇ, ਪਰਮੇਸ਼ ਕੀਤੀ ਚੇਨ ਦੇ ਨਾਲ, ਜਰੀਬ ਦੇ ਨਾਲ, ਉਸੇ ਵੇਲੇ ਦਿਸ਼ਾਵਾਂ ਲਿਖੀਆਂ ਤੇ ਉਸੇ ਵੇਲੇ ਰਕਬਾ ਕੱਢਿਆ ਤੇ ਨਾਲ ਦੀ ਨਾਲ ਮਾਲਕ ਤੋਂ ਕਨਫਰਮ ਕਰ ਲਿਆ ਜਾਂਦਾ ਵੀ ਇੰਨਾ ਰਕਬਾ ਭਾਈ ਤੇਰਾ ਠੀਕ ਹੈ, ਓਕੇ ਹੈ। ਜੇ ਕਿਤੇ ਸਾਡੇ ਤੋਂ ਕੋਈ ਗਲਤੀ ਹੋ ਗਈ ਹੋਏ ਪਰ ਚਾਂਸ ਤਾਂ ਮਾਲਕ ਸਾਨੂੰ ਉਸੇ ਵੇਲੇ ਇਨਫੋਰਮ ਕਰ ਦਿੰਦਾ ਹੈ। ਕੰਸੀਡਰ ਦੇ ਆਬਜੈਕਸ਼ਨਸ ਇਫ ਐਨੀ, ਮੌਕੇ ਤੇ ਹੀ ਜੇ ਕੋਈ ਆਬਜੈਕਸ਼ਨ ਕਰਦਾ ਉਸੇ ਵੇਲੇ ਉਸਨੂੰ ਸੈਟ ਆਊਟ ਕਰ ਦਿੱਤਾ ਜਾਂਦਾ ਹੈ। ਐਂਡ ਦੈਨ ਰਾਈਟ ਅਪ ਦਾ ਫੀਲਡ ਬੁੱਕ, ਫਿਰ ਉਹਦੀ ਫੀਲਡ ਬੁੱਕ ਕੱਢ ਲਈ ਜਾਂਦੀ ਹੈ। ਫੀਲਡ ਬੁੱਕ ਕੱਢ ਕੇ ਜਿਹੜੀ ਫੀਲਡ ਬੁੱਕ ਹੈ, ਜਿਵੇਂ ਆਪਣਾ ਰੋਜ਼ਨਾਮਚਾ ਹੁੰਦਾ ਹੈ, ਜਿਵੇਂ ਫੀਲਡ ਬੁੱਕ ਤੁਸੀਂ ਸਾਰਿਆਂ ਨੇ ਦੇਖੀਆਂ ਨੇ, ਇੱਦਾਂ ਹੀ ਹਰ ਨੰਬਰ ਖਸਰਾ ਦੀ ਜਿਹੜੀ ਫੀਲਡ ਬੁੱਕ ਹੈ ਇਕੱਲੇ ਮਾਲਕ ਦੀ ਫੀਲਡ ਬੁੱਕ ਬਣਾ ਲਈ ਜਾਂਦੀ ਹੈ। ਠੀਕ ਹੈ। ਦਾ ਖਤੌਨੀ ਐਂਡ ਦਾ ਜ਼ਿਮੀਂਦਾਰਸ ਪਰਚਾ,
ਇਸੇ ਦੇ ਨਾਲ ਹੀ ਜਿਹੜੀ ਖਤੌਨੀ ਹੈ, ਖਤੌਨੀ ਪਮੈਸ਼ ਹੈ, ਉਹ ਨਾਲ ਖਤੌਨੀ ਪਮੈਸ਼ ਵੀ ਲਿਖ ਲਈ ਜਾਂਦੀ ਹੈ। ਠੀਕ ਹੈ, ਇਹ ਫੀਲਡ ਬੁੱਕ ਜਿਹੜੀ ਤੁਸੀਂ ਬਣਾਉਂਦੇ ਹੋ, ਇਹਦੇ ਨਾਲ ਹੀ ਖਤੌਨੀ ਦੇ ਨੰਬਰ ਖਤੌਨੀ ਨੰਬਰ ਪਾ ਲਿਆ ਜਾਂਦਾ ਹੈ ਵੀ ਇਹ ਜਿਹੜੀ ਫੀਲਡ ਬੁੱਕ ਦੇ ਜਿਹੜੇ ਮੰਨ ਲਓ ਤੁਸੀਂ 4 ਨੰਬਰਾਂ ਦੀ ਮਿਣਤੀ ਕੀਤੀ ਹੈ। ਠੀਕ ਹੈ, 4 ਨੰਬਰ ਕਿਹੜੀ ਖਤੌਨੀ ਨਾਲ ਕੰਸਰਨ ਨੇ, ਮੰਨ ਲਓ ਤੁਸੀਂ ਸਟਾਰਟਿੰਗ ਕੀਤੀ ਹੈ ਜੀ ਖਤੌਨੀ ਨੰਬਰ 1 ਹੈਗਾ, ਇਹ 4 ਨੰਬਰ ਖਸਰਾ ਜਿਹੜੇ ਤੁਸੀਂ ਦਰਜ ਕੀਤੇ ਨੇ, ਇਹਨਾਂ ਦੇ ਮੂਹਰੇ ਵੀ ਤੁਸੀਂ ਨਾਲ ਹੀ ਇਹਦਾ ਕਾਲਮ ਬਣਿਆ ਹੋਏਗਾ ਖਤੌਨੀ ਨੰਬਰ ਦਾ। ਆ ਫੀਲਡ ਬੁੱਕ ਦਾ ਥੱਲੇ ਵੇਰਵਾ ਦਿੱਤਾ ਹੋਇਆ, ਤੁਸੀਂ ਦੇਖ ਲਓ। ਨੰਬਰ ਆਫ ਦਾ ਫੀਲਡ ਖਸਰਾ ਨੰਬਰ ਦਰਜ ਕਰਾਂਗੇ ਤੇ ਫਾਰਮਰ ਨੰਬਰ ਦਰਜ ਕਰਾਂਗੇ। ਜਿਹੜਾ ਪਹਿਲਾ ਨੰਬਰ ਖਸਰਾ ਪੁਰਾਣਾ ਉਹ ਵੀ ਦਰਜ ਕਰਾਂਗੇ ਤੇ ਨਾਲ ਦੀ ਨਾਲ ਅਸੀਂ ਪਾਵਾਂਗੇ ਖਤੌਨੀ ਨੰਬਰ। ਖਤੌਨੀ ਨੰਬਰ ਨਾਲ ਤਿਆਰ ਹੋਈ ਜਾਂਦੀ ਹੈ। ਠੀਕ ਹੈ, ਖਤੌਨੀ ਦਾ ਨੰਬਰ ਵੀ ਨਾਲ ਦੀ ਨਾਲ ਇੱਥੇ ਪੈ ਜਾਏਗਾ ਤੇ ਜਿਹੜੀ ਖਤੌਨੀ ਬਣੇਗੀ, ਖਤੌਨੀ ਦੇ ਵਿੱਚ ਨੰਬਰ ਖਸਰਾ ਦਰਜ ਕਰਤੇ ਜਾਣਗੇ। ਨੰਬਰ ਖਸਰਾ ਦਰਜ ਕਰਕੇ ਇਕੱਲਾ ਰਕਬਾ ਪਾਇਆ ਜਾਏਗਾ, ਉੱਥੇ ਰਕਬਾ ਕੱਢਣ ਦੀ ਲੋੜ ਨਹੀਂ ਹੈਗੀ। ਰਕਬਾ ਕੱਢਿਆ ਜਾਏਗਾ ਫੀਲਡ ਬੁੱਕ ਦੇ ਵਿੱਚ, ਉੱਥੇ ਸਿਰਫ ਤੁਸੀਂ ਮਾਲਕ ਦੇ ਜਿਹੜੇ ਨਾਮਾਂ ਦੀ ਤੁਸੀਂ ਪਹਿਲਾਂ ਖਤੌਨੀ ਪਮੈਸ਼ ਤਿਆਰ ਕੀਤੀ ਵੀ ਹੈ, ਠੀਕ ਹੈ, ਉਹਨੂੰ ਤੁਸੀਂ ਕੰਪਲੀਟ ਕਰਕੇ ਭਰਦੇ ਜਾਓਗੇ ਨਾਲ। ਬਣ ਤਾਂ ਪਹਿਲਾਂ ਗਈ ਤੁਹਾਡੇ ਕੋਲੇ, ਮਾਲਕਾਂ ਦੇ ਵੇਰਵੇ ਵੂਰਵੇ ਸਾਰਾ ਕੁਝ ਤੁਸੀਂ ਪਹਿਲਾਂ ਤਿਆਰ ਕਰ ਲਿਆ। ਠੀਕ ਹੈ, ਪਰ ਉਸਨੂੰ ਮੁਕੰਮਲ ਤੁਸੀਂ ਨਾਲ ਕਰੋਗੇ। ਏਰੀਆ ਜਿਹੜਾ ਕੈਲਕੂਲੇਟ ਕੀਤਾ ਹੋਇਆ ਹੈ, ਫੀਲਡ ਬੁੱਕ ਦੇ ਇਹ 4 ਕਾਲਮ ਹੈਗੇ ਨੇ, ਨਵਾਂ ਨੰਬਰ ਖਸਰਾ, ਪੁਰਾਣਾ ਨੰਬਰ ਖਸਰਾ, ਖਤੌਨੀ ਨੰਬਰ। ਠੀਕ ਹੈ, ਜਦੋਂ ਕਦੇ ਵੀ ਤੁਸੀਂ ਕੋਈ ਖਸਰਾ ਨੰਬਰ ਦੇਖਣਾ ਹੋਵੇ ਤਾਂ ਕਿਹੜੀ ਖਤੌਨੀ ਦੇ ਵਿੱਚ ਪੈਂਦਾ, ਕੌਣ ਇਹਦਾ ਮਾਲਕ ਹੈਗਾ, ਤੁਸੀਂ ਇਸ ਫੀਲਡ ਬੁੱਕ ਤੋਂ ਵੀ ਚੈੱਕ ਕਰ ਸਕਦੇ ਹੋ। ਠੀਕ ਹੈ, ਜਿਹੜੀ ਖਤੌਨੀ ਪਮੈਸ਼ ਹੈ, ਖਤੌਨੀ ਪਮੈਸ਼ ਤੇ ਵੀ ਹਰ ਨੰਬਰ ਖਸਰਾ ਹੈਗਾ। ਕਿਸੇ ਮਾਲਕ ਦੀ ਖਤੌਨੀ ਦੇਖਣ ਲਈ ਉਹਦੇ ਕਿਹੜੇ ਨੰਬਰ ਖਸਰਾ ਹੈਗੇ ਆ, ਉਹਦੀ ਪਮੈਸ਼ਾਂ ਕੀ ਹੈਗੀਆਂ ਨੇ, ਤੁਸੀਂ ਖਤੌਨੀ ਪਮੈਸ਼ ਕੱਢ ਕੇ ਹੀ ਚੈੱਕ ਕਰ ਸਕਦੇ ਹੋ। ਦੈਨ ਏਰੀਆ ਕੈਲਕੂਲੇਸ਼ਨ, ਚੌਥੇ ਕਾਲਮ ਦੇ ਵਿੱਚ ਏਰੀਆ ਦੀ ਕੈਲਕੂਲੇਸ਼ਨ ਕੀਤੀ ਜਾਂਦੀ ਹੈ। ਚੜ੍ਹਦਾ ਕਿੰਨਾ, ਲਹਿੰਦਾ ਕਿੰਨਾ, ਲੱਕਾ ਕਿੰਨਾ, ਪਹਾੜ ਕਿੰਨਾ, ਲੰਬਾਈ ਗੁਣਾ ਚੌੜਾਈ, ਇਸ ਨੰਬਰ ਖਸਰੇ ਦਾ ਰਕਬਾ ਕਿੰਨਾ ਬਣ ਜਾਂਦਾ ਹੈ। ਨੈਕਸਟ ਹੈ 7 ਨੰਬਰ ਕਾਲਮ ਦੇ ਵਿੱਚ ਲਿਸਟ ਆਫ ਦਾ ਫੀਲਡਸ ਔਨ ਮਾਰਜਨ ਆਫ ਦਾ ਫੀਲਡ ਮੈਪ। ਲਿਸਟ ਆਫ ਦਾ ਫੀਲਡਸ ਔਨ ਦਾ ਮਾਰਜਨ ਆਫ ਦਾ ਫੀਲਡ ਮੈਪ। ਫੀਲਡ ਮੈਪ ਦੇ ਮਾਰਜਨ ਦੇ ਵਿੱਚ ਕਹਿੰਦੇ ਤੁਸੀਂ ਲਿਸਟ ਨਾਲ ਬਣਾਈ ਜਾਓ ਵੀ ਕਿਹੜੇ ਨੰਬਰਾਂ ਦੀ ਜਿਹੜੀ ਪਮੈਸ਼ ਅਸੀਂ ਕਰ ਰਹੇ ਹਾਂ, ਕਰੀ ਜਾ ਚੁੱਕੀ ਹੈ। ਇਨ ਆਰਡਰ ਟੂ ਮੇਕ ਇਟ ਈਜ਼ੀ ਟੂ ਰੈਫਰ ਫਰੋਮ ਦਾ ਫੀਲਡ ਮੈਪ ਦ ਜਮਾਬੰਦੀ, ਤਾਂ ਪਟਵਾਰੀ ਵਿਲ ਰਾਈਟ ਏ ਲਿਸਟ, ਇੱਕ ਨਾਲ ਦੀ ਨਾਲ ਲਿਸਟ ਬਣਦੀ ਰਹੇਗੀ ਵੱਖਰੇ ਤੌਰ ਤੇ। ਪਟਵਾਰੀ ਵਿਲ ਰਾਈਟ ਏ ਲਿਸਟ ਔਨ ਏ ਸੈਪਰੇਟ ਮੈਪਿੰਗ ਸ਼ੀਟ, ਇੱਕ ਵੱਖਰੀ ਸ਼ੀਟ ਬਣਾ ਲਈ ਜਾਏਗੀ ਟੂ ਬੀ ਫਿਲਡ ਵਿਦ ਦਾ ਮੈਪ ਐਜ਼ ਅੰਡਰ। ਕੀ ਹੋਏਗਾ, ਵੱਖਰੀ ਸ਼ੀਟ ਕੀ ਤਿਆਰ ਕਰਾਂਗੇ, ਉਹਦੇ ਵਿੱਚ ਲਿਖਿਆ ਜਾਏਗਾ ਨੰਬਰ ਖਸਰਾ, ਨੰਬਰ ਆਫ ਦਾ ਫੀਲਡ, ਨੰਬਰ ਆਫ ਖਤੌਨੀ ਇਨ ਵਿੱਚ ਐਂਟਰ। ਬਸ ਇੱਕ ਵੱਖਰਾ ਉਹ ਬਣ ਜਾਏਗਾ, ਛੋਟਾ ਜਿਹਾ ਕਾਲਮ, 2 ਕਾਲਮਾਂ ਦਾ ਨਾਲ ਉਹ ਬਣਦੀ ਰਹੇਗੀ, ਲਿਸਟ ਬਣਦੀ ਰਹੇਗੀ, ਜਿਹਦੇ ਵਿੱਚ ਕੀ ਕੀਤਾ ਜਾਏਗਾ, ਕਿ ਨੰਬਰ ਖਸਰਾ ਕਿਹੜਾ ਹੈਗਾ ਤੇ ਕਿਹੜੀ ਖਤੌਨੀ ਵਿੱਚ ਦਰਜ ਕੀਤਾ ਗਿਆ। ਬਸ ਇੰਨੀ ਇੱਕ ਲਿਸਟ ਬਣਾਓ ਤਾਂ ਕਿ ਤੁਹਾਨੂੰ ਫੈਸਿਲਿਟੀ ਰਹੇਗੀ ਪੂਰਾ ਕੰਮ ਕਰਦੇ ਵੀ ਕੋਈ ਨੰਬਰ ਖਸਰਾ ਰਹਿ ਨਾ ਗਿਆ ਹੋਵੇ। ਜੇ ਕੋਈ ਨੰਬਰ ਖਸਰਾ ਹੈਗਾ ਤਾਂ ਕਿਹੜੀ ਖਤੌਨੀ 'ਚ ਪਿਆ ਉਹਨੂੰ ਚੈੱਕ ਕਰਨਾ ਹੋਵੇ, ਅਸੀਂ ਦੇਖ ਸਕਦੇ ਹਾਂ। ਹੁਣ ਆ ਗਿਆ ਲੜੀ ਨੰਬਰ 8 ਦੇ ਪ੍ਰੋਸੀਜਰ ਵੈਨ ਓਨਰ ਔਰ ਟੇਨੈਂਟ ਇਜ਼ ਐਬਸੈਂਟ। ਹੁਣ ਦੇਖੋ ਤੁਸੀਂ ਨਿਸ਼ਾਨਦੇਹੀ ਕਰ ਲਈ, ਤੁਸੀਂ ਮਿਹਨਤੀ ਕਰਨ ਲਈ ਚਲੇ ਗਏ ਸੈਟਲਮੈਂਟ ਦੇ ਪਰਪਸ ਲਈ। ਇਹ ਕੋਈ ਜ਼ਰੂਰੀ ਹੈਗਾ ਵੀ ਸਾਰੇ ਮਾਲਕ ਉੱਥੇ ਤੁਹਾਡੇ ਕੋਲ ਹਾਜ਼ਰ ਆ ਜਾਣ। ਮੰਨ ਲਓ 3-4 ਮਾਲਕ ਹਾਜ਼ਰ ਆ ਗਏ, ਠੀਕ ਹੈ, ਇੱਕ ਮਾਲਕ ਕੋਈ ਹਾਜ਼ਰਾਂ ਤੋਂ ਰਹਿ ਗਿਆ, ਉਸ ਵੇਲੇ ਲੇਟ ਹੋ ਗਿਆ, ਵੇਟ ਹੋ ਗਿਆ, ਤਾਂ ਤੁਸੀਂ ਇਹ ਨਹੀਂ ਹੈਗਾ ਵੀ ਤੁਸੀਂ ਮਿਹਨਤੀ ਕਰਨੀ ਬੰਦ ਕਰ ਦੋਗੇ ਆਪਣੀ, ਤੁਸੀਂ ਰੈਗੂਲਰ ਆਪਣੀ ਮਿਹਨਤੀ ਕਰਦੇ ਰਹੋਗੇ। ਠੀਕ ਹੈ, ਜਦੋਂ ਹੁਣ ਤੁਸੀਂ ਫੀਲਡ ਬੁੱਕ ਦੇ ਵਿੱਚ ਕਿਸੇ ਮਾਲਕ ਦੀ ਮਿਹਨਤੀ ਕਰ ਰਹੇ ਹੋ ਤਾਂ ਤੁਸੀਂ ਫੀਲਡ ਬੁੱਕ ਦੇ ਜਿਹੜਾ ਖਾਨਾ ਕੈਫੀਅਤ ਹੈ, ਮਾਲਕ ਐਬਸੈਂਟ ਹਾਜ਼ਰ ਨਹੀਂ ਹੈਗਾ ਮੰਨ ਲਓ, ਤਾਂ ਉੱਥੇ ਤੁਸੀਂ ਐਕਸ ਦਾ ਮਾਰਕ ਲਿਖ ਲਓਗੇ, ਐਕਸ ਮਾਰਕ ਖਾਨਾ ਕੈਫੀਅਤ ਦੇ ਵਿੱਚ। ਉਹਦਾ ਮਤਲਬ ਇਹ ਹੋਏਗਾ ਵੀ ਇਹ ਜਿਹੜਾ ਮਾਲਕ ਹੈਗਾ, ਕੋਈ ਵੀ ਮਾਰਕ ਐਡ ਕਰ ਲਓਗੇ, ਕੋਈ ਵੀ ਨੰਬਰ ਲਿਖ ਲਓਗੇ, ਤੁਸੀਂ ਮਾਰਕ ਕਰ ਲਓਗੇ ਉਸਨੂੰ ਕਾਲਮ ਨੂੰ ਖਤੌਨੀ ਦੇ ਕੈਫੀਅਤ ਦੇ ਵਿੱਚ, ਜਿੱਦੋਂ ਇਹ ਪ੍ਰਜ਼ਿਊਮ ਹੋ ਜਾਏਗਾ ਵੀ ਇਹ ਜਿਹੜਾ ਮਾਲਕ ਹੈ ਮਿਹਨਤੀ ਦੇ ਦੌਰਾਨ ਹਾਜ਼ਰ ਨਹੀਂ ਹੈਗਾ। ਠੀਕ ਹੈ, ਮੰਨ ਲਓ ਮਾਲਕ ਦੇ 10 ਨੰਬਰ ਨੇ, ਤੁਸੀਂ 6 ਨੰਬਰਾਂ ਦੀ ਮਿਹਨਤੀ ਕਰ ਲਈ, ਇਹਦਾ ਐਬਸੈਂਸ ਉਹਦਾ ਮਾਲਕ, ਤਾਂ 6 ਨੰਬਰਾਂ ਦਾ ਜਿਹੜਾ ਨਿਸ਼ਾਨ ਲਗਾ ਕੇ ਉਹਦੇ ਖਾਨਾ ਕੈਫੀਅਤ ਦੇ ਵਿੱਚ ਲਾਈਨ ਮਾਰ ਕੇ 6 ਨੰਬਰ ਤੇ ਬੰਦ ਕਰਕੇ ਤੇ ਤੁਸੀਂ ਸਾਈਡ ਤੇ ਲਿਖ ਦੋਗੇ ਵੀ ਐਕਸ ਜਾਂ ਕੋਈ ਵੀ ਮਾਰਕ ਐਮ ਜਾਂ ਵਗੈਰਾ ਤੁਸੀਂ ਲਿਖ ਸਕਦੇ ਹੋ, ਤਾਂ ਕਿ ਤੁਹਾਨੂੰ ਇਹ ਪਤਾ ਲੱਗ ਜਾਵੇ ਫੀਲਡ ਬੁੱਕ ਦੇਖਦੇ ਸਾਰੀ ਵੀ ਜਦੋਂ ਇਹ ਨੰਬਰ ਖਸਰਾ ਮੈਂ ਮਿਹਨਤੀ ਕੀਤੇ ਹੈ ਤਾਂ ਉਦੋਂ ਇਸ ਵੇਲੇ ਮਾਲਕ ਨਹੀਂ ਸੀ, ਹਾਜ਼ਰ ਨਹੀਂ ਸੀਗਾ। ਮੰਨ ਲਓ 6 ਨੰਬਰਾਂ ਦੀ ਮਿਹਨਤੀ ਕਰਨ ਤੋਂ ਬਾਅਦ ਮਾਲਕ ਹਾਜ਼ਰ ਆ ਗਿਆ ਤੁਹਾਡੇ ਕੋਲ, ਮਿਹਨਤੀ ਕਰਦੇ ਇਨ ਬਿਟਵੀਨ ਹਾਜ਼ਰ ਆ ਗਿਆ, ਫਿਰ ਤੁਸੀਂ ਉੱਥੇ ਕੀ ਕਰੋਗੇ, 6 ਨੰਬਰ ਦੀ ਮਿਹਨਤੀ ਹੋ ਚੁੱਕੀ, 6 ਨੰਬਰਾਂ ਦੀ ਫੀਲਡ ਨਿਕਲ ਚੁੱਕੀ, ਫੀਲਡ ਬੁੱਕ ਨਿਕਲ ਚੁੱਕੀ, ਫਿਰ ਤੋਂ 7ਵਾਂ ਨੰਬਰ ਸਟਾਰਟ ਕਰਨਾ ਹੈ ਤਾਂ ਤੁਸੀਂ ਥੋੜਾ ਗੈਪ ਛੱਡ ਦੋਗੇ ਇਨ ਬਿਟਵੀਨ ਦੋਨਾਂ ਦੇ।
6 ਤੇ 7 ਨੰਬਰ ਦੇ ਵਿਚਕਾਰ ਥੋੜਾ ਗੈਪ ਛੱਡ ਦੋਗੇ ਤਾਂ ਕਿ ਇਹ ਇੰਡੀਕੇਟ ਹੋ ਜਾਏ ਦੇਖਦੇ ਸਾਰੀ ਵੀ ਇਦੋਂ ਪਹਿਲਾਂ ਜਿਹੜਾ ਅਸੀਂ ਮਿਣਤੀ ਕੀਤੀ ਹੈ ਉਹ ਮਾਲਕ ਦੀ ਐਬਸੈਂਟ ਦੇ ਵਿੱਚ ਕੀਤੀ ਹੈ, ਤੇ ਹੁਣ ਜਿਹੜਾ ਮਾਲਕ ਹੈਗਾ ਉਹ ਹਾਜ਼ਰ ਆ ਚੁੱਕਿਆ ਹੈ, ਮਾਲਕ ਦੀ ਹਾਜ਼ਰੀ ਵਿੱਚ ਮਿਣਤੀ ਹੋ ਰਹੀ ਹੈ। ਇਹ ਇੱਕ ਪ੍ਰੋਸੀਜਰ ਹੈਗਾ ਜਿਹੜਾ ਮੌਕੇ ਤੇ ਅਡਾਪਟ ਕੀਤਾ ਜਾਂਦਾ ਹੈ। ਤੇ ਨਾਲ ਹੀ ਤੁਸੀਂ ਜਿਹੜਾ ਮਾਰਕ ਲਗਾਓਗੇ ਉਹ ਮਾਰਕ ਦੇ ਥੱਲੇ ਆਪਣੇ ਸਾਈਨ ਵੀ ਕਰ ਦੇਗਾ ਕੰਸਰਨਡ ਆਫੀਸ਼ੀਅਲ ਪਟਵਾਰੀ ਹਲਕਾ। ਇਫ ਦਾ ਐਬਸੈਂਟੀ ਅਰਾਈਵਸ ਆਫਟਰਵਰਡਸ ਏ ਪਲੇਸ ਵਿਲ ਬੀ ਲੈਫਟ ਇਨ ਪਰਚਾ। ਜਦੋਂ ਕੋਈ ਮਾਲਕ ਹਾਜ਼ਰ ਆ ਜਾਂਦਾ ਤਾਂ ਥੋੜਾ ਥਾਂ ਛੱਡ ਕੇ ਫਿਰ ਜਿਹੜੀ ਮੇਜਰਮੈਂਟ ਹੈਗੀ ਹੈ ਉਹ ਨੰਬਰ ਖਸਰਾ ਦਰਜ ਕਰ ਲਿਆ ਜਾਂਦਾ ਹੈ ਫੀਲਡ ਬੁੱਕ ਦੇ ਵਿੱਚ। ਤਾਂ ਕਿ ਤੁਹਾਨੂੰ ਦੇਖ ਕੇ ਪਤਾ ਲੱਗ ਜਾਵੇ, ਲਿਖਣ ਲੁਖਣ ਦੀ ਲੋੜ ਨਹੀਂ ਜ਼ਿਆਦਾ ਹੈਗੀ, ਵੀ ਦੇਖ ਕੇ ਪਤਾ ਲੱਗ ਜਾਵੇ ਵੀ ਹਾਂ ਇੰਨੇ ਨੰਬਰ ਖਸਰਾ ਜਿਹੜੇ 6 ਨੰਬਰ ਖਸਰਾ ਨੇ ਮੈਂ ਮਾਲਕ ਦੀ ਐਬਸੈਂਟ ਦੇ ਵਿੱਚ ਮੇਜਰ ਕੀਤੇ ਨੇ, ਠੀਕ ਹੈ। ਤੇ ਬਾਕੀ ਜਿਹੜੇ ਨੰਬਰ ਖਸਰਾ ਨੇ ਬਾਕੀ 4 ਨੰਬਰ ਖਸਰਾ ਮਾਲਕ ਦੀ ਹਾਜ਼ਰੀ ਵਿੱਚ ਮੇਜਰ ਕੀਤੇ ਨੇ। ਇਸ ਕਰਕੇ 6 ਨੰਬਰਾਂ ਦੇ ਤੇ 4 ਨੰਬਰ ਦੇ ਵਿਚਕਾਰ ਇੱਕ ਲਾਈਨ ਛੱਡ ਦਿੱਤੀ ਜਾਂਦੀ ਹੈ ਤਾਂ ਕਿ ਇੱਥੋਂ ਮਤਲਬ ਕਿ ਦੇਖਦੀ ਸਾਰੀ ਪਤਾ ਲੱਗ ਜਾਵੇ। ਪ੍ਰੋਸੀਜਰ ਇਨ ਕੇਸ ਆਫ ਟ੍ਰਿਫਲਿੰਗ ਡਿਸਪਿਊਟਸ ਔਰ ਡਿਸਕ੍ਰੀਪੈਂਸੀਜ਼। ਤੁਹਾਡੀ ਮਿਣਤੀ ਕਰਦੇ ਦੌਰਾਨ ਜੇ ਕੋਈ ਨਿੱਕੇ ਮੋਟੇ ਡਿਸਪਿਊਟ ਕ੍ਰੀਏਟ ਹੁੰਦੇ ਆ, ਕੋਈ ਰਕਬੇ ਦਾ ਕੋਈ ਫਰਕ ਪੈ ਗਿਆ, ਠੀਕ ਹੈ, ਮਾੜਾ ਮੋਟਾ ਡਿਸਕ੍ਰੀਪੈਂਸੀ ਨਿਕਲ ਗਈ, ਤੁਸੀਂ ਬਾਉਂਡਰੀ ਦੀ ਕਿਸੇ ਦੀ ਜਾਂ ਕੋਈ ਪੈਟੀ ਡਿਸਪਿਊਟ ਲੱਗਦਾ ਉੱਥੇ ਮੌਕੇ ਤੇ ਤੁਹਾਡੇ ਸਾਹਮਣੇ ਕ੍ਰੀਏਟ ਕੀਤਾ ਹੈ ਕਿਸੇ ਮਾਲਕ ਨੇ, ਤਾਂ ਇਹਨਾਂ ਦਾ ਨਿਪਟਾਰਾ ਨਾਲ ਦੇ ਨਾਲ ਹੀ ਕਹਿੰਦੇ ਕਰਦੇ ਰਹਿਣਾ ਚਾਹੀਦਾ ਹੈਗਾ ਉਸੇ ਵੇਲੇ। ਫੀਲਡ ਨੇਮਸ ਐਂਡ ਆਰਡਰਸ ਇਨ ਵਿਚ ਫੀਲਡ ਸ਼ੁੱਡ ਬੀ ਨੰਬਰਡ। ਇਹ ਕਹਿੰਦੇ ਫੀਲਡ ਦੇ ਜਿਹੜੇ ਨਾਮ ਨੇ ਨੰਬਰ ਖਸਰਾ ਜਿਹੜਾ ਨੰਬਰ ਖਸਰਾ ਦੀ ਰਦੀਫ ਕਿਵੇਂ ਚੱਲੇਗੀ, ਨੰਬਰ ਖਸਰਾ ਦੀ ਰਦੀਫ ਕਿਵੇਂ ਚੱਲੇਗੀ। ਇੱਥੇ ਇਹ ਕਿਹਾ ਗਿਆ ਹੈ ਇਸ ਪੈਰੇ ਦੇ ਵਿੱਚ ਵੀ ਜਿਹੜੇ ਨੰਬਰ ਖਸਰਾ ਨੇ ਇੱਕ ਮਾਲਕ ਨੂੰ ਰੈਗੂਲਰ ਨੰਬਰ ਹੀ ਦਿੱਤੇ ਜਾਣਗੇ। ਇੱਕ ਮਾਲਕ ਦਾ ਟੱਕ ਖਤਮ ਹੋ ਗਿਆ ਤਾਂ ਫਿਰ ਜਿਹੜੀ ਨੰਬਰਾਂ ਦੀ ਰਦੀਫ ਹੈ ਅਗਲੇ ਟੱਕ ਨੂੰ ਜਦੋਂ ਸਟਾਰਟ ਕਰਨਾ ਹੈ, ਮੰਨ ਲਓ ਇੱਕ ਮਾਲਕ ਦੇ 10 ਨੰਬਰ ਖਸਰਾ ਹੈਗੇ ਨੇ, ਉਹਦੇ ਨੰਬਰ ਖਸਰਾ ਇੱਕ ਸਿਰੇ ਤੋਂ ਲੈ ਕੇ ਲਗਾਤਾਰ 1 2 3 4 5 6 7 8 9 10 ਦਰਜ ਕਰਾਂਗੇ, ਠੀਕ ਹੈ। ਫਿਰ ਅਗਲਾ ਮਾਲਕ ਆ ਗਿਆ, ਅਗਲੇ ਮਾਲਕਾਂ ਦੇ ਨੰਬਰ ਜਿਹੜੇ ਹੈਗੇ ਨੇ ਫਿਰ 10 ਤੋਂ 11 12 13 14 ਸਟਾਰਟ ਕਰਕੇ, ਜੇ ਮਾਲਕ ਦੇ ਦੂਜੇ ਨੰਬਰ ਮਾਲਕ ਦੇ ਨੰਬਰ 5 ਨੇ ਉਹਨੂੰ 15 ਤੇ ਖਤਮ ਕਰਕੇ ਫਿਰ ਅਗਲੇ ਮਾਲਕ ਦੇ ਜਿਹੜੇ ਨੰਬਰ ਨੇ ਇੱਦਾਂ ਜਿਹੜੀ ਹੈਗੀ ਇਹ ਮਿਣਤੀ ਟੱਕ ਵਾਈਜ਼ ਚੱਲਦੀ ਰਹਿੰਦੀ ਹੈ। ਟੱਕ ਵਾਈਜ਼ ਨੰਬਰ ਖਸਰਾ ਦੀ ਜਿਹੜੀ ਹੈਗੀ ਹੈ ਰਦੀਫ ਹੈ ਉਹ ਚੱਲਦੀ ਰਹਿੰਦੀ ਹੈ। ਦੈਨ ਹੈਗਾ ਆਬਾਦੀ। ਜੇ ਕੋਈ ਆਬਾਦੀ ਹੈਗੀ ਹੈ, ਆਬਾਦੀ ਆ ਗਈ, ਆਬਾਦੀ ਦਾ ਇੱਕ ਨੰਬਰ ਦਿੱਤਾ ਜਾਂਦਾ, ਆਪਾਂ ਦੇਖਦੇ ਹਾਂ ਸਾਰੇ ਸਾਨੂੰ ਪਤਾ ਹੀ ਹੈਗੀ ਆਬਾਦੀ ਦੇ ਲਿਖਿਆ ਜਾਂਦਾ ਹੈ, ਕਤੌਨੀ ਪੋਇਸ਼ ਇਹਨੂੰ ਆਬਾਦੀ ਦੇ ਲਿਖਿਆ ਜਾਏਗਾ, ਠੀਕ ਹੈ ਜੀ। ਵਿਲੇਜ ਰੋਡਸ, ਜੇ ਪਿੰਡ ਦੀਆਂ ਕੋਈ ਸੜਕਾਂ ਹੈਗੀਆਂ ਸੜਕਾਂ ਨੂੰ ਵੀ ਉਹਦਾ ਨੰਬਰ ਵੱਖਰਾ ਨੰਬਰ ਦਿੱਤਾ ਜਾਂਦਾ ਹੈ। ਕੋਈ ਪਿੰਡ ਦੀ ਸੜਕ ਕਿਸੇ ਖੇਤਾਂ ਨੂੰ ਜਾਂਦੀ ਹੈ, ਕਲਟੀਵੇਟਡ ਏਰੀਆ ਨੂੰ ਜਾਂਦੀ ਹੈ, ਇਰੀਗੇਟਡ ਲੈਂਡ ਨੂੰ ਜਾਂਦੀ ਹੈ, ਠੀਕ ਹੈ। ਜੇ ਤਾਂ ਮੌਕੇ 'ਤੇ ਸੜਕ ਬਣੀ ਵੀ ਹੈਗੀ ਹੈ ਤੁਹਾਡੇ ਰਿਕਾਰਡ ਦੇ ਵਿੱਚ ਬਣੀ ਵੀ ਹੈ ਤਾਂ ਤੁਸੀਂ ਉਸ ਨੂੰ ਉਹੀ ਨੰਬਰ ਖਸਰਾ ਤੱਕ ਚੇਂਜ ਹੋ ਸਕਦਾ ਹੈ ਤਾਂ ਤੁਸੀਂ ਉਹਦੀਆਂ ਸਾਈਡਾਂ ਜਿਹੜੀਆਂ ਹੈਗੀਆਂ ਨੇ 3 ਕਰਮ ਦੀ ਚੌੜੀ ਹੈ, 4 ਕਰਮ ਦੀ ਚੌੜੀ ਹੈ, 2 ਕਰਮ ਦੀ ਚੌੜੀ ਹੈ, ਫਿਰ ਤਾਂ ਤੁਸੀਂ ਉਹੀ ਦੇਖ ਲਓਗੇ। ਪਰ ਜੇ ਕਿਤੇ ਕੋਈ ਸੜਕ ਨਵੀਂ ਬਣ ਗਈ, ਨਵੀਂ ਦਾ ਮਤਲਬ ਤੁਹਾਡੇ ਰਿਕਾਰਡ ਦੇ ਵਿੱਚ ਨਹੀਂ ਹੈਗੀ ਪਰ ਉੱਥੇ ਜ਼ਰੂਰਤ ਹੈ, ਸੜਕ ਚੱਲ ਰਹੀ ਹੈਗੀ ਹੈ, ਫਿਰ ਤੁਸੀਂ ਉਸ ਨੂੰ ਜਿਹੜੀ ਹੈਗੀ ਹੈ ਲਗਭਗ ਘੱਟੋ ਘੱਟ 3 ਕਰਮਾਂ ਦੀ ਸੜਕ ਹੈਗੀ ਹੈ ਬਣਾ ਕੇ ਦਿਖਾ ਕੇ ਉਹਦੀ ਪਰਮੈਸ਼ ਦੀ ਤੁਸੀਂ ਕਰ ਲਓਗੇ। ਸੜਕਾਂ ਵਗੈਰਾ ਜਿਹੜੀਆਂ ਹੈਗੀਆਂ ਨੇ ਇੰਡੀਕੇਟਡ ਨਕਸ਼ੇ ਦੇ ਵਿੱਚ ਇਹ ਲਾਲ ਸ਼ੇਡ ਦੇ ਨਾਲ ਹੈਗੀਆਂ ਨੇ, ਦਰਜ ਕੀਤੀਆਂ ਜਾਂਦੀਆਂ ਨੇ, ਜਿਵੇਂ ਆਪਣੇ ਲੱਠੇ ਤੁਸੀਂ ਰੋਜ਼ ਹੀ ਦੇਖਦੇ ਹੋ, ਠੀਕ ਹੈ, ਤਾਂ ਕਿ ਇਹ ਦੇਖਦੀ ਸਾਰੀ ਪਤਾ ਲੱਗ ਜਾਵੇ ਵੀ ਸੜਕ ਹੈਗੀ ਹੈ। ਬਾਉਂਡਰੀਜ਼ ਆਫ ਦਾ ਫੀਲਡਸ ਨਾਟ ਮਾਰਕਡ ਔਨ ਦਾ ਗਰਾਊਂਡ ਹਾਊ ਸ਼ੋਨ। ਜੇ ਕਿਤੇ ਕਿਸੇ ਖੇਤ ਦੀਆਂ ਜਿਹੜੀਆਂ ਬਾਉਂਡਰੀਜ਼ ਨੇ ਉਹ ਸ਼ੋ ਨਹੀਂ ਹੋ ਰਹੀਆਂ, where the boundary of a survey mark is known but is not marked on the ground owing to rich cultivation or sandy soil। ਸੈਂਡੀ ਸੋਇਲ ਹੋਣ ਦੇ ਕਾਰਨ, ਰੇਤਲੀ ਧਰਤੀ ਹੋਣ ਦੇ ਕਾਰਨ ਵੱਟਾਂ ਜਿਹੜੀਆਂ ਖਤਮ ਹੋ ਗਈਆਂ, ਮਿਟ ਗਈਆਂ, ਠੀਕ ਹੈ। ਜਾਂ ਖੇਤੀਬਾੜੀ ਕਰਦੇ ਸਮੇਂ ਟਰੈਕਟਰ ਦੇ ਨਾਲ ਖੇਤੀ ਹੋ ਰਹੀ ਹੈ, ਛੋਟੇ ਛੋਟੇ ਖੇਤ ਸੀਗੇ, ਵੱਡੇ ਵੱਡੇ ਖੇਤ ਬਣਾ ਲਏ, ਬਾਉਂਡਰੀਆਂ ਖਤਮ ਹੋ ਗਈਆਂ, the boundary should be delineated on the map by broken lines। ਤਾਂ ਬਾਉਂਡਰੀ ਜਿਹੜੀ ਹੈਗੀਆਂ ਨੇ ਉਹ ਅੰਡਰਲਾਈਨ ਕਰ ਲੈਣੀ ਚਾਹੀਦੀਆਂ ਨੇ ਮੈਪ ਦੇ ਉੱਪਰ, ਡੀਲਾਈਨੇਟ ਕਰ ਦੇਣੀ ਚਾਹੀਦੀਆਂ ਨੇ। ਮੰਨ ਲਓ ਇੱਕ ਖੇਤ ਸੀਗਾ, 4 ਖੇਤ ਸੀ, 4 ਖੇਤਾਂ ਦਾ ਟੁੱਟ ਕੇ ਇੱਕੋ ਹੀ ਖੇਤ ਬਣ ਗਿਆ, ਠੀਕ ਹੈ। ਹੁਣ ਇੱਕ ਖੇਤ ਜਿੱਥੇ ਬਣ ਗਿਆ ਤਾਂ ਤੁਸੀਂ ਆਪਣੇ ਮੈਪ ਦੇ ਵਿੱਚ ਕੀ ਕਰਨਾ ਹੈਗਾ, ਇਹਨੇ 4 ਖੇਤ ਦੀਆਂ ਇੰਟਰਨਲ ਬਾਉਂਡਰੀਜ਼ ਨੇ ਉਹਨਾਂ ਨੂੰ ਤੁਸੀਂ ਕੱਟ ਜਾ ਕਰ ਦੋਗੇ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਵੀ ਇਹ ਖੇਤ ਇੱਕ ਬਣ ਚੁੱਕਿਆ ਮੌਕੇ ਤੇ।
ਕੱਟ ਮਾਰ ਦੋਗੇ ਬਰੀਕ ਬਰੀਕ ਜੇ ਕੱਟ ਲੈਣਾ ਵਾ ਕੇ ਜੋ ਆਪਾਂ ਲਾਈਨ ਨੂੰ ਕੱਟਦੇ ਹੁੰਦੇ ਆ ਨਾ, ਇਦਾਂ ਲੈਣਾ ਡੀਲਾਈਨੇਟ ਕਰ ਦੋਗੇ, ਲੈਣਾ ਕਟਿੰਗ ਕਰ ਦੋਗੇ ਲੈਣਾ ਤੇ, ਤਾਂ ਕਿ ਇਹ ਸ਼ੋ ਹੋ ਜਾਵੇ ਵੀ ਜਿਹੜੀ ਇਹ ਤੁਹਾਡੀ ਇੱਕ ਬਾਉਂਡਰੀ ਆਉਣੀ ਹੈ ਚਾਰੇ ਖੇਤਾਂ ਦੀ ਇੱਕੋ ਖੇਤ ਬਣਿਆ ਹੋਇਆ ਮੌਕੇ ਤੇ। ਇਹ ਮੈਪ ਤੇ ਵੀ ਤੁਸੀਂ ਆਪਣੀ ਨਿਸ਼ਾਨੀ ਲਗਾ ਲਓਗੇ। ਦੈਨ ਹੈਗਾ ਪ੍ਰੋਸੀਜਰ ਐਟ ਬਿਗਨਿੰਗ ਐਂਡ ਐਂਡ ਆਫ ਦਾ ਡੇਜ਼ ਵਰਕ। ਪਿੰਡ ਦਾ ਜਿਹੜਾ ਕੰਮ ਹੈ, ਜਿਹਦੀ ਪਿੰਡ ਦੀ ਸੈਟਲਮੈਂਟ ਹੋਣੀ ਹੈ, ਪਰਮੈਸ਼ ਦਾ ਕੰਮ ਸਟਾਰਟ ਹੋਣਾ ਹੈ, ਸਟਾਰਟ ਕਰਨ ਤੋਂ ਪਹਿਲਾਂ ਕੀ ਕਰਨਾ ਹੁੰਦਾ ਹੈ, ਸਟਾਰਟ ਖਤਮ ਜਦੋਂ ਕੰਮ ਬੰਦ ਹੋ ਗਿਆ ਸ਼ਾਮ ਨੂੰ ਤਾਂ ਕੀ ਕਰਨਾ ਹੁੰਦਾ ਹੈਗਾ ਪਟਵਾਰੀ ਹਲਕਾ ਵੱਲੋਂ। ਠੀਕ ਹੈ, ਦੇਖੋ ਕੰਮ ਸਟਾਰਟ ਕਰਨ ਤੋਂ ਪਹਿਲਾਂ ਕੀ ਹੈਗਾ, ਆਪਾਂ ਜਿਹੜਾ ਹੈਗਾ ਟੈਸਟ ਆਫ ਦਾ ਚੇਨ ਕਰਦੇ ਹਾਂ, ਜਰੀਬ ਚੈੱਕ ਕਰਦੇ ਹਾਂ ਕੰਮ ਸਟਾਰਟ ਹੋਣ ਤੋਂ ਪਹਿਲਾਂ। ਠੀਕ ਹੈ, 14 ਨੰਬਰ ਹੈਗਾ 14 ਟੈਸਟ ਆਫ ਦਾ ਚੇਨ, ਜਰੀਬ ਚੈੱਕ ਕੀਤੀ ਜਾਂਦੀ ਹੈ। ਜਰੀਬ ਚੈੱਕ ਕਰਨ ਦਾ ਤਰੀਕਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਠੀਕ ਹੈ, ਚਾਹੇ ਅੱਡਾ ਹੋਵੇ ਬਣਾਇਆ ਹੋਇਆ, ਚਾਹੇ ਉਹ ਫੀਤੀ ਨਾਲ ਚੈੱਕ ਕੀਤੀ ਜਾਵੇ, ਚਾਹੇ ਉਹ ਆਪਣੀ ਤੁਹਾਡੀ ਹੈਗੀ ਹੈ ਗਜ਼ ਨਾਲ ਚੈੱਕ ਕਰਤੀ ਜਾਵੇ। ਚੈੱਕ ਦਾ ਐਂਟਰੀਜ਼ ਆਫ ਦਾ ਨੰਬਰ, ਸਾਬਿਕ ਫਾਰਮਰ ਫੀਲਡ ਨੰਬਰ। ਚੈੱਕ ਦਾ ਐਂਟਰੀਜ਼ ਆਫ ਦਾ ਨੰਬਰ, ਸਾਬਕਾ ਜਿਹੜੇ ਨੰਬਰ ਖਸਰਾ ਨੇ ਉਹਨੂੰ ਚੈੱਕ ਕਰ ਲਿਆ ਜਾਂਦਾ ਹੈ। ਜਿਹੜੇ ਤੁਸੀਂ ਦੇਖਿਆ ਵੀ ਤੁਸੀਂ ਅੱਜ ਆ 5 ਮਾਲਕਾਂ ਦੀ ਮਿਣਤੀ ਕਰਨੀ ਹੈ, ਠੀਕ ਹੈ, ਉਹਨਾਂ ਦੇ ਕਿਹੜੇ ਕਿਹੜੇ ਨੰਬਰ ਖਸਰਾ ਹੈਗੇ ਆ, ਉਹਨਾਂ ਦੇ ਕਿਹੜੀ ਖੇਪਟਾਂ ਹੈਗੀਆਂ ਨੇ ਖਤੌਨੀ ਮੈਚ ਦੇ ਮੁਤਾਬਕ, ਉਹਨਾਂ ਨੂੰ ਤੁਸੀਂ ਚੈੱਕ ਕਰ ਲਓਗੇ, ਇੱਕ ਵਾਰੀ ਦੇਖ ਲਓਗੇ, ਤਾਂ ਕਿ ਜਿਹੜਾ ਸਮਾਂ ਹੈਗਾ ਮਿਣਤੀ ਕਰਨ ਵੇਲੇ ਤੁਹਾਡਾ ਟਾਈਮ ਵੇਸਟ ਨਾ ਕੋਈ ਹੋਵੇ। ਇਸ ਕਰਕੇ ਪਹਿਲਾਂ ਤੋਂ ਹੀ ਜਿਹੜਾ ਸਾਰੀ ਤਿਆਰੀ ਕਰਕੇ ਚੱਲਣਾ ਹੁੰਦਾ ਖੇਤਾਂ ਦੇ ਵਿੱਚ। ਫਿਰ ਕੀ ਕੰਪੇਅਰ ਦਾ ਏਰੀਆ ਐਂਟਰੀਜ਼ ਆਫ ਦਾ ਫੀਲਡ ਬੁੱਕ ਐਂਡ ਖਤੌਨੀਜ਼। ਜੀ ਤੁਹਾਡੀ ਪਹਿਲਾਂ ਕੰਪੇਅਰ ਕਰੋਗੇ ਏਰੀਆ ਨੂੰ, ਰਕਬੇ ਨੂੰ, ਏਰੀਆ ਐਂਟਰੀਜ਼ ਆਫ ਦਾ ਫੀਲਡ ਬੁੱਕ ਐਂਡ ਖਤੌਨੀਜ਼। ਡੇਲੀ ਆਊਟਰਨ, ਡੇਲੀ ਆਊਟਰਨ ਮਤਲਬ ਪ੍ਰੋਗਰੈਸ ਰਿਪੋਰਟ। ਸੈਟਲਮੈਂਟ ਆਫੀਸਰ ਹੈਗਾ ਜਿਹੜਾ, ਉਹਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਆਪਣੀ ਸੈਟਲਮੈਂਟ ਦੇ ਏਰੀਆ, ਜਿਹੜਾ ਅਸੈਸਮੈਂਟ ਸਰਕਲ ਹੁੰਦਾ ਹੈ, ਜਿਹੜਾ ਸੈਟਲਮੈਂਟ ਦਾ ਏਰੀਆ ਹੁੰਦਾ ਹੈ, ਉਹਦਾ ਜਿਹੜਾ ਕੰਮ ਹੈਗਾ ਸਮੇਂ ਸਿਰ ਉਹਨੂੰ ਕਿੰਨਾ ਸਮਾਂ ਦਿੱਤਾ ਗਿਆ, 6 ਮਹੀਨੇ ਦਾ ਸਮਾਂ ਦਿੱਤਾ ਗਿਆ, 4 ਮਹੀਨੇ ਦਾ ਸਮਾਂ ਦਿੱਤਾ ਗਿਆ ਕਿ ਇਸ ਪਿੰਡ ਦੀ ਜਿਹੜੀ ਸੈਟਲਮੈਂਟ ਕਰਨੀ ਹੈ, ਕਿਸੇ ਸੈਟਲਮੈਂਟ ਸਰਕਲ ਦੀ ਸੈਟਲਮੈਂਟ ਜਦੋਂ ਕਰਨੀ ਹੈ ਤਾਂ ਉਹਨੂੰ ਕਿੰਨਾ ਸਮਾਂ ਦਿੱਤਾ ਗਿਆ। ਉਹ ਸਮਾਂ ਨਿਰਧਾਰਤ ਸਮੇਂ ਤੇ ਤਦ ਹੀ ਕੰਮ ਪੂਰਾ ਕੀਤਾ ਜਾ ਸਕਦਾ ਜੇਕਰ ਉਹ ਆਪਣੇ ਜਿਹੜਾ ਸਰਕਲ ਦਾ ਜਿਹੜਾ ਕੰਮ ਹੈਗਾ ਉਹਦੀ ਕੋਈ ਨਿਰਧਾਰਤ ਕੋਈ ਸਮਾਂ ਨਿਸ਼ਚਿਤ ਕਰੇਗਾ ਵੀ ਕਿੰਨੀ ਤੁਹਾਡੀ ਇੱਕ ਦਿਨ ਦੇ ਵਿੱਚ ਕਿੰਨੀ ਮਿਣਤੀ ਹੋਣੀ ਚਾਹੀਦੀ ਹੈ, ਕਿੰਨੀ ਮੇਜਰਮੈਂਟ ਹੋਣੀ ਚਾਹੀਦੀ ਹੈ, ਕਿੰਨੇ ਨੰਬਰ ਖਸਰਾ ਚੈੱਕ ਹੋਣੇ ਚਾਹੀਦੇ ਨੇ, ਕਿੰਨੇ ਮੇਜਰ ਹੋਣੇ ਚਾਹੀਦੇ ਨੇ। ਲੇ ਡਾਊਨ ਵਿਦ ਅਪਰੂਵਲ ਆਫ ਦਾ ਕਮਿਸ਼ਨਰ, ਕਮਿਸ਼ਨਰ ਤੋਂ ਅਪਰੂਵਲ ਲੈ ਕੇ ਇੱਕ ਸਕੀਮ ਬਣਾਏਗਾ ਸਟੈਂਡਰਡ ਆਊਟਰਨ ਪਰ ਚੇਨ। ਇੱਕ ਚੇਨ ਵਾਲਾ ਵਿਅਕਤੀ ਜਿਹਦੇ ਕੋਲ ਇੱਕ ਚੇਨ ਚੱਲ ਰਹੀ ਹੈ, ਜੇ 2 ਜਰੀਬਾਂ ਚੱਲ ਰਹੀਆਂ ਲਗਾਤਾਰ, 2 ਬੰਦੇ ਕੰਮ ਕਰ ਰਹੇ ਹੈ, 3 ਬੰਦੇ ਵੀ ਲਗਾਤਾਰ ਕੰਮ ਕਰ ਸਕਦੇ ਹੈ ਇੱਕੋ ਪਿੰਡ ਦੇ ਵਿੱਚ, 4 ਬੰਦੇ ਵੀ ਕੰਮ ਕਰ ਸਕਦੇ, 2 ਵੀ ਕਰ ਸਕਦੇ, 1 ਵੀ ਕਰ ਸਕਦਾ ਹੈਗਾ। ਅਲੱਗ-ਅਲੱਗ ਟੀਮਾਂ ਬਣਾ ਕੇ ਵੀ ਕੰਮ ਕੀਤਾ ਜਾ ਸਕਦਾ ਹੈ। ਵੀ ਇੱਕ ਚੇਨ ਮੇਨ ਹੈਗਾ ਜਿਹੜਾ ਉਹਦਾ ਸਟੈਂਡਰਡ ਆਊਟਰਨ ਕਿੰਨਾ ਹੋਣਾ ਚਾਹੀਦਾ ਹੈ, ਤੋਂ ਰੀਮੇਜਰਮੈਂਟ ਹੁੰਦੀ ਹੈ। ਠੀਕ ਹੈ, ਇਹ ਜਿਹੜਾ ਹੈਗਾ ਕਮਿਸ਼ਨਰ ਦੀ ਮਨਜ਼ੂਰੀ ਲੈ ਕੇ ਇਹ ਜਿਹੜਾ ਫਿਕਸ ਕੀਤਾ ਜਾਂਦਾ ਹੈ ਵੀ ਘੱਟੋ ਘੱਟ ਲਗਭਗ ਜਿਹੜੇ ਹੈਗੇ ਨੇ 25 ਨੰਬਰ ਜਾਂ 30 ਨੰਬਰ ਜਾਂ 40 ਨੰਬਰ ਇੱਕ ਚੇਨਮੈਨ ਵੱਲੋਂ ਜਿਹੜੀ ਹੈਗੀ ਹੈ, ਇੱਕ ਟੀਮ ਜਿਹੜੀ ਹੈਗੀ ਹੈ ਜਿਹਨਾਂ ਕੋਲ ਇੱਕ ਚੇਨਮੈਨ ਹੈਗਾ ਉਹਦੇ ਵੱਲੋਂ ਇੰਨੀ ਮਿਣਤੀ ਹੋਣੀ ਜ਼ਰੂਰੀ ਹੈਗੀ ਹੈ। ਅਕੋਰਡਿੰਗ ਦਾ ਸਰਕਮਸਟੈਂਸਸ ਦੇਖਿਆ ਜਾ ਸਕਦਾ ਵੀ ਕਿਹੋ ਜਿਹਾ ਏਰੀਆ, ਕਿਹੋ ਜਿਹਾ ਫੀਲਡ ਹੈਗਾ, ਕਿਹੋ ਜਿਹੇ ਪਿੰਡ ਹੈਗਾ, ਕਿੱਦਾਂ ਦੀ ਮਿਣਤੀ ਇੱਥੇ ਜ਼ਿਆਦਾ ਕੰਮ ਔਖਾ ਹੈ ਜਾਂ ਸੌਖਾ ਕੰਮ ਹੈਗਾ। ਠੀਕ ਹੈ, ਉਹਦੇ ਮੁਤਾਬਕ ਜਿਹੜੀ ਇਹ ਆਊਟਰਨ ਜਿਹੜੀ ਹੈਗੀ ਆ ਉਹ ਚੈੱਕ ਮਤਲਬ ਕਿ ਫਿਕਸ ਕਰ ਲਈ ਜਾਂਦੀ ਹੈ। ਐਵਰੇਜ ਆਊਟਰਨ ਨੂੰ ਅਸੀਂ ਕਹਿੰਦੇ ਹਾਂ ਐਵਰੇਜ ਪ੍ਰੋਗਰੈਸ ਰਿਪੋਰਟ। ਤਾਂ ਫਿਰ ਇਹ ਜਿਹੜੀ ਹੈਗੀ ਆ ਨਾਲ ਜਿਹੜੀ ਹੈਗੀ ਹੈ ਆਪਣੇ ਜਿਵੇਂ ਜਿਵੇਂ ਮਿਣਤੀ ਹੋ ਰਹੀ ਹੁੰਦੀ ਉਹਦੀ ਜਿਹੜੀ ਪ੍ਰੋਗਰੈਸ ਰਿਪੋਰਟ ਹੁੰਦੀ ਹੈ ਉਹ ਵੀ ਉੱਚ ਅਧਿਕਾਰੀਆਂ ਨੂੰ, ਡਾਇਰੈਕਟਰ ਲੈਂਡ ਰਿਕਾਰਡ ਨੂੰ ਜਾਂ ਕਮਿਸ਼ਨਰ ਨੂੰ ਜਿਹੜੀ ਹੈਗੀ ਹੈ ਭੇਜੀ ਜਾਂਦੀ ਹੈ। Standard will be used as guide in checking the quarterly business returns. Quarterly business return ਕੁਆਟਰ ਦੇ ਵਿੱਚ ਹਰ 3 ਮਹੀਨਿਆਂ ਬਾਅਦ ਜਿਹੜੀ ਹੈਗੀ ਹੈ ਵੀ ਕਿੰਨੀ ਮਿਣਤੀ ਕਿਹੜੇ ਪਿੰਡ ਦੀ ਹੋ ਚੁੱਕੀ ਹੈ ਉਹਦੀ ਰਿਟਰਨ ਵੀ ਅਸੀਂ ਭੇਜਦੇ ਹਾਂ ਤਾਂ ਕਿ ਜਿਹੜਾ ਉੱਪਰਲਾ ਹੈਗਾ ਉੱਪਰਲੇ ਅਧਿਕਾਰੀ ਹੈਗਾ ਚੈੱਕ ਰੱਖਣ ਵੀ ਜਿਹੜਾ ਕੰਮ ਹੈ ਪ੍ਰੋਗਰੈਸ ਦੇ ਵਿੱਚ ਚੱਲ ਰਿਹਾ ਜਾਂ ਨਹੀਂ ਚੱਲ ਰਿਹਾ। ਜੇਕਰ ਕਿਤੇ ਘਾਟ ਲੱਗਦੀ ਮਹਿਸੂਸ ਹੁੰਦੀ ਹੈ ਤਾਂ ਫਿਰ ਉਹਦੀ ਮੀਟਿੰਗ ਵਗੈਰਾ ਕਰਕੇ ਉਹਦਾ ਜਿਹੜਾ ਵੀ ਆਊਟ ਹੈ ਉਹ ਨਿਕਾਲਿਆ ਜਾਂਦਾ ਹੈ। Inking in the fields will be inked into the Shajara week by week after the Kanago has tested. ਜਿਹੜੇ ਵੀ ਪਿੰਡ ਜਿਹੜੇ ਵੀ ਨੰਬਰ ਖਾਸਰਾ ਦੀ ਜਿਹੜੀ ਮਿਣਤੀ ਹੈ ਪਟਵਾਰੀ ਹਲਕਾ ਵੱਲੋਂ ਕਰ ਲਈ ਜਾਂਦੀ ਹੈ। ਠੀਕ ਹੈ, ਉਹਨਾਂ ਨੰਬਰ ਖਾਸਰਾ ਦੀ ਫਿਰ ਜਿਹੜੀ ਚੈਕਿੰਗ ਹੈਗੀ ਆ ਉਹ ਕਾਨੂੰਗੋ ਵੱਲੋਂ ਵੀ ਕੀਤੀ ਜਾਂਦੀ ਹੈ। ਜਿਹੜੇ ਨੰਬਰ ਖਾਸਰਾ ਹੈਗੇ ਉਹ ਇੰਕ ਦੇ ਰੈਡ ਇੰਕ ਜਾਰੀ ਕੀਤੇ ਜਾਂਦੇ ਨੇ ਐਂਡ ਆਲ ਅਦਰ ਐਂਟਰੀਜ਼ ਇਨ ਬਲੈਕ ਇੰਕ। ਨੰਬਰ ਖਾਸਰਾ ਰੈਡ ਇੰਕ ਦੇ ਨਾਲ ਤੇ ਜਿਹੜੇ ਆਸੇ-ਪਾਸੇ ਜਿਹੜੀਆਂ ਉਹਦੀਆਂ ਦਿਸ਼ਾਵਾਂ ਨੇ, ਸਾਈਡਾਂ ਨੇ, ਉਹ ਬਾਕੀ ਦੂਜੇ ਪੈਨ ਦੇ ਨਾਲ ਜਿਹੜੀਆਂ ਦਰਜ ਕੀਤੀਆਂ ਜਾਂਦੀਆਂ ਨੇ। ਟੋਪੋਗ੍ਰਾਫਿਕਲ ਸਾਇੰਸ
16 ਹੈਗਾ ਟੋਪੋਗ੍ਰਾਫਿਕਲ ਸਾਇੰਸ ਟੂ ਬੀ ਐਂਟਰਡ ਇਨ ਦਾ ਫੀਲਡ ਮੈਪਸ। ਜੇ ਕੋਈ ਸਰਵੇ ਦਾ ਕੋਈ ਮਾਰਕ ਤੁਹਾਡੀ ਮਿਹਨਤੀ ਦੇ ਦੌਰਾਨ ਜੇ ਕੋਈ ਸਰਵੇ ਮਾਰਕ ਲੱਗਿਆ ਹੋਇਆ ਆਲਰੇਡੀ, ਜਿਹੜਾ ਟੋਪੋਗ੍ਰਾਫਿਕ ਸਰਵੇ ਆਫ ਇੰਡੀਆ ਦੇ ਵੱਲੋਂ ਕੋਈ ਮਾਰਕ ਲੱਗਿਆ ਗਿਆ ਹੈਗਾ, ਤੁਸੀਂ ਉਹ ਆਪਣੀ ਨਕਸ਼ੇ ਦੇ ਵਿੱਚ ਕਿਸ ਪੁਆਇੰਟ ਤੇ ਹੈਗਾ ਲੱਗਿਆ ਹੋਇਆ, ਕਿੱਥੇ ਲੱਗਿਆ ਹੋਇਆ ਹੈਗਾ। ਵੈਨ ਏ ਸਰਵੇ parties at work in a district under the settlement and few selected men should be sent to be taught by the surveyor the proper method of the representing the signs। ਜਿਹੜਾ ਤੁਹਾਡੇ ਸਰਵੇ ਮਾਰਕ ਦੇ ਨਿਸ਼ਾਨ ਹੁੰਦੇ ਨੇ, ਸਰਵੇ ਮੈਪ ਹੁੰਦੇ ਨੇ, ਉਹਦੇ ਉੱਪਰ ਕਿਹੜਾ ਸਰਵੇ ਲੱਗਿਆ ਹੁੰਦਾ, ਸਰਵੇ ਦੇ ਮਾਰਕ ਦਰਸਾਏ ਹੁੰਦੇ, ਜਿਵੇਂ ਨਹਿਰਾਂ ਦੇ ਨਿਸ਼ਾਨ ਅਲੱਗ ਹੁੰਦੇ ਨੇ, ਠੀਕ ਹੈ। ਤੇ ਕੋਈ ਹੋਰ ਜਿਹੜੇ ਨਿਸ਼ਾਨ ਹੁੰਦੇ ਨੇ, ਵੱਖਰੇ ਨਿਸ਼ਾਨ ਸਰਵੇ ਡਿਪਾਰਟਮੈਂਟ ਦੇ ਜਿਹੜੇ ਸਰਵੇ ਤੁਸੀਂ ਦੇਖਦੇ ਹੋ ਮੈਪ ਹੁੰਦੇ ਆ, ਰੇਲਵੇ ਲਾਈਨ ਦਾ ਕੀ ਨਿਸ਼ਾਨ ਹੁੰਦਾ ਹੈ, ਨਹਿਰ ਦਾ ਕੀ ਨਿਸ਼ਾਨ ਹੁੰਦਾ ਹੈ। ਇੱਦਾਂ ਜੇ ਕੋਈ ਸਰਵੇ ਮਾਰਕ ਦਾ ਕੋਈ ਨਿਸ਼ਾਨ ਤੁਹਾਡੀ ਮਿਹਨਤੀ ਦੇ ਦੌਰਾਨ ਆ ਗਿਆ ਤਾਂ ਤੁਸੀਂ ਉਸ ਨੂੰ ਮਾਰਕ ਕਰੋਗੇ ਆਪਦੇ ਲੱਠੇ ਦੇ ਵਿੱਚ ਵੀ, ਜਿਹੜਾ ਨਕਸ਼ਾ ਤੁਸੀਂ ਨਾਲ ਬਣਾ ਰਹੇ ਹੋ। ਕਲਰਿੰਗ ਆਫ ਦਾ ਮੈਪ ਤੁਸੀਂ ਦੇਖਦੇ ਹੋ ਆਪਣੇ ਜਿਹੜੇ ਨਕਸ਼ੇ ਹੁੰਦੇ ਨੇ ਉਹਨਾਂ ਦੇ ਉੱਪਰ ਕਲਰਿੰਗ ਕੀਤੀ ਜਾਂਦੀ ਹੈ ਫਾਰ ਦਾ ਪਰਪਸ ਟੂ ਫੈਸਿਲੀਟੇਟ। ਜਿਵੇਂ ਕੋਈ ਪੰਚਾਇਤੀ ਜ਼ਮੀਨ ਹੈਗੀ ਹੈ ਉਹਨੂੰ ਵੱਖਰਾ ਕਲਰ ਦਿੱਤਾ ਜਾਂਦਾ ਹੈ, ਨਗਰ ਪੰਚਾਇਤੀ ਜ਼ਮੀਨ ਨੂੰ ਵੱਖਰਾ ਦਿੱਤਾ ਜਾਂਦਾ ਹੈ, ਕੋਈ ਚਰਾਗਾਹ ਹੈਗੀ ਉਹਨੂੰ ਵੱਖਰਾ ਕਲਰ ਦਿੱਤਾ ਜਾਂਦਾ ਹੈ। ਇਸ ਤਰੀਕੇ ਉਹ ਕਹਿੰਦੇ ਵੀ ਜੇ ਕਲਰਿੰਗ ਕਰਵਾਉਣੀ ਹੈ ਤਾਂ ਮਤਲਬ ਕਿ ਕੋਈ ਸਿਲੈਕਟਡ ਬੰਦੇ ਹੀ ਇਸ ਕੰਮ ਲਈ ਲਗਾਉਣੇ ਚਾਹੀਦੇ ਨੇ। ਇਹਦੇ ਨਾਲ ਹੋਵੇ ਵੀ ਕਲਰਿੰਗ ਕਰਦੇ ਆਪਣਾ ਬਣਾਇਆ ਜਿਹੜਾ ਰਿਕਾਰਡ ਹੈਗਾ ਉਹਨੂੰ ਖਰਾਬ ਕਰ ਲਿਆ ਜਾਵੇ, ਠੀਕ ਹੈ। ਸਪੈਸ਼ਲ ਪਰਸਨਸ ਮੇ ਵੀ ਪਟਵਾਰੀ ਮੇ ਵੀ ਕੋਈ ਹੋਰ ਵਿਅਕਤੀ ਹੈਗਾ ਜਾਂ ਕਲਰਿਸਟ ਕੋਈ ਹੋ ਸਕਦੇ ਨੇ, ਉਹਨਾਂ ਤੋਂ ਹੀ ਇਹ ਕੰਮ ਕਰਵਾਉਣਾ ਚਾਹੀਦਾ, ਅਦਰਵਾਈਜ਼ ਬੇਸ਼ੱਕ ਨਾ ਕੀਤਾ ਜਾਵੇ। ਐਬਸੋਲੂਟਲੀ ਨੈਸੈਸਰੀ ਟੂ ਏ ਫੇਅਰ ਕਾਪੀ ਮੈਪਸ ਟੂ ਬੀ ਕੈਪਟ ਇਨ ਦਾ ਫਲੈਟ ਬਾਕਸਿਸ। ਜਿਹੜੇ ਮੈਪ ਨੇ ਇਹਨਾਂ ਨੂੰ ਫਲੈਟ ਬਾਕਸਿਸ ਕਹਿੰਦੇ ਰੱਖਿਆ ਜਾਂਦਾ ਤਾਂ ਕਿ ਇਹ ਖਰਾਬ ਨਾ ਹੋਣ। ਸਪੈਸ਼ਲ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਨੇ, ਜਿਵੇਂ ਹੁਣ ਫਲੈਟ ਬਾਕਸਿਸ, ਜਿਵੇਂ ਤਹਿਸੀਲਾਂ 'ਚ ਵੀ ਤੁਸੀਂ ਦੇਖਿਆ ਹੈਗਾ ਮੈਪਿੰਗ ਸ਼ੀਟਸ, ਜਿਵੇਂ ਆਪਣੇ ਤਹਿਸੀਲਾਂ ਦੇ ਵਿੱਚ ਆਈਆਂ ਸੀਗੀਆਂ ਅਲਮਾਰੀਆਂ ਸਾਂਭੀਆਂ ਰੱਖਣ ਦੀ ਖਾਤਰ, ਇੱਦਾਂ ਦੇ ਕੋਈ ਪ੍ਰੋਸੈਸ ਜਿਹੜਾ ਹੈਗਾ ਜਿਹੜੇ ਬਣਾਏ ਜਾਂਦੇ ਆ ਫਲੈਟ ਬਾਕਸ। ਇੰਡੈਕਸ ਮੈਪ ਤੁਸੀਂ ਦੇਖਿਆ ਜਦੋਂ ਆਪਾਂ ਜਮਾਂ ਆਪਣੇ 5 ਜਾਂ 7 ਜਾਂ 10 ਜਿਹੜੇ ਨਕਸ਼ਾ ਬਣ ਜਾਂਦਾ ਹੈ, ਮਸਾਵੀ ਬਣ ਜਾਂਦੀ ਹੈ, ਠੀਕ ਹੈ। ਮਸਾਵੀ ਬਣਨ ਤੋਂ ਬਾਅਦ ਫਿਰ ਉਹਦੇ ਉੱਪਰ ਇੰਡੈਕਸ ਲੱਗ ਜਾਂਦਾ ਹੈ ਸ਼ਾਰਟ ਦੇ ਵਿੱਚ, ਤਾਂ ਕਿ ਕੋਈ ਪੋਰਸ਼ਨ ਦੇਖਣਾ ਹੈ, A ਪੋਰਸ਼ਨ, B ਪੋਰਸ਼ਨ, C ਪੋਰਸ਼ਨ ਦੇਖਣਾ ਹੈ ਤਾਂ ਉਹਦਾ ਕਿਹੜੀ ਨੰਬਰ ਮਸਾਵੀ ਦੇ ਨੰਬਰ ਲੱਗ ਜਾਂਦੇ ਨੇ। ਇਹ ਜਿਹੜਾ ਉੱਪਰ ਇੰਡੈਕਸ ਬਣਦਾ ਹੈਗਾ 240 ਕਦਮ 5.5 ਫੁੱਟ ਦੇ ਹਿਸਾਬ ਨਾਲ, ਜਿਨ ਕਿ 4 ਇੰਚ ਟੂ ਮਾਈਲ, 4 ਇੰਚਾਂ ਦਾ 1 ਮਾਈਲ ਸ਼ੋ ਕਰਕੇ ਜਿਹੜਾ ਹੈ ਉੱਪਰ ਇੰਡੈਕਸ ਤੁਸੀਂ ਦੇਖੇ ਸਾਰਿਆਂ ਨੇ, ਜਿਹੜਾ ਉੱਪਰ ਇੰਡੈਕਸ ਬਣ ਜਾਂਦਾ ਹੈਗਾ ਦੇ ਮਸਾਵੀ ਦੇ ਉੱਪਰ ਇੰਡੈਕਸ ਹੈ, ਉਹਦੀ ਗੱਲ ਕੀਤੀ ਗਈ ਹੈ ਇੱਥੇ। ਕਾਪੀਜ਼ ਆਫ ਦਾ ਵਿਲੇਜ ਮੈਪ ਰਿਕੁਆਇਰਡ। ਜਦੋਂ ਕੋਈ ਨਕਸ਼ਾ ਬਣਾ ਰਿਹਾ ਹੈ, ਮਿਹਨਤੀ ਕਰਕੇ ਨਵੇਂ ਸਿਰੇ ਤੋਂ ਨਕਸ਼ਾ ਬਣਦਾ ਹੈ, ਪਟਵਾਰੀ ਹਲਕਾ ਵੱਲੋਂ ਫੀਲਡ ਬੁੱਕ ਤਿਆਰ ਕੀਤੀ ਜਾਂਦੀ ਹੈ, ਨਾਲ ਖਤੌਨੀ ਪੈਮਾਇਸ਼ ਤਿਆਰ ਕੀਤੀ ਜਾਂਦੀ ਹੈ, ਤੇ ਨਾਲ ਹੀ ਜਿਹੜਾ ਹੈਗਾ ਨਕਸ਼ਾ ਵੀ ਨਾਲ ਬਣਦਾ ਹੈਗਾ। ਤੇ ਇਹਦੀਆਂ ਕਿੰਨੀ ਕਾਪੀਆਂ ਬਣਦੀਆਂ ਨੇ ਇਹਦੀਆਂ ਆਫ ਦਾ ਵਿਲੇਜ ਮੈਪ? 2 ਔਰ ਇਫ ਨੈਸੈਸਰੀ 3 ਕਾਪੀਜ਼, 2 ਜਾਂ 3 ਕਾਪੀਆਂ ਬਣਦੀਆਂ ਨੇ ਜੋ ਲੋੜ ਦੇ ਮੁਤਾਬਕ। ਇੱਕ ਜਿਹੜੀ ਕਾਪੀ ਹੁੰਦੀ ਹੈ ਤਹਿਸੀਲ ਦੇ ਲਈ ਬਣਦੀ ਹੈ, ਦੂਜੀ ਕਾਪੀ ਪਟਵਾਰੀ ਹਲਕਾ ਦੇ ਲਈ ਬਣਦੀ ਹੈ ਗਰਦਾਵਰੀ ਵਾਸਤੇ, ਤੇ ਤੀਜੀ ਕਾਪੀ ਜੇ ਕੋਈ ਹੋਰ ਡਿਪਾਰਟਮੈਂਟ ਹੈ, ਮੰਨ ਲਓ ਸਰਵੇ ਆਫ ਇੰਡੀਆ ਜਾਂ ਕਿਸੇ ਹੋਰ ਡਿਪਾਰਟਮੈਂਟ ਨੇ ਡਿਮਾਂਡ ਕੀਤੀ ਹੈਗੀ ਹੈ, ਤੀਜੀ ਕਾਪੀ ਉਹਦੇ ਵਾਸਤੇ ਬਣਦੀ ਹੈ। ਦੈਨ ਅ ਕੰਪੈਰੀਜ਼ਨ ਆਫ ਦਾ ਵਿਲੇਜ ਮੈਪ ਵਿਦ ਦਾ ਸਰਵੇ ਆਫ ਡਾਟਾ, ਜਿਹੜਾ ਫਿਰ ਕੰਪੈਰੀਜ਼ਨ ਕੀਤਾ ਜਾਂਦਾ ਹੈ ਸਰਵੇ ਡਿਪਾਰਟਮੈਂਟ ਦੇ ਨਾਲ। ਦੈਨ ਸੈਕਸ਼ਨਸ ਜਿਹੜੇ ਸਾਡੇ ਸਿਹਤੇ ਬਣੇ ਹੁੰਦੇ ਨੇ ਮੌਕੇ ਤੇ, ਠੀਕ ਹੈ, ਮੌਕੇ ਤੇ ਜਿਹੜੇ ਸਿਹਤੇ ਹੁੰਦੇ ਆ, ਸਿਹਤਿਆਂ ਤੋਂ ਹਾਂਜੀ ਆਂਟੀ ਲੜੀ ਨੰਬਰ ਕਿੰਨਾ ਪੜ ਰਹੇ हैं? ਹਾਂਜੀ 7वें ਦਾ ਆਂਟੀ ਦਾ ਲੜੀ ਨੰਬਰ 21 ਤੇ ਆ ਜਾਓ ਜੀ। 21 ਓਕੇ ਧੰਨਵਾਦ। ਇਹ ਕਹਿੰਦੇ ਨੇ ਵੀ ਕੰਪੈਰੀਜ਼ਨ ਕਰਨਾ ਹੁੰਦਾ ਸੀ ਡਿਸਟੈਂਸਸ ਦਾ ਬਿਟਵੀਨ ਦਾ ਟ੍ਰਾਂਜੈਕਸ਼ਨ ਪਿਲਰਸ। ਜਿਹੜੇ ਟ੍ਰਾਂਜੈਕਸ਼ਨ ਪਿਲਰ ਲੱਗੇ ਹੋਏ ਹੁੰਦੇ ਨੇ, ਸਿਹਦੇ ਤੋਖੇ ਠੱਡੇ ਜਿਹੜੇ ਲੱਗੇ ਹੋਏ ਹੁੰਦੇ ਨੇ, ਇਹਨਾਂ ਦਾ ਜਿਹੜਾ ਡਿਸਟੈਂਸ ਹੈ ਇੱਕ ਟ੍ਰਾਂਜੈਕਸ਼ਨ ਪਿਲਰ ਤੋਂ ਦੂਜੇ ਟ੍ਰਾਂਜੈਕਸ਼ਨ ਪਿਲਰ ਦਾ ਜਿਹੜਾ ਡਿਸਟੈਂਸ ਹੈ, ਇਹ ਸਾਡੇ ਕੋਲ ਵੀ ਦਰਜ ਹੁੰਦਾ ਹੈ, ਸਾਡੇ ਲੱਠਿਆਂ ਦੇ ਵਿੱਚ ਹੀ ਦਰਜ ਹੁੰਦਾ ਹੈ, ਪਰ ਇਹ ਸਰਵੇ ਆਫ ਇੰਡੀਆ ਵਾਲੇ ਕੋਲ ਵੀ ਦਰਜ ਹੁੰਦਾ ਹੈ। ਇੱਕ ਟ੍ਰਾਂਜੈਕਸ਼ਨ ਪਿਲਰ ਤੋਂ ਦੂਜੇ ਟ੍ਰਾਂਜੈਕਸ਼ਨ 'ਚ ਕਿੰਨੀ ਡਿਫਰੈਂਸ ਹੈਗਾ, 20 ਕਰਮਾਂ ਤੇ ਲੱਗਿਆ, 100 ਕਰਮਾਂ ਤੇ ਲੱਗਿਆ, 50 ਕਰਮਾਂ ਤੇ ਲੱਗਿਆ ਤੋਖਾ ਠੱਡਾ। ਇੱਕ ਤੋਖੇ ਠੱਡੇ ਤੋਂ ਦੂਜੇ ਤੋਖੇ ਠੱਡੇ ਦੀ ਜਿਹੜੀ ਦੂਰੀ ਹੈਗੀ ਹੈ ਉਹ ਕਿੰਨੀ ਹੈ, ਠੀਕ ਹੈ। ਇਹ ਹੈਗੀ ਇੱਕ ਡਿਸਟੈਂਸ ਹੈਗੀ ਹੈ। ਇਹ ਡਿਸਟੈਂਸ ਸਾਡੇ ਕੋਲ ਵੀ ਹੁੰਦਾ ਹੈ ਤੇ ਇਹ ਡਿਸਟੈਂਸ ਡਿਪਾਰਟਮੈਂਟ ਆਫ ਸਰਵੇ ਡਿਪਾਰਟਮੈਂਟ ਕੋਲ ਵੀ ਹੁੰਦਾ ਹੈ। ਹੁਣ ਜਦੋਂ ਅਸੀਂ ਮੇਜਰਮੈਂਟ ਕਰਦੇ ਹਾਂ, ਸੈਟਲਮੈਂਟ ਕਰਦੇ ਹਾਂ, ਤਾਂ ਨਾਲ ਕੀ ਹੈਗਾ ਸਰਵੇ ਡਿਪਾਰਟਮੈਂਟ ਦੇ ਜਿਹੜੇ ਟ੍ਰਾਂਜੈਕਸ਼ਨ ਪਿਲਰ ਦੀ ਡਿਸਟੈਂਸਸ
ਅਸੀਂ ਉਹਨਾਂ ਤੋਂ ਲੈਂਦੇ ਹਾਂ ਵੀ ਉਹਨਾਂ ਨੇ ਸਾਨੂੰ ਕੀ ਡਿਸਟੈਂਸਿਸ ਦਿੱਤੀਆਂ ਹੈਗੀਆਂ ਨੇ। ਜਿਵੇਂ ਇੱਕ ਪਿੰਡ ਹੈ ਉਹਦੇ 'ਚ 10 ਜਾਂ 11 ਜਿਹੜੇ ਹੈਗੇ ਟ੍ਰਾਂਜੈਕਸ਼ਨ ਪਿੱਲਰ ਲੱਗੇ ਹੋਏ ਨੇ। ਉਸ ਪਿੰਡ ਦੇ ਮੁਤਾਬਕ ABCDE ਦੇ ਨਾਮ ਦੇ ਪਿੱਲਰ ਹੈਗੇ ਆ, ਠੀਕ ਹੈ। ਮਤਲਬ ਕਿ ਦੱਸਿਆ ਜਾਂਦਾ ਹੈ ਪਿੰਡ ਕਿਹੜੇ ਪਾਸੇ ਕਿਹੜਾ ਪਿੰਡ ਲੱਗਦਾ, ਕਿਹੜੇ ਪਾਸੇ ਕਿਹੜਾ ਪਿੰਡ ਲੱਗਦਾ। ਹਰ ਧੋਖੇ ਛੱਡੇ ਦਾ ਜਿਹੜਾ ਹਰ ਸਿਹਦੇ ਦਾ ਜਿਹੜਾ ਨਾਮ ਤਾਂ ਤੁਹਾਨੂੰ ਪਤਾ ਹੈ ਵੀ ਨਾਮ ਹੁੰਦਾ ਹੈ, ਠੀਕ ਹੈ, ਵੀ ਕਿਹੜੇ ਪਿੰਡ ਦੀਆਂ 2 ਹੱਦਾਂ ਲੱਗਦੀਆਂ ਨੇ ਉਸ ਧੋਖੇ ਛੱਡੇ ਨੂੰ। ਉਹਦੇ ਮੁਤਾਬਕ ਆਇਡੈਂਟੀਫਾਈਡ ਹੁੰਦਾ ਹੈ ਵੀ ਕਿਹੜੇ ਧੋਖੇ ਛੱਡੇ ਦੀ ਅਸੀਂ ਗੱਲ ਕਰ ਰਹੇ ਹਾਂ। ਹਰ ਪਿੰਡ ਦੇ ਧੋਖੇ ਛੱਡਿਆਂ ਦੀ ਇੱਕ ਲਿਸਟ ਸਾਡੇ ਕੋਲ ਆ ਜਾਂਦੀ ਹੈ ਸਰਵੇ ਡਿਪਾਰਟਮੈਂਟ ਵੱਲੋਂ ਡਿਸਟ੍ਰਿਕਟ ਹੈੱਡਕੁਆਰਟਰ ਤੇ। ਮੰਨ ਲਓ ਆਪਾਂ ਪਿੰਡਾਂ ਦੇ ਨਾਮ ਨੂੰ ਛੱਡ ਦਈਏ। ਮੰਨ ਲਓ ਸਾਡੇ ਕੋਲੇ A ਤੋਂ ਲੈ ਕੇ ਚਲੋ 1 ਨੰਬਰ ਤੋਂ ਲੈ ਕੇ 10 ਨੰਬਰ ਤੱਕ ਧੋਖੇ ਛੱਡਿਆਂ ਦੀ ਲਿਸਟ ਆ ਗਈ, ਠੀਕ ਹੈ। 1 ਨੰਬਰ ਤੋਂ 10 ਨੰਬਰ ਤੱਕ ਜਿਹੜੇ ਧੋਖੇ ਛੱਡੇ ਆ ਉਹ ਅਸੀਂ ਵੀ ਚੈੱਕ ਕੀਤੇ ਹੈ, ਅਸੀਂ ਵੀ ਮਿਣਤੀ ਕੀਤੀ ਹੈ। ਮੰਨ ਲਓ ਇੱਕ ਦਿਨ ਦੇ ਵਿੱਚ ਅਸੀਂ ਸਿਰਫ ਅਜੇ 1 ਔਰ 2 ਧੋਖੇ ਛੱਡੇ ਦੀ ਮਿਣਤੀ ਕੀਤੇ ਹੈ। ਸਰ 1 ਤੋਂ 2 ਦੀ ਗੱਲ ਕਰ ਲਈਏ ਆਪਾਂ ਇਕੱਲੀ। 1 ਤੋਂ 2 ਦੇ ਵਿਚਕਾਰ ਕਿੰਨੀ ਡਿਸਟੈਂਸ ਹੈਗੀ ਹੈ, ਕਿੰਨੀ ਦੂਰੀ ਹੈ। ਮੰਨ ਲਓ 1 ਤੋਂ 2 ਦੇ ਵਿਚਕਾਰ ਸਾਡੇ ਕੋਲ 20 ਕਰਮਾਂ ਜਾਂ 22 ਕਰਮਾਂ ਹੈਗੀਆਂ ਨੇ। ਦੂਸਰੇ ਪਾਸੇ ਸਰਵੇ ਆਫ ਇੰਡੀਆ ਦਾ ਜਿਹੜਾ ਮੈਪ ਹੈਗਾ ਉਹਨਾਂ ਨੇ ਵੀ ਸਾਨੂੰ ਡਿਸਟੈਂਸ ਭੇਜੀ ਹੈ। ਉਹਨੇ ਆਪਣੇ ਅਕੋਰਡਿੰਗ ਜਿੰਨੀ ਉਹਨਾਂ ਕੋਲ ਰਿਕਾਰਡ ਦੇ ਵਿੱਚ ਹੈਗੀ ਹੈ ਉਹਨਾਂ ਵੀ ਸਾਨੂੰ ਡਿਸਟੈਂਸ ਭੇਜੀ ਹੈ। ਹੁਣ ਜਿਹੜਾ ਇਹ ਸੈਕਸ਼ਨ 21 ਹੈਗਾ ਇਹ ਹੈਗਾ ਕੰਪੈਰੀਜ਼ਨ ਕਰਨ ਦਾ ਵੀ ਕੀ ਸਾਡੀ ਮੇਜਰਮੈਂਟ ਸਰਵੇ ਆਫ ਇੰਡੀਆ ਦੀ ਮੇਜਰਮੈਂਟ ਦੇ ਨਾਲ ਮੇਲ ਖਾਂਦੀ ਜਾਂ ਨਹੀਂ ਖਾਂਦੀ। ਜੇ ਫਰਕ ਹੈ ਤਾਂ ਕਿੰਨਾ ਕੁ ਫਰਕ ਹੈ, ਕੀ ਇਹ ਫਰਕ ਹੈ ਜਿਹੜਾ ਇਹ ਮਤਲਬ ਕਿ ਛੱਡਣਯੋਗ ਹੈਗਾ ਜਾਂ ਇਸ ਨੂੰ ਕੋਈ ਕੰਸੀਡਰ ਕਰਨਾ ਜ਼ਰੂਰੀ ਹੈਗਾ ਜੇ ਡਿਫਰੈਂਸ ਜ਼ਿਆਦਾ ਆ ਗਿਆ, ਠੀਕ ਹੈ। ਇਹ ਮੇਜਰਮੈਂਟ ਕਿਵੇਂ ਕਰੀ ਜਾਂਦੀ ਹੈ। मेरी देख रही पिक्चर, ये ये पिक्चर देखो ध्यान नाल जी। चेक रखो। ये पिक्चर देखो ध्यान नाल। एक सियादा ए बनया हुआ है, दूजा सियादा ए बनया हुआ है। नजर आ रहा है जी ਤੁਹਾਨੂੰ? नहीं सर, हाँ नजर नहीं आ रही, नजर आ रहा है जी, देखो पीछे करो, ऊपर इधर नहीं आ रही, पीछे करो। देखो नहीं नजर नहीं आती। ਹੁਣ देखो नहीं आ रही सर जी, नहीं आ रही क्यों नहीं आ रही? सर बुक दिखती है पर वो पता नहीं लग गया, क्लियर नहीं हो रही। अब पेज हैगा नहीं, नजर आ रहा है कि नहीं? नहीं जी नहीं। स्क्रीन बड़ी करो सर। है स्क्रीन बड़ी करो, हाँ, अपनी स्क्रीन बड़ी करो जरा प्लीज। दिखाओ ना मैप करो। नहीं जी बड़ी स्क्रीन पे भी नहीं आ रही। देखो जी नहीं आ रही। चलो मैं थोड़ा ये पिक्चर पा ਦਾਂ ਉਹਦੇ ਵਿੱਚ ਬਣਾ ਕੇ, ਠੀਕ ਹੈ। ਮਤਲਬ ਕਹਿਣ ਦਾ ਭਾਵ ਇਹ ਹੈ ਵੀ ਇੱਕ ਮੰਨ ਲਓ 1 ਨੰਬਰ ਧੋਖਾ ਡੱਡਾ ਲੱਗਿਆ ਤੇ ਦੂਜੇ ਨੰਬਰ ਤੇ ਦੂਜਾ ਧੋਖਾ ਡੱਡਾ ਲੱਗਿਆ ਹੋਇਆ ਹੈ, ਠੀਕ ਹੈ। ਇਹਦੀ ਆਪਾਂ ਜਿਹੜੀ ਸਾਈਡ ਹੈ ਬਾਹਰਲੀ ਸਾਈਡ ਦੀ ਡਿਸਟੈਂਸ ਮਾਪ ਲਾਂਗੇ ਕਿੰਨੀ ਬਣਦੀ ਹੈ, ਠੀਕ ਹੈ ਜੀ। ਮੰਨ ਲਓ ਇਹ 5 ਕਰਮਾਂ ਦੀ ਸਾਈਡ ਹੈਗੀ ਹੈ ਤਾਂ ਫਿਰ ਉਸੇ ਧੋਖੇ ਠੱਡੇ ਦੇ ਉੱਪਰਲੇ ਜਿਹੜਾ ਉੱਪਰਲਾ ਧੋਖਾ ਠੱਡਾ ਲੱਗਿਆ ਹੋਇਆ ਹੈ ਉਹਦੇ ਤੋਂ ਫਿਰ ਥੱਲੇ ਪਰਪੈਂਡੀਕੂਲਰ ਗਿਰਾਂਗੇ ਨੀਚੇ ਵੱਲ। ਜਿੱਥੇ ਧੋਖਾ ਠੱਡਾ ਲੱਗਿਆ ਹੋਇਆ ਹੈ ਉਸ ਤੋਂ ਨੀਚੇ ਵੱਲ ਨੂੰ ਪਰਪੈਂਡੀਕੂਲਰ ਗਿਰਾਂਗੇ ਤੇ ਜਿਹੜਾ ਧੋਖਾ ਠੱਡਾ ਥੱਲੇ ਵਾਲਾ ਹੈਗਾ ਨੀਚੇ ਵਾਲਾ ਹੈਗਾ ਉਹਦੇ ਤੋਂ ਚੜ੍ਹਦੇ ਵੱਲ ਨੂੰ ਪਰਪੈਂਡੀਕੂਲਰ ਗਿਰਾਂਗੇ। ਦੋਨੇ ਪਰਪੈਂਡੀਕੂਲਰ ਜਾ ਕੇ ਜਿੱਥੇ ਟਕਰਾ ਗਏ ਆਪਸ ਦੇ ਵਿੱਚ ਤਾਂ ਇੱਕ ਟ੍ਰਾਇੰਗਲ ਬਣ ਜਾਂਦੀ ਹੈ, ਠੀਕ ਹੈ ਜੀ। ਇੱਕ ਧੋਖੇ ਠੱਡੇ ਤੋਂ ਦੂਜੇ ਧੋਖੇ ਠੱਡੇ ਦੀ ਜਿਹੜੀ ਡਿਸਟੈਂਸ ਹੈ, ਮੰਨ ਲਓ ਇਹਨੂੰ ਕਰਨ ਮੰਨ ਲਓ, ਆਪਾਂ ਕਰਨ ਮੰਨ ਲਓ ਇਸਨੂੰ ਵੀ ਇਹ ਕਰਨਾ ਹੈ। ਸਪੋਜ਼ ਇਹ ਕਰਨ ਜਿਹੜੀ ਇਹਦੀ ਡਿਸਟੈਂਸ ਜਿਹੜੀ 5 ਕਰਮਾਂ ਦੀ ਹੈਗੀ ਹੈ, ਠੀਕ ਹੈ।
ਇਸ ਕਰਨ ਦੀ ਜਿਹੜਾ ਉੱਪਰਲਾ ਤੋਖਾ ਠੱਡਾ ਹੈਗਾ ਉਸ ਤੋਂ ਥੱਲੇ ਪਰਪੈਂਡੀਕੂਲਰ ਗੇਰ ਲਾਂਗੇ ਇੱਕ ਸਰ ਨੀਚੇ ਤੁਹਾਡੇ ਵੱਲ। ਬੋਰਡ ਲੱਗਾ ਹੈ, ਬੋਰਡ ਤੇ ਸਮਝਾ ਦਿਓ ਤਾਂ ਕਿ ਬੋਰਡ ਤੇ ਜਿੱਦਾਂ ਉਰਦੂ ਵਾਲਾ ਸਮਝਾਉਂਦੇ ਸੀ ਉੱਤੇ ਸਮਝਾ ਦਿਓ। ਬੈਕ ਸਾਈਡ ਬੋਰਡ ਲੱਗਾ ਹੈ ਤੁਹਾਡੇ, ਦੇਖੋ ਤਾਂ ਉੱਤੇ ਜੇ ਬਣਦੀ ਤਾਂ ਗੱਲ। ਨਹੀਂ ਉਹ ਤੇ ਨਹੀਂ ਬਣੇਗੀ। ਮੈਂ ਤੁਹਾਨੂੰ PDF ਪਾ ਲਾਂਗੇ ਦੀ ਬਣਾ ਕੇ ਨਕਸ਼ੇ ਦੀ। ਮੈਂ ਤੁਹਾਨੂੰ ਸਿੰਪਲ ਜੀ ਸਮਝਾ ਰਿਹਾ, ਦੇਖੋ ਇੱਕ ਵਾਰੀ ਸਮਝੋ, ਥੋੜਾ ਧਿਆਨ ਨਾਲ ਦਿਓ। ਮੰਨ ਲਓ ਤੋਖਾ ਠੱਡਾ ਨੰਬਰ 1, ਤੋਖਾ ਠੱਡਾ ਨੰਬਰ 2। ਤੋਖਾ ਠੱਡਾ ਨੰਬਰ 1 ਜਿਹੜਾ ਸਾਈਡ ਤੇ ਲੱਗਿਆ ਹੋਇਆ ਉਹ ਥੋੜਾ ਨੀਚੇ ਵਾਲਾ ਹੈਗਾ। ਤੋਖਾ ਠੱਡਾ ਨੰਬਰ 2 ਹੈਗਾ ਉੱਪਰ ਹੈ, ਥੋੜਾ ਜਿਹਾ 5 ਕਰਮ ਉੱਪਰ ਜਾ ਕੇ ਲੱਗਿਆ ਹੋਇਆ ਹੈ। ਠੀਕ ਹੈ, ਹੁਣ ਇਹ ਬਣ ਗਿਆ ਕਰਨ, ਇੱਕ ਕਰਨ ਬਣ ਗਿਆ ਕਿਉਂਕਿ ਇਹ ਦੂਜੇ ਪਿੰਡ ਦੀ ਸਾਈਡ ਦੇ ਦੂਜੇ ਪਿੰਡ ਦੀ ਇਹਦੇ ਨਾਲ ਲੱਗਦਾ ਦੂਜਾ ਪਿੰਡ ਆ ਗਿਆ। ਠੀਕ ਹੈ, ਇਹ ਕਰਨ ਬਣ ਗਿਆ ਟੇਢਾ। ਟੇਢੇ ਕਰਨ ਤੇ ਤਾਂ ਤੋਖੇ ਠੱਡੇ ਨੰਬਰ 2 ਤੋਂ ਅਸੀਂ ਥੱਲੇ ਵੱਲ ਨੂੰ ਪਰਪੈਂਡੀਕੂਲਰ ਗੇਰਾਂਗੇ ਨੀਚੇ ਵੱਲ ਨੂੰ। ਸਪੋਜ਼ ਉਹਦੀ ਬਾਹੀ 3 ਕਰਮਾਂ ਦੀ ਹੈ ਤੇ ਥੱਲੋਂ ਅਸੀਂ ਬੇਸ ਬਣਾ ਲਾਂਗੇ ਇੱਕ ਤੋਖੇ ਠੱਡੇ ਤੋਂ ਦੂਜੇ, ਇੱਕ ਤੋਖੇ ਠੱਡੇ ਤੋਂ ਅਸੀਂ ਪੈਰਲਲ ਬੇਸ ਲਾਈਨ ਬਣਾ ਲਾਂਗੇ। ਇੱਕ ਟ੍ਰਾਇੰਗਲ ਕੈਮ ਹੋ ਜਾਂਦੀ ਹੈ। ਇਹ ਟ੍ਰਾਇੰਗਲ ਦੀਆਂ ਜਿਹੜੀਆਂ ਕਰਮਾਂ ਹੈਗੀਆਂ ਨੇ ਕਿੰਨੀਆਂ ਨੇ, ਹੁਣ ਤਿੰਨ ਸਾਡੇ ਕੋਲੇ ਇੱਕ ਤੋਖੇ ਠੱਡੇ ਤੋਂ ਲੈ ਕੇ ਦੂਜੇ ਤੋਖੇ ਠੱਡੇ ਤੱਕ ਸਾਡੇ ਕੋਲ 3 ਲਾਈਨਾਂ ਬਣ ਗਈਆਂ। ਇੱਕ ਬਣ ਗਈ ਕਰਨ ਬਣ ਗਈ, ਇੱਕ ਲੰਬ ਬਣ ਗਿਆ ਤੇ ਇੱਕ ਆਧਾਰ ਬਣ ਗਿਆ। ਠੀਕ ਹੈ, ਇਹ ਤਿੰਨੇ ਜਿਹੜੀਆਂ ਕਰਮਾਂ ਹੈਗੀਆਂ ਨੇ ਇਹਨਾਂ ਨੂੰ ਅਸੀਂ ਨੋਟ ਕਰ ਲਵਾਂਗੇ। ਤੇ ਇਸੇ ਤਰੀਕੇ ਦੇ ਨਾਲ ਜਿਹੜਾ ਸਰਵੇ ਡਿਪਾਰਟਮੈਂਟ ਹੈਗਾ, ਤੁਸੀਂ ਅੱਗੇ ਦੇਖੋ ਇੰਡੈਕਸ ਬਣਿਆ ਹੋਇਆ ਤੁਹਾਡੇ ਕੋਲ, ਇੱਕ ਇੰਡੈਕਸ ਚੈੱਕ ਕਰੋ ਜੀ। ਇੰਡੈਕਸ ਬਣਿਆ ਹੋਇਆ ਇੱਕ, ਇਹ ਦੇਖੋ ਜਰਾ ਧਿਆਨ ਨਾਲ। ਪਿੰਡ ਦਾ ਨੰਬਰ ਲਿਖਿਆ ਹੋਇਆ, ਮੰਨ ਲਓ ਕੋਈ ਪਿੰਡ ਹੈਗਾ, ਨੇਮ ਆਫ ਦਾ ਵਿਲੇਜ ਹੈ, ਅੱਗੇ ਆ ਗਿਆ ਤੋਖਾ ਠੱਡਾ 1 ਤੋਂ 2। ਤੋਖਾ ਠੱਡਾ 1 ਤੋਂ 2 ਦੀ ਦੂਰੀ ਕਿੰਨੀ ਹੈ? 576 ਕਰਮਾਂ ਹੈਗੀਆਂ ਨੇ। ਇੱਕ ਮਿੰਟ ਜੀ ਪਲੀਜ਼ ਵੇਟ। ਜਿਵੇਂ 576 ਤੁਸੀਂ ਦੇਖੋਗੇ, 576 ਹੈਗਾ ਬੇਸ ਬਣ ਗਿਆ। ਜਿਵੇਂ ਤੁਹਾਨੂੰ ਇੱਕ ਬੇਸ ਲਾਈਨ ਬਣ ਜਾਏਗੀ। ਦੂਜੇ ਪਾਸੇ 512 ਲਿਖੀ ਵੀ ਹੈ, ਇਹ ਬਣ ਗਈ ਇੱਕ ਪਰਪੈਂਡੀਕੂਲਰ ਲਾਈਨ। ਜਿਹੜੀ ਤੀਜਾ ਪੁਆਇੰਟ ਹੈਗਾ 771, 771 ਬਣ ਗਿਆ ਕਰਨ, ਇੱਕ ਠੱਡੇ ਤੋਂ ਲੈ ਕੇ ਦੂਜੇ ਠੱਡੇ ਤੱਕ ਦਾ ਕਰਨ ਬਣ ਗਿਆ। ਠੀਕ ਹੈ ਜੀ, ਇਹ ਕਰਨ ਦਾ ਜਿਹੜਾ ਸਾਈਜ਼ ਹੈ 771 ਕਰਮਾਂ ਹੈਗੀਆਂ ਮੌਕੇ ਤੇ। ਹੁਣ ਜਿਹੜਾ ਸਰਵੇ ਆਫ ਇੰਡੀਆ ਹੈ, ਸਰਵੇ ਆਫ ਇੰਡੀਆ ਦਾ ਜਿਹੜਾ ਅਗਲਾ ਕਾਲਮ ਹੈਗਾ 8 ਨੰਬਰ 8, 9 ਤੇ 10 ਕਾਲਮ ਜਿਹੜੇ ਹੈਗੇ ਨੇ, 8 ਤੇ 9 ਇਹ ਕਾਲਮ ਹੈਗੇ ਨੇ ਸਰਵੇ ਆਫ ਇੰਡੀਆ ਵੱਲੋਂ ਆਏ ਹੋਏ ਨੇ ਸਾਡੇ ਪਾਸ। ਸਰਵੇ ਆਫ ਇੰਡੀਆ ਨੇ ਕਿਹਾ ਵੀ ਜਿਹੜਾ 1 ਤੋਂ 2 ਜਿਹੜਾ ਤੋਖਾ ਠੱਡਾ ਹੈਗਾ, ਜਿਹੜੀ ਉਹਦਾ ਡਿਫਰੈਂਸ ਹੈ ਆਪਸ ਦੇ ਵਿੱਚ, ਉਹ 4.234 ਫੁੱਟ ਹੈਗਾ। ਮਤਲਬ ਕਹਿਣ ਦਾ ਭਾਵ ਹੈ ਵੀ 770 ਆਪਣੇ ਕੋਲੇ ਮੇਜਰਮੈਂਟ ਦੇ ਵਿੱਚ ਆਇਆ 771 ਤੇ ਇੱਕ ਤੋਂ ਦੂਜੇ ਤੋਖੇ ਠੱਡੇ ਦੀ ਜਿਹੜੀ ਦੂਰੀ ਹੈ ਆਪਣੇ ਕੋਲੇ 771 ਆਈ ਹੈ ਤੇ ਸਰਵੇ ਆਫ ਇੰਡੀਆ ਦੀ 772 ਹੈਗੀ ਹੈ। ਯਾਨੀ ਕਿ ਸਾਡੇ ਕੋਲ ਜਿਹੜੀ ਦੂਰੀ ਹੈਗੀ ਹੈ 1+1 ਜਿਹੜੀ ਹੈਗੀ ਹੈ ਜ਼ਿਆਦਾ ਆਈ ਹੈ। ਠੀਕ ਹੈ ਜੀ, ਕਹਿਣ ਦਾ ਭਾਵ ਹੈਗਾ ਜਿਹੜਾ ਫਰਕ ਕਿੰਨਾ ਹੈਗਾ, 1% ਤੋਂ ਵੀ ਘੱਟ ਦਾ ਫਰਕ ਹੈਗਾ। ਜਿੱਥੇ ਸਾਡੇ ਕੋਲ ਇੰਨਾ ਡਿਫਰੈਂਸ ਘੱਟ ਹੋਵੇ ਤਾਂ ਉਸ ਨੂੰ ਅਸੀਂ ਇਗਨੋਰ ਕਰਦੇ ਹਾਂ। ਇਹ ਜਿਹੜੀ ਹੈਗੀ ਤੁਹਾਡੀ ਇੱਕ ਕੰਪੈਰੀਜ਼ਨ ਜਿਹੜੀ ਲਿਸਟ ਹੈਗੀ ਹੈ ਬਣਦੀ ਹੈ ਨਾਲ ਨਾਲ, ਜਿਹੜੀ ਕਿ ਹੈੱਡਕੁਆਟਰ ਤੇ ਹੁੰਦੀ ਹੈ। ਹੈੱਡਕੁਆਟਰ ਤੇ ਸਾਡੀ ਮਿਣਤੀ ਨੂੰ ਦੇਖਦੇ ਇਹ ਜਿਹੜੀ ਹੈਗੀ ਹੈ ਹੈੱਡਕੁਆਟਰ ਦੇ ਨਾਲ ਚੈਕਿੰਗ ਚੱਲਦੀ ਰਹਿੰਦੀ ਹੈ। ਪਹਿਲਾ ਕਾਲਮ ਸਮਝ ਆਇਆ ਜੀ ਤੁਹਾਨੂੰ? ਆਵਾਜ਼ ਆ ਰਹੀ ਜੀ ਮੇਰੀ? ਆਵਾਜ਼ ਕਿਉਂ ਬੰਦ ਹੋ ਗਈ? ਹੈਲੋ
ਆ ਰਹੀ ਹੈ ਜੀ, ਆਵਾਜ਼ ਆ ਰਹੀ ਹੈ। ਓਕੇ ਓਕੇ, ਆ ਜੀ ਪਹਿਲਾ ਕਾਲਮ ਚੈੱਕ ਕੀਤਾ ਜੀ ਤੁਸੀਂ? ਪਹਿਲਾ ਕਾਲਮ ਤੁਹਾਡੇ ਕੋਲ ਹੈਗਾ? ਤੁਹਾਡੇ ਕੋਲ ਇਹ ਜਿਹੜਾ ਡਰਾਇੰਗ ਬਣੀ ਹੋਈ ਹੈ, ਨਕਸ਼ਾ ਬਣਿਆ ਹੋਇਆ ਹੈ ਤੁਹਾਡੇ ਕਿਤਾਬਾਂ ਦੇ ਵਿੱਚ? ਹਾਂਜੀ ਬਣਿਆ ਵਾ ਸਰ, ਬਣਿਆ ਜੀ ਬਣਿਆ ਹੋਇਆ ਜੀ? ਹਾਂਜੀ ਹਾਂਜੀ ਹਾਂ ਦੇਖੋ ਨਾ, ਪਹਿਲਾ ਪਿੰਡ ਦਾ ਨਾਮ ਲਿਖਿਆ ਹੈ ਮਹਮ ਪਿੰਡ ਹੈ। ਮਹਮ ਪਿੰਡ ਦਾ ਜਿਹੜਾ ਅੱਗੇ ਲਿਖਿਆ ਹੋਇਆ ਹੈ ਗੁਆਂਢੀ ਪਿੰਡ ਕਿਹੜਾ ਉਹਦਾ, ਤੀਜੇ ਕਾਲਮ ਵਿੱਚ। ਚੌਥੇ ਕਾਲਮ ਦੇ ਵਿੱਚ ਲਿਖਿਆ ਹੋਇਆ ਹੈ ਦੋਖੇ ਠੱਡਾ, 1 ਤੋਂ ਲੈ ਕੇ 2 ਜਾ, 1 ਤੋਂ ਲੈ ਕੇ 2, ਇੱਕ ਦੋਖਾ ਠੱਡਾ ਤੇ ਦੂਜਾ ਦੋਖਾ ਠੱਡਾ। ਪੰਜਵੇਂ ਕਾਲਮ 'ਚ ਲਿਖਿਆ ਹੋਇਆ ਹੈ ਉਹਦਾ ਬੇਸ, ਆਧਾਰ ਕਿੰਨਾ ਬਣ ਗਿਆ, ਜਿਹਦੇ ਉੱਤੇ ਅਸੀਂ ਟ੍ਰਾਇੰਗਲ ਬਣਾਈ। 1 ਤੋਂ ਦੂਜੇ ਦੋਖੇ ਠੱਡੇ ਦੇ ਨਾਲ ਅਸੀਂ ਹੈਗਾ ਕਾਇਮ ਕਰਕੇ ਇੱਕ ਪਰਪੈਂਡੀਕੂਲਰ ਗਿਰ ਕੇ ਇੱਕ ਬੇਸ ਬਣਾ ਕੇ ਅਸੀਂ ਟ੍ਰਾਇੰਗਲ ਬਣਾ ਲੈਣੇ ਆ। ਉਸ ਟ੍ਰਾਇੰਗਲ ਦਾ ਇਹ 576 ਬੇਸ ਹੈਗਾ ਤੇ 512 ਹੈਗਾ ਆਧਾਰ ਹੈਗਾ, ਤੇ 771 ਜਦੋਂ ਅਸੀਂ ਮਿਣਤੀ ਕਰਕੇ ਜਿਹੜਾ ਹੈਗਾ ਪੈਥਾਗੋਰਸ ਦੇ ਫਾਰਮੂਲੇ ਦੇ ਰਾਹੀਂ ਜਦੋਂ ਅਸੀਂ ਰਕਬਾ ਕੱਢਦੇ ਆ ਤਾਂ ਇਹ ਜਿਹੜੀ ਡਿਸਟੈਂਸ ਹੈ 771 ਬਣ ਜਾਂਦੀ ਹੈ। ਤੇ ਜਿਹੜਾ ਸਰਵੇ ਆਫ ਇੰਡੀਆ ਹੈ ਉਹਨੇ 770 ਦਿਖਾਈ ਗਈ ਹੈ, ਸਾਡੀ 771 ਹੈਗੀ ਹੈ। ਇਹ +1 ਜਿਹੜੀ ਸਾਡੀ ਜ਼ਿਆਦਾ ਹੈਗੀ ਹੈ, ਤੇ ਜਿਹੜਾ ਡਿਫਰੈਂਸ ਹੈ ਇਹ 1% ਦੇ ਕਰੀਬ ਹੈਗਾ, ਤੇ ਇਸ ਨੂੰ ਜਿਹੜਾ ਹੈਗਾ ਇਗਨੋਰ ਕਰ ਦਿੱਤਾ ਜਾਂਦਾ ਹੈ। ਇਹ ਕੋਈ ਖਾਸ ਗੱਲ ਨਹੀਂ ਹੈ, ਇਹ ਪੇਪਰ 'ਚ ਨਹੀਂ ਆਉਂਦਾ, ਇਹ ਕੁਐਸਚਨ ਨਹੀਂ ਆਉਂਦਾ, ਪਰ ਜ਼ਿਆਦਾ ਟੈਕਨੀਕਲ ਹੈਗਾ। ਠੀਕ ਹੈ ਜੀ, ਅੱਗੇ ਚਲੋ ਜੀ। ਚੈੱਕ ਐਟ ਦਾ ਹੈਡਕੁਆਟਰ, ਇਹ ਜਿਹੜੀ ਡਿਸਟੈਂਸਿਸ ਹੈਗੀਆਂ ਨੇ ਕਾਲਮ ਨੰਬਰ 22 'ਚ ਹੈਗਾ, ਇਹ ਡਿਸਟੈਂਸਿਸ ਜਿਹੜੀਆਂ ਹੈਗੀਆਂ ਨੇ ਹੈਡਕੁਆਟਰ ਦੇ ਉੱਪਰ ਰੈਗੂਲਰ ਚੈੱਕ ਹੁੰਦੀਆਂ ਨੇ, ਜਿਉਂ ਮਿਣਤੀ ਹੁੰਦੀ ਹੈ। ਠੀਕ ਹੈ, ਨਾਲ ਇਹ ਚੈਕਿੰਗ ਚੱਲਦੀ ਰਹਿੰਦੀ ਹੈ। ਨੈਕਸਟ ਆ ਗਿਆ ਜੀ ਰਜਿਸਟਰ ਐਟ ਹੈਡਕੁਆਟਰ। ਜਿਹੜੀ ਸਾਰੀ ਅਸੀਂ ਮਿਣਤੀ ਕਰਦੇ ਹਾਂ, ਇਹ ਮਿਣਤੀ ਕਰਕੇ ਨਾਲ ਜਿਹੜੀ ਇਹਦੀ ਪਰਮਿਸ਼ ਹੈਗੀ ਹੈ ਇਹ ਸੈਟਲਮੈਂਟ ਆਫੀਸਰ ਦੇ ਥਰੂ ਇਹ ਡਿਸਟ੍ਰਿਕਟ ਹੈਡਕੁਆਟਰ ਤੇ ਜਾਂਦੀ ਰਹਿੰਦੀ ਹੈ। ਇਹ ਨਾਲ ਖਤੌਨੀ ਪਰਮਿਸ਼ ਵਗੈਰਾ ਜਿਹੜਾ ਸਾਰਾ ਰਿਕਾਰਡ ਹੈਗਾ, ਇੱਕ ਜਿਹੜਾ ਕੰਪੈਰੀਜ਼ਨ ਦਾ ਰਿਕਾਰਡ ਹੈ, ਕੰਪੈਰੀਜ਼ਨ ਰਿਕਾਰਡ ਸਪੈਸ਼ਲੀ ਤੌਰ ਤੇ ਡਿਸਟ੍ਰਿਕਟ ਹੈਡਕੁਆਟਰ ਤੇ ਕਾਇਮ ਰਹਿੰਦਾ ਹੈ। ਅੱਗੇ ਸੈਕਸ਼ਨ 24 ਚ ਆ ਗਿਆ ਸਕੇਲ ਆਫ ਕਾਕਾ ਐਂਡ ਇੰਡੈਕਸ ਮੈਪ। ਜਿਹੜੀ ਸਕੇਲ ਹੈ ਕਹਿੰਦੇ ਉਹ 4 ਇੰਚਾਂ ਬਰਾਬਰ 1 ਮੀਲ ਦੇ ਮੁਤਾਬਕ ਜਿਹੜਾ ਇੰਡੈਕਸ ਹੈ ਬਣਾਇਆ ਜਾਂਦਾ ਹੈ, ਜਿਹੜਾ ਇਹ ਉੱਪਰ ਲੱਗਦਾ ਜੇ ਮਸਾਵੀ ਦੇ ਉੱਪਰ। ਪ੍ਰੋਸੀਜਰ ਕੀ ਅਡਾਪਟ ਹੁੰਦਾ ਹੈਗਾ ਐਸ ਸੂਨ ਹੈ ਜਦੋਂ ਜਿਉਂ ਪਟਵਾਰੀ ਹੈਗਾ ਹੈਜ਼ ਟ੍ਰਾਇੰਗਲਸ, ਜਦੋਂ ਪਟਵਾਰੀ ਹਲਕਾ ਵੱਲੋਂ ਮਿਣਤੀ ਕਰਕੇ ਜਦੋਂ ਜਿਸ ਦਿਨ ਕਿਤੇ ਸਿਆਦਾ ਦੀ ਮਿਣਤੀ ਹੁੰਦੀ ਹੈ, ਠੀਕ ਹੈ, ਸਿਆਦੇ ਦੀ ਮਿਣਤੀ ਜਦੋਂ 2 ਸਿਆਦਿਆਂ ਦੀ ਘੱਟੋ ਘੱਟ ਮਿਣਤੀ ਕਿਸੇ ਵੀ ਮਤਲਬ ਕਿ ਦਿਨ ਜਦੋਂ ਹੁੰਦੀ ਹੈ ਤਾਂ ਉਸ ਵੇਲੇ ਉਸ ਸਿਆਦਿਆਂ 'ਚ ਟ੍ਰਾਇੰਗਲ ਬਣਾ ਕੇ ਜਿਹੜਾ ਹੈਗਾ ਉਹ ਫੀਲਡ ਨਕਸ਼ਾ ਬਣਾ ਕੇ ਜਿਹੜੇ ਪਹਿਲੇ 5 ਕਾਲਮ ਹੁੰਦੇ ਆ, ਠੀਕ ਹੈ, ਇਹ ਪਟਵਾਰੀ ਹਲਕਾ ਵੱਲੋਂ ਭਰ ਕੇ ਇਹ ਨਾਲ ਭੇਜ ਦਿੱਤੇ ਜਾਂਦੇ ਆ ਸੈਟਲਮੈਂਟ ਆਫੀਸਰ ਦੇ ਥਰੂ, ਤਾਂ ਕਿ ਜਾ ਕੇ ਜਿਹੜਾ ਹੈਗਾ ਸੈਟਲਮੈਂਟ ਆਫੀਸਰ ਜਿਹੜਾ ਹੈਡਕੁਆਟਰ ਹੈਗਾ ਡਿਸਟ੍ਰਿਕਟ ਹੈਡਕੁਆਟਰ ਤੇ ਜਾ ਕੇ ਦੀ ਜਿਹੜੀ ਫਰਮਾਇਸ਼ ਹੈ ਜਿਹੜੀ ਸਰਵੇ ਆਫ ਇੰਡੀਆ ਦੇ ਨਾਲ ਮੇਲ ਖਾਂਦੀ ਰਹੇ, ਕੰਪੈਰੀਜ਼ਨ ਹੁੰਦਾ ਰਹੇ। Comparison of the area report and register prescribed where area of the village have been calculated by the imperial survey। ਫਿਰ ਨਾਲ ਹੀ ਇਹ ਜਿਹੜਾ ਪਿੰਡ ਦਾ ਪੂਰਾ ਸਰਵੇ ਜਦੋਂ ਹੋ ਜਾਂਦਾ ਹੈ ਤਾਂ ਪਿੰਡ ਦਾ ਕੁੱਲ ਰਕਬਾ ਕਿੰਨਾ ਸੀਗਾ, ਅਸੀਂ ਕੁੱਲ ਰਕਬਾ ਕਿੰਨਾ ਕੀਤਾ ਹੈਗਾ, ਇਹਦਾ ਵੀ ਨਾਲ ਜਿਹੜਾ ਹੈਗਾ ਸਰਵੇ ਆਫ ਇੰਡੀਆ ਦੇ ਨਾਲ ਇਹ ਜਿਹੜਾ ਤੁਸੀਂ ਮੈਪ ਅੱਗੇ ਦੇਖ ਰਹੇ ਹੋ ਕਿ ਕੰਪੈਰੀਜ਼ਨ ਆਫ ਦਾ ਏਰੀਆ, ਇਹ ਨਕਸ਼ਾ ਬਣਾਇਆ ਗਿਆ। ਨੰਬਰ ਆਫ ਦਾ ਵਿਲੇਜ ਕੀ ਹੈ, ਨੇਮ ਆਫ ਦਾ ਵਿਲੇਜ, ਠੀਕ ਹੈ, ਇੰਪੀਰੀਅਲ ਸਰਵੇ ਦਾ ਕੀ ਰਿਕਾਰਡ ਸੀਗਾ, ਕਿੰਨਾ ਫਰਕ ਆਇਆ ਹੈਗਾ, ਇਹ ਇੱਕ ਨਕਸ਼ਾ ਨਾਲ ਜਿਹੜਾ ਹੈਗਾ ਬਣ ਜਾਂਦਾ ਹੈ। ਡਿਸਟ੍ਰੀਬਿਊਸ਼ਨ ਆਫ ਪਰਚਾ ਬੁੱਕਸ, ਜਦੋਂ ਕੀ ਹੈਗਾ ਤੁਹਾਡੀ ਪਰਮਿਸ਼ ਹੋ ਗਈ, ਕੰਪਲੀਟ ਪਰਮਿਸ਼ ਹੋ ਗਈ, ਤੁਸੀਂ ਖਤੌਨੀ ਪਰਮਿਸ਼ ਤਿਆਰ ਕਰ ਲਈ, ਸਾਰੇ ਪਿੰਡ ਦੀ ਖਤੌਨੀ ਪਰਮਿਸ਼ ਤਿਆਰ ਕਰ ਲਈ, ਠੀਕ ਹੈ, ਜਾਂ ਤਾਂ ਤੁਸੀਂ ਨਾਲ ਦੇ ਸਕਦੇ ਹੋ ਖਤੌਨੀ ਪਰਮਿਸ਼ ਨਾਲ ਬੰਦੀ ਜਾ ਰਹੀ ਹੈ, ਫਿਰ ਤਾਂ ਤੁਸੀਂ ਮਾਲਕਾਂ ਨੂੰ ਨਾਲ ਖਤੌਨੀ ਪਰਮਿਸ਼ ਦਾ ਪਰਚਾ ਇੱਕ ਦਿੰਦੇ ਜਾ ਸਕਦੇ ਹੋ। ਜੇਕਰ ਨਾਲ ਨਹੀਂ ਦਿੱਤਾ ਜਾ ਸਕਿਆ ਤਾਂ ਖਤੌਨੀ ਪਰਮਿਸ਼ ਤਿਆਰ ਜਦੋਂ ਤੁਹਾਡੇ ਕੋਲੇ ਹੋ ਗਈ, ਇਕੱਲੇ ਮਾਲਕ ਦੀ ਜ਼ਮੀਨ ਮਿਣੀ ਗਈ, ਉਹਦੇ ਕਿਹੜੇ ਨੰਬਰ ਖਸਰਾ ਨੇ, ਕਿੰਨਾ ਉਹਦਾ ਰਕਬਾ ਹੈਗਾ, ਠੀਕ ਹੈ, ਉਹਦੇ ਫਿਰ ਇੱਕ ਜਿਹੜਾ ਪਰਚਾ ਹੈਗਾ ਤੁਸੀਂ ਸਾਰੇ ਮਾਲਕਾਂ ਨੂੰ ਦਿਓਗੇ। ਜੇਕਰ ਇਕੱਠੇ ਮਾਲਕ ਦੇ ਸਾਂਝੀ ਖੇਪ ਹੈਗੀ ਤਾਂ ਇੱਕ ਪਰਚਾ ਦੇ ਦੋਗੇ ਇੱਕ ਮਾਲਕ ਨੂੰ, ਜੇ ਕੋਈ ਦੂਜਾ ਮਾਲਕ ਵੀ ਡਿਮਾਂਡ ਕਰਦਾ ਤਾਂ ਫਿਰ ਉਹਦੀ ਕਾਪੀ ਹੈਗੀ ਹੈ, ਉਹਨੂੰ ਵੀ ਦਿੱਤੀ ਜਾ ਸਕਦੀ ਹੈ। ਨੈਕਸਟ ਆ ਗਿਆ ਜੀ ਅਪੈਂਡਿਕਸ ਨੰਬਰ 8। ਅਪੈਂਡਿਕਸ ਨੰਬਰ 8 'ਚ ਕੀ ਹੈਗਾ, ਸਟੈਂਡਿੰਗ ਰਿਕਾਰਡ, ਜਿਹੜੀ ਸਾਡੀ ਜਮ੍ਹਾਂਬੰਦੀ ਹੁੰਦੀ ਹੈ, ਸਾਡਾ ਸਟੈਂਡਿੰਗ ਰਿਕਾਰਡ ਹੁੰਦਾ ਹੈ, ਠੀਕ ਹੈ। ਸਟੈਂਡਿੰਗ ਰਿਕਾਰਡ ਦਾ ਇੱਕ ਪਾਰਟ ਹੈ ਜਿਹੜਾ ਸੱਜਣ ਨਸਬ ਹੁੰਦਾ ਮਾਲਕਾਂ, ਕੁਰਸੀਨਾਮਾ, ਪੈਡੀਗਰੀ ਟੇਬਲ, ਠੀਕ ਹੈ, ਇਹਨੂੰ ਸੱਜਣ ਨਸਬ ਵੀ ਕਹਿੰਦੇ ਹਾਂ ਅਸੀਂ, ਕੁਰਸੀਨਾਮਾ ਵੀ ਕਹਿੰਦੇ ਹਾਂ, ਜੀਓਲੋਜੀਕਲ ਟਰੀ ਵੀ ਕਿਹਾ ਜਾਂਦਾ ਹੈ, ਪੈਡੀਗਰੀ ਟੇਬਲ ਵੀ ਕਿਹਾ ਜਾਂਦਾ ਹੈ, ਠੀਕ ਹੈ। ਇਹ ਸਾਡਾ ਨਾਲ ਇਹ ਹੈਗਾ
ਇਹ ਵੀ ਇੱਕ ਪਾਰਟ ਹੁੰਦਾ ਹੈ ਜਮ੍ਹਾਂਬੰਦੀ ਦਾ। ਇਹ ਤੁਹਾਨੂੰ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਕਿਵੇਂ ਬਣਾਇਆ ਜਾਂਦਾ ਹੈ, ਕਿਸ ਤਰ੍ਹਾਂ ਬਣਾਇਆ ਜਾਂਦਾ ਹੈ। ਪਹਿਲਾਂ ਇਹ ਬਣਦਾ ਕੌਮ ਵਾਈਜ਼, ਟੋਟਲ ਪਿੰਡ ਦੇ ਵਿੱਚ ਕਿੰਨੀਆਂ ਕੌਮਾਂ ਨੇ, ਠੀਕ ਹੈ। ਪਹਿਲਾਂ ਟੋਟਲ ਪਿੰਡ 'ਚ ਕਿੰਨੀਆਂ ਕੌਮਾਂ ਨੇ ਉਹਦੀ ਇੱਕ ਲਿਸਟ ਬਣਾ ਲਈ ਜਾਂਦੀ ਹੈ। ਜਿਹੜੇ ਪਿੰਡ ਜਿਹੜੇ ਮਾਲਕ ਹੋਣ, ਕਿਹੜੀ ਕਿਹੜੀ ਕੌਮ ਦੇ ਜਿਹੜੇ ਮਾਲਕ ਨੇ ਉਹਨਾਂ ਦੀ ਇੱਕ ਲਿਸਟ ਬਣਾ ਲਈ ਜਾਂਦੀ ਹੈ ਕੌਮ ਵਾਈਜ਼, ਠੀਕ ਹੈ। ਮੰਨ ਲਓ ਪਿੰਡ ਦੇ ਵਿੱਚ ਤਿੰਨ ਚਾਰ ਜਾਂ ਪੰਜ ਕੌਮਸ ਹੈਗੀਆਂ ਨੇ, ਜਿਵੇਂ ਜੱਟ ਹੋ ਗਏ, ਬ੍ਰਾਹਮਣ ਹੋ ਗਏ, ਅਲੱਗ-ਅਲੱਗ ਕਾਸਟ ਦੀਆਂ ਜਿਹੜੇ ਕੌਮਾਂ ਹੈਗੀਆਂ ਨੇ ਉਹਨਾਂ ਦੇ ਮੁਤਾਬਕ ਲਿਸਟ ਬਣਾ ਲਈ ਜਾਂਦੀ ਹੈ। ਫਿਰ ਇੱਕ ਕੌਮ ਦੇ ਗੋਤਾਂ ਨੂੰ ਸੀਰੀਅਲ ਵਾਈਜ਼ ਕਰ ਲਿਆ ਜਾਂਦਾ ਹੈ। ਇੱਕ ਕੌਮ ਦੇ ਗੋਤਾਂ ਨੂੰ ਸੀਰੀਅਲ ਵਾਈਜ਼ ਕਰ ਲਿਆ ਜਾਂਦਾ ਹੈ, ਠੀਕ ਹੈ। ਜਦੋਂ ਕੁਰਸੀਨਾਮਾ ਬਣਦਾ ਹੈ, ਜਦੋਂ ਇੱਕ ਕੌਮ ਖਤਮ ਹੋ ਜਾਂਦੀ ਹੈ, ਇੱਕ ਕੌਮ ਦੇ ਫਿਰ ਜਿਹੜੇ ਗੋਤ ਨੇ, ਗੋਤਾਂ ਤੋਂ ਅੱਗੇ ਫਿਰ ਖਾਨਦਾਨ ਬਣਾਏ ਜਾਂਦੇ ਆ। ਇੱਕ ਗੋਤ ਦੇ ਖਾਨਦਾਨ, ਮੰਨ ਲਓ ਇੱਕ ਗੋਤ ਦੇ ਵਿੱਚ 10 ਖਾਨਦਾਨ ਨੇ, ਠੀਕ ਹੈ। ਇੱਕ ਗੋਤ ਦੇ 10 ਖਾਨਦਾਨਾਂ ਦਾ ਜਿਹੜਾ ਕੁਰਸੀਨਾਮਾ ਮੁਕੰਮਲ ਕਰਕੇ ਫਿਰ ਨੈਕਸਟ ਗੋਤ ਸਟਾਰਟ ਕਰ ਲਿਆ ਜਾਂਦਾ ਹੈ। ਨੈਕਸਟ ਗੋਤ ਦੇ ਵਿੱਚ 4 ਖਾਨਦਾਨ ਨੇ, ਫਿਰ ਉਹਨਾਂ ਦਾ ਕੁਰਸੀਨਾਮਾ ਬਣਦਾ ਹੈ, ਠੀਕ ਹੈ। ਇੱਦਾਂ ਪੂਰੇ ਖਾਨਦਾਨ ਜਿੰਨੇ ਹੈਗੇ ਨੇ, ਮੰਨ ਲਓ 6 ਜਾਂ 7 ਖਾਨਦਾਨ ਸੀਗੇ ਇੱਕ ਗੋਤ ਦੇ ਵਿੱਚ, ਉਹ ਪੂਰੇ ਖਾਨਦਾਨਾਂ ਦਾ ਜਿਹੜਾ ਹੈਗਾ ਕੁਰਸੀਨਾਮਾ ਬਣਾ ਕੇ ਫਿਰ ਅਗਲੀ ਜਿਹੜੀ ਹੈਗੀ ਹੈ ਨੈਕਸਟ ਗੋਤ ਸਟਾਰਟ ਕਰ ਲਿਆ ਜਾਂਦਾ ਹੈ। ਇੱਦਾਂ ਪੂਰੇ ਇੱਕ ਕੌਮ ਦੇ ਪੂਰੇ ਜਿੰਨੇ ਗੋਤ ਹੈਗੇ ਨੇ ਸਾਰਿਆਂ ਦਾ ਕੁਰਸੀਨਾਮਾ ਬਣਾ ਕੇ ਫਿਰ ਅਗਲੀ ਕੌਮ ਸਟਾਰਟ ਹੋ ਜਾਂਦੀ ਹੈ। ਅਗਲੀ ਕੌਮ ਦੇ ਵਿੱਚ ਫਿਰ ਗੋਤ ਵਾਈਜ਼ ਜਿਹੜਾ ਕੁਰਸੀਨਾਮਾ ਤਿਆਰ ਹੁੰਦਾ ਹੈ। ਤੁਹਾਨੂੰ ਦੇਖੋ ਕੋਈ ਦੱਸਣ ਵਾਲੀ ਗੱਲ ਹੈ ਨਹੀਂ ਗੀ, ਤੁਸੀਂ 25-30 ਸਾਲ ਤੋਂ ਸਾਰੇ ਬੰਦੇ ਐਕਸਪੀਰੀਅੰਸ ਹੈਗੇ, ਇਹੀ ਕੰਮ ਕਰ ਰਹੇ ਆ, ਠੀਕ ਹੈ। ਇਹ ਕੁਰਸੀਨਾਮਾ ਜਦੋਂ ਬਣ ਜਾਂਦਾ ਹੈ, ਇਹਦੇ ਫਿਰ ਥੱਲੇ ਪਾਸੇ ਨਿਚਲੇ ਪਾਸੇ ਕੀ ਹੁੰਦਾ ਹੈ, ਖੇਪ ਨੰਬਰ, ਕਤੌਨੀ ਨੰਬਰ ਦਰਜ ਕਰ ਲਿਆ ਜਾਂਦਾ ਹੈ, ਤਾਂ ਕਿ ਜਦੋਂ ਅਸੀਂ ਕੁਰਸੀਨਾਮਾ ਦੇਖਦੇ ਸਾਰੀ ਉਸ ਮਾਲਕ ਦੀ ਜਿਹੜੀ ਕਿਹੜੀ ਖੇਪਟ ਹੈਗੀ ਹੈ ਉਸ 'ਤੇ ਸਿੱਧੇ ਪਹੁੰਚ ਸਕਦੇ ਹੁੰਦੇ ਹਾਂ, ਠੀਕ ਹੈ। ਜੇ ਕੋਈ ਨਵੇਂ ਮਾਲਕ ਬਣਦੇ ਹੈ, ਜਿਵੇਂ ਇਹ ਤੁਸੀਂ ਇੰਡੈਕਸ ਤੁਹਾਡੇ ਸਾਹਮਣੇ ਬਣਿਆ ਪਿਆ ਕੁਰਸੀਨਾਮੇ ਦਾ, ਤੁਸੀਂ ਦੇਖ ਰਹੇ ਹੋ ਸਟੇਟਮੈਂਟ ਆਫ ਦਾ ਪ੍ਰੋਪਰਾਈਟਰਸ। ਇਹ ਜਿਵੇਂ ਕਿ ਦੱਸਿਆ ਗਿਆ, ਜਿਵੇਂ ਪਹਿਲਾ ਸਮਾਂ ਸੀ, ਹੁਣ ਤਾਂ ਆਪਾਂ ਅਲੱਗ-ਅਲੱਗ ਪੇਜਾਂ 'ਤੇ ਬਣਾਈ ਜਾਂਦੇ ਹਾਂ ਵੀ ਕੰਟੀਨਿਊਸਲੀ ਇੱਕੋ ਹੀ ਜਿਹੜੀ ਲਿਸਟ ਹੈਗੀ, ਇੱਕੋ ਹੀ ਪੇਜ ਹੈਗਾ, ਉਹਦੇ ਉੱਪਰ ਰੈਗੂਲਰ ਜਿਵੇਂ ਆਪਾਂ ਪਹਿਲਾਂ ਬਣਾਉਂਦੇ ਸੀਗੇ। ਇਹ ਦੱਸਿਆ ਗਿਆ ਵੀ ਰੈਗੂਲਰ ਜਿਹੜੀ ਪੇਪਰ ਹੈਗਾ ਉਹਦੇ 'ਤੇ ਹੀ ਜਿਹੜਾ ਕੁਰਸੀਨਾਮਾ ਬਣਦਾ ਹੈ। ਸ਼ੇਅਰ ਔਰ ਮੇਜਰ ਆਫ ਰਾਈਟ ਰਿਲੇਸ਼ਨ ਪੱਤੀ ਵਾਈਜ਼ ਬਣਦਾ, ਕੌਮ ਵਾਈਜ਼ ਬਣਦਾ, ਏਰੀਆ ਐਂਡ ਰੈਵਨਿਊ। ਏਰੀਆ ਤਾਂ ਨਹੀਂ ਅਸੀਂ ਕੌਮ ਦੇ ਕਿਤੇ ਇਹਦੇ ਵਿੱਚ ਲਿਖਦੇ ਹੈਗੇ ਕੁਰਸੀਨਾਮੇ ਦੇ ਵਿੱਚ, ਪਰ ਅਸੀਂ ਜਿਹੜਾ ਖੇਪਟ ਨੰਬਰ ਵਗੈਰਾ ਜ਼ਰੂਰ ਲਿਖਦੇ ਹਾਂ, ਠੀਕ ਹੈ ਜੀ। ਅੱਗੇ ਹੈਗਾ ਲੜੀ ਨੰਬਰ 7 'ਚ ਲਿਖਿਆ ਵੀ ਇਨ ਦਾ ਕੇਸ ਇਨ ਵਿਚ ਏ ਫਾਦਰ ਐਂਡ ਏ ਸਨ ਬੋਥ ਓਨ ਲੈਂਡ, ਜਿੱਥੇ ਕਿਤੇ ਕਿਸੇ ਮਾਲਕ ਖੇਪਟ ਦੇ ਵਿੱਚ ਪਿਓ ਦੇ ਨਾਂ 'ਤੇ ਵੀ ਜ਼ਮੀਨ ਹੋਵੇ, ਬੇਟੇ ਦੇ ਨਾਂ 'ਤੇ ਵੀ ਜ਼ਮੀਨ ਹੋਵੇ, ਤਾਂ ਜਿਹੜਾ ਬੇਟੇ ਦਾ ਜਿਹੜਾ ਨਾਮ ਹੈਗਾ ਕੁਰਸੀਨਾਮੇ ਦੇ ਵਿੱਚ ਰੈਡ ਇੰਕ ਨਾਲ ਦਰਸਾਇਆ ਜਾਂਦਾ ਹੈ, ਠੀਕ ਹੈ। ਇਫ ਐਨ ਓਨਰ ਹੈਜ਼ ਲੋਸਟ ਹਿਜ਼ ਲੈਂਡ, ਸਾਰੀ ਜ਼ਮੀਨ ਕੋਈ ਮਾਲਕ ਵੇਚ ਗਿਆ ਹੋਵੇ, ਸਾਰੀ ਜ਼ਮੀਨ ਵੇਚ ਗਿਆ ਹੋਵੇ, ਤਾਂ ਜਮ੍ਹਾਂਬੰਦੀ 'ਚ ਉਹਦਾ ਨਾਮ ਨਹੀਂ ਆਏਗਾ, ਠੀਕ ਹੈ। ਪਰ ਕੀ ਕਹਿੰਦੇ, ਜਿਹੜਾ ਕੁਰਸੀਨਾਮਾ ਹੈਗਾ, ਜੇ ਉਹਦਾ ਕੋਈ ਸ਼ਾਮਲਾਤ ਦਾ ਹਿੱਸਾ ਖੜਾ ਹੈ ਪਿੰਡ ਦੇ ਵਿੱਚ, ਤਾਂ ਕੁਰਸੀਨਾਮੇ 'ਚ ਉਹਦਾ ਨਾਮ ਸ਼ੋਅ ਕੀਤਾ ਜਾਵੇਗਾ, ਤੇ ਫਿਰ ਉਹਦੇ ਥੱਲੇ ਜਿਹੜਾ ਲਿਖਿਆ ਜਾਏਗਾ ਹਿੱਸਾ ਸ਼ਾਮਲਾਤ ਓਨਲੀ। ਇਫ ਦਾ ਪ੍ਰੋਪਰਟੀ ਇਜ਼ ਡਿਵਾਈਡਡ ਬਾਈ ਬੈਲਸ, ਕਈ ਵਾਰੀ ਖੂਹਾਂ ਦੇ ਨਾਮ ਵੰਡੀ ਹੁੰਦੀ ਜ਼ਮੀਨ ਦੀ, ਫਲਾਣਾ ਖੂਹ, ਧਮਕੜੇ ਖੂਹ ਵਾਲੀ ਪ੍ਰਾਪਰਟੀ, ਉਹ ਖੂਹ ਵਾਲੀ ਪ੍ਰਾਪਰਟੀ, ਠੀਕ ਹੈ। ਤਾਂ ਹੈਗਾ ਬਿਫੋਰ ਦਾ ਏਰੀਆ ਕਾਲਮ, ਕਹਿੰਦੇ ਖੂਹ ਦਾ ਨਾਮ ਵੀ ਇੱਥੇ ਦਰਜ ਕਰ ਦੇਣਾ ਚਾਹੀਦਾ ਹੈਗਾ। ਐਨ
ਜਿੱਥੇ ਕਿਤੇ ਕੋਈ ਮਾਲਕ ਹੈਗਾ ਉਹਦਾ ਸ਼ਾਮਲਾਤ 'ਚ ਹਿੱਸਾ ਨਹੀਂ ਹੈਗਾ, 10 ਨੰਬਰ ਕਾਲਮ 'ਚ ਹੈ ਬਿਲਾ ਹਿੱਸਾ ਸ਼ਾਮਲਾਤ ਉੱਤੇ ਲਿਖਿਆ ਜਾਣਾ ਚਾਹੀਦਾ ਹੈ ਵੀ ਇਹਨੇ ਕਿਸੇ ਨੇ ਕੋਈ ਪਰਚੇਜ ਕੀਤੀ ਸੀ ਜ਼ਮੀਨ, ਠੀਕ ਹੈ, ਉਹਨੇ ਕੋਈ ਹਿੱਸਾ ਸ਼ਾਮਲਾਤ ਦਾ ਨਹੀਂ ਪਰਚੇਜ ਕੀਤਾ, ਇਕੱਲਾ ਮਾਲਕੀ ਖਰੀਦੀ ਹੈ ਜਿਹੜੀ, ਉਹ ਨੰਬਰ ਖਾਸਾ ਫਿਰ ਉਹ ਮਾਲਕ ਦੇ ਨਿਚਲੇ ਪਾਸੇ ਅਸੀਂ ਲਿਖਾਂਗੇ ਬਿਲਾ ਹਿੱਸਾ ਸ਼ਾਮਲਾਤ। ਨੈਕਸਟ ਹੈਗਾ ਬੀ ਐਂਡ ਸੀ ਜਮਾਬੰਦੀ ਐਂਡ ਲਿਸਟ ਆਫ ਦਾ ਰੈਵਨਿਊ ਅਸਾਈਨਮੈਂਟਸ। ਸੀ ਕਹਿੰਦੇ ਸਟੈਂਡਿੰਗ ਆਰਡਰ ਨੰਬਰ 23 ਜਮਾਬੰਦੀ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ। ਨੈਕਸਟ ਇਹ ਸਟੇਟਮੈਂਟ ਆਫ ਰਾਈਟ ਆਫ ਦਾ ਬੈਲਸ, ਖੂਹਾਂ ਦੀ ਇੱਕ ਲਿਸਟ ਬਣਦੀ ਹੈ, ਉਹ ਆਪਾਂ ਤੁਸੀਂ ਬਣਾਉਂਦੇ ਆ ਰਹੇ ਹੋ। ਜ਼ਿਆਦਾਤਰ ਤੁਸੀਂ ਦੇਖੋਗੇ ਫਿਰ ਉਹਦੇ ਵਿੱਚ ਮਿਸਲਕੀਤ ਬਣੀ ਹੀ ਹੁੰਦੀ ਹੈ ਖੂਹਾਂ ਦੀ ਲਿਸਟ, ਠੀਕ ਹੈ। ਸਟੇਟਮੈਂਟ ਆਫ ਦਾ ਰਾਈਟ ਆਫ ਇਨ ਦਾ ਬੈਲਸ, ਕਿਹੜੀ ਖੇਵਟ ਹੈ, ਕਿਹੜਾ ਖੂਹ ਹੈ, ਖੂਹਾਂ ਦੀ ਇੱਕ ਵੱਖਰੀ ਖੇਵਟ ਬਣੀ ਹੀ ਹੁੰਦੀ ਹੈ। ਤੁਹਾਨੂੰ ਸਾਰਿਆਂ ਨੂੰ ਦੇਖਿਆ ਜਮਾਬੰਦੀ ਦੇ ਵਿੱਚ ਜਿੱਥੇ ਕਿਤੇ ਖੂਹ ਹੈਗਾ, ਖੂਹ ਆਮ ਤੌਰ ਤੇ 26 ਨੰਬਰ ਦਿੱਤਾ ਜਾਂਦਾ ਖੂਹ ਨੂੰ, 26, 27, 28 ਜੇ ਕਿਤੇ ਜਿੱਥੇ ਕਿਤੇ ਮੁਰੱਬਾਬੰਦੀ ਹੋਈ ਹੁੰਦੀ ਹੈ, 1, 2, 25 ਕਿੱਲੇ ਹੁੰਦੇ ਨੇ, ਠੀਕ ਹੈ। ਤਾਂ ਜਿਹੜਾ ਅਗਲਾ ਨੰਬਰ ਜ਼ਿਆਦਾਤਰ ਹੈਗਾ, ਅਗਲਾ ਨੰਬਰ ਖੂਹ ਦਾ ਆ ਜਾਂਦਾ ਹੈ। ਜਿਵੇਂ ਕੋਈ ਮੁਰੱਬਾ ਨੰਬਰ 5 ਹੈ, ਮੰਨ ਲਓ 5 ਦੇ ਵਿੱਚ ਕੋਈ ਖੂਹ ਲੱਗਿਆ ਹੋਇਆ ਉਸ ਮੁਰੱਬੇ ਦੇ ਵਿੱਚ, ਤਾਂ ਉਸ ਮੁਰੱਬੇ ਦੇ ਵਿੱਚ ਜਿਹੜਾ ਖੂਹ ਲੱਗਿਆ ਹੋਇਆ ਤਾਂ ਉਸ ਨੂੰ 1 ਤੋਂ ਲੈ ਕੇ 25 ਕਿੱਲੇ ਤੱਕ ਦਾ ਨੰਬਰ ਖਸਰਾ ਆ ਗਏ, ਤਾਂ ਜਿਹੜਾ ਅਗਲਾ ਨੰਬਰ ਹੁੰਦਾ ਉਹ 26 ਦਿੱਤਾ ਜਾਂਦਾ ਹੈ। ਫਿਰ 5 ਮੁਰੱਬੇ ਦਾ 26 ਨੰਬਰ ਖਸਰਾ ਬਣ ਜਾਂਦਾ, ਉਹ ਖੂਹ ਦਾ ਆ ਜਾਂਦਾ ਹੈ, ਠੀਕ ਹੈ। ਇਹ ਖੂਹਾਂ ਦੀ ਇੱਕ ਖੇਵਟ ਵੀ ਵੱਖਰੀ ਬਣੀ ਹੁੰਦੀ ਹੈ। ਵੱਖਰੀ ਖੇਵਟ ਦੇ ਵਿੱਚ ਕੀ ਹੁੰਦਾ ਹੈ, ਪਹਿਲਾ ਜ਼ਮਾਨਾ ਸੀਗਾ ਜਦੋਂ ਖੂਹ ਕੋਈ ਲਗਾਉਂਦੇ ਸੀ ਤਾਂ ਲਵੇ ਲਵੇ ਵਾਲੇ 4 ਖੇਵਟਾਂ ਦੇ ਮਾਲਕ ਸੀਗੇ, 3 ਖੇਵਟਾਂ ਦੇ ਮਾਲਕ ਸੀ ਜਾਂ 2 ਖੇਵਟਾਂ ਦੇ ਮਾਲਕ ਸੀਗੇ, ਉਹ ਖੂਹ ਨੂੰ ਇਕੱਠੇ ਤੌਰ ਤੇ ਲਗਾ ਲੈਂਦੇ ਸੀ ਤਾਂ ਕਿ ਜਿਹੜਾ ਖਰਚਾ ਹੈਗਾ ਉਹ ਡਿਸਟਰੀਬਿਊਟ ਹੋ ਸਕੇ। ਇਸੇ ਤਰੀਕੇ ਦੇ ਨਾਲ ਜਦੋਂ ਉਹਨਾਂ ਦੀ ਖੇਵਟ ਬਣਦੀ ਸੀ ਖੂਹ ਦੀ, ਠੀਕ ਹੈ, ਤਾਂ ਕਿਹੜੀ ਖੇਵਟ ਦੇ ਮਾਲਕ ਨੇ ਉਹਨਾਂ ਦਾ ਕਿੰਨਾ ਹਿੱਸਾ ਹੈ, ਕਿਹੜੀ ਖੇਵਟ ਦੇ ਮਾਲਕ ਨੇ ਉਹਨਾਂ ਦਾ ਕਿੰਨਾ ਹਿੱਸਾ ਹੈ। ਮੰਨ ਲਓ ਖੇਵਟ ਨੰਬਰ 1 ਹੈ, ਖੇਵਟ ਨੰਬਰ 2, 3, 4, 4 ਖੇਵਟਾਂ ਹੈਗੀਆਂ ਨੇ, ਚਾਰੇ ਖੇਵਟਾਂ ਦਾ ਇੱਕ ਵੜੇ 4 ਹਿੱਸਾ ਹੈਗਾ, ਤਾਂ ਖੇਵਟ ਨੰਬਰ 1 ਲਿਖ ਕੇ ਉਹਦੇ ਮਾਲਕਾਂ ਦਾ ਪਹਿਲਾ ਨਾਮ ਲਿਖ ਕੇ ਆਦਿਕ ਲਿਖ ਕੇ, ਠੀਕ ਹੈ, ਪਹਿਲੀ ਖੇਵਟ ਦੇ ਮਾਲਕਾਂ ਦਾ ਨਾਮ ਲਿਖ ਕੇ ਨਾਲ ਆਦਿਕ ਲਿਖ ਕੇ ਖੇਵਟ ਨੰਬਰ 1 ਲਿਖਿਆ ਜਾਂਦਾ ਹੈ। ਫਿਰ ਖੇਵਟ ਨੰਬਰ 2 1 ਵੜੇ 4 ਹਿੱਸਾ, ਖੇਵਟ ਨੰਬਰ 1 1 ਵੜੇ 4 ਹਿੱਸਾ, ਖੇਵਟ ਨੰਬਰ 2 1 ਵੜੇ 4 ਹਿੱਸਾ। ਇੱਦਾਂ ਜਿਹੜਾ ਹੈਗਾ ਸੀਰੀਅਲ ਨੰਬਰ ਆਫ ਦਾ ਬੈਲ, ਆਹ ਜਿਹੜੀ ਲਿਸਟ ਬਣੀ ਹੋਈ ਹੈ ਤੇ ਖੂਹਾਂ ਨੂੰ ਜਿਹੜਾ ਹੈਗਾ ਨੰਬਰ ਵੀ ਦਿੱਤਾ ਜਾਂਦਾ ਹੈ। ਨੰਬਰ ਇਨ ਦਾ ਮੈਪ, ਖੂਹ ਦਾ ਨੰਬਰ ਕੀ ਹੈਗਾ, ਮੈਪ ਦੇ ਵਿੱਚ ਕੀ ਨੰਬਰ ਹੈਗਾ। ਖਤੌਨੀ ਨੰਬਰ ਕਿਹੜੀ ਹੈ, ਨੇਮ ਆਫ ਦਾ ਬੈਲ, ਖੂਹ ਕਿਹੜਾ ਹੈਗਾ, ਝੂਟੇ ਵਾਲਾ ਖੂਹ ਕਹਿੰਦੇ ਆ ਇਸ ਨੂੰ, ਕਿਹੜਾ ਖੂਹ ਕਹਿੰਦੇ ਨੇ, ਕਲਰ ਵਾਲਾ ਖੂਹ ਕਹਿੰਦੇ ਨੇ। ਇਹੋ ਜਿਹੇ ਖੂਹਾਂ ਦੇ ਨਾਮ ਵੀ ਦਿੱਤੇ ਜਾਂਦੇ ਆ, ਜੋ ਪਿੰਡ 'ਚ ਨਾਮ ਬੋਲੇ ਜਾਂਦੇ ਆ ਉਹੀ ਨਾਮ ਪੈ ਜਾਂਦਾ ਹੈਗਾ। ਇਹ ਸਾਰਾ ਡਰਿੰਕਿੰਗ ਵੈਲ ਹੈਗਾ, ਕਿਹੜਾ ਵੈਲ ਹੈਗਾ। ਆਰਡੀਨਰੀ ਡਰਿੰਕਿੰਗ ਵੈਲਸ ਨੀਡ ਨਾਟ ਬੀ ਐਂਟਰਡ ਇਨ ਦਾ ਦਿਸ ਸਟੇਟਮੈਂਟ। ਜੇ ਡਰਿੰਕਿੰਗ ਵੈਲ ਹੈ ਤਾਂ ਉਹਨੂੰ ਇਹਦੀ ਐਂਟਰੀ ਕਰਨ ਦੀ ਲੋੜ ਨਹੀਂ ਹੁੰਦੀ। ਐਗਰੀਕਲਚਰ ਜਿਹੜੇ ਪਰਪਸਲੀ ਜਿਹੜੇ ਖੂਹ ਹੁੰਦੇ ਆ ਉਹੀ ਵਰਤੇ ਜਾਂਦੇ ਆ, ਜ਼ਿਆਦਾਤਰ ਇਹਦੇ ਵਿੱਚ ਆ ਜਾਂਦੇ ਨੇ। ਟਾਈ ਰੈਡ ਸਰਕਲ ਅਰਾਊਂਡ ਦਾ ਨੇਮ ਆਫ ਐਵਰੀ ਵੈਲ ਮੇਡ ਸਿੰਸ ਲਾਸਟ ਸੈਟਲਮੈਂਟ। ਇੱਕ ਰੈਡ ਸਰਕਲ ਕਹਿੰਦੇ ਮਾਰਕ ਕਰ ਦਿੱਤਾ ਜਾਂਦਾ ਖੂਹ ਨੂੰ। ਇਨ ਕਾਲਮ ਨੰਬਰ 11 ਐਂਟਰਸ ਈਚ ਵੈਲ ਹਿਸਟਰੀ। ਹਰ ਕਹਿੰਦੇ ਖੂਹ ਦੀ ਜਿਹੜੀ ਹਿਸਟਰੀ ਹੈ ਉਹ ਵੀ ਨੋਟ ਕਰ ਦੇਣੀ ਚਾਹੀਦੀ ਹੈ। ਕਦੋਂ ਇਹ ਖੂਹ ਬਣਿਆ ਸੀ, ਕਦੋਂ ਇਹਦੀ ਰਿਪੇਅਰ ਹੋਈ ਹੈ, ਕਿਹਨੇ ਬਣਵਾਇਆ ਸੀਗਾ, ਮੈਥਡ ਆਫ ਵਰਕਿੰਗ ਦਾ ਵੈਲ ਕਿਵੇਂ ਬਣਾਇਆ ਗਿਆ ਸੀ, ਇਰੀਗੇਸ਼ਨ ਦਾ ਕੀ ਹੈਗਾ, ਇਹਦੇ ਤੋਂ ਕੀ ਕਿਹੜੇ ਸਾਧਨ ਹੈਗੇ ਨੇ, ਇਹਦੇ ਨਾਲ ਇਰੀਗੇਸ਼ਨ ਦਾ ਕੀ ਹੈਗਾ, ਅਰੇਂਜਮੈਂਟਸ ਕੀਤੇ ਗਏ ਨੇ। ਮੋਡ ਆਫ ਡਿਸਟਰੀਬਿਊਟਿੰਗ ਦਾ ਰੈਵਨਿਊ, particulars of exemption from the irrigated rates. Next ਹੈ ਵੈਰੀ ਇੰਪੋਰਟੈਂਟ ਵਾਜੂਬੂਲਰਸ। ਇਹ ਖੂਹਾਂ ਦੀ ਲਿਸਟ ਹੈ ਕਿ ਤੁਸੀਂ ਦੇਖੀ ਹੈ, ਪਤਾ ਹੈ ਤੁਹਾਨੂੰ ਸਾਰਿਆਂ ਨੂੰ, ਹੁਣ ਜ਼ਿਆਦਾ ਕੋਈ ਇਹ ਪ੍ਰੈਕਟਿਸ ਵਿੱਚ ਨਹੀਂ ਹੈਗੀ ਤੇ ਨਾ ਹੀ ਬਹੁਤ ਇੰਪੋਰਟੈਂਟ ਹੈਗੀ ਹੈ, ਠੀਕ ਹੈ। ਇਹ ਦਿਸ ਇਜ਼ ਦਾ ਵੈਰੀ ਇੰਪੋਰਟੈਂਟ ਪਾਰਟ ਆਫ ਦਿਸ ਤੁਹਾਡਾ ਜਿਹੜਾ ਪੇਪਰ ਹੈਗਾ ਵਾਜੂਬੁਲ ਅਰਜ਼ ਵਿਲੇਜ ਐਡਮਿਨਿਸਟ੍ਰੇਸ਼ਨ ਪੇਪਰ ਕਹਿੰਦੇ ਆ ਇਸ ਨੂੰ। ਮਤਲਬ ਕਿ ਕਹਿਣ ਦਾ ਭਾਵ ਇਹ ਹੈ ਵੀ ਸੰਵਿਧਾਨ ਕਿਸੇ ਪਿੰਡ ਦਾ, ਜੇ ਕੋਈ ਸੰਵਿਧਾਨ ਕਹਿਣਾ ਹੋਵੇ ਪਿੰਡ ਦਾ ਸੰਵਿਧਾਨ ਕਿਹੜਾ ਹੈ, ਕੰਸਟੀਟਿਊਸ਼ਨ ਕਿਹੜਾ ਪਿੰਡ ਦਾ, ਠੀਕ ਹੈ, ਤਾਂ ਅਸੀਂ ਵਾਜੂਬੁਲ ਅਰਜ਼ ਨੂੰ ਹੀ ਪਿੰਡ ਦਾ ਸੰਵਿਧਾਨ ਕਹਿ ਸਕਦੇ ਹਾਂ, ਪਿੰਡ ਦਾ ਕੰਸਟੀਟਿਊਸ਼ਨ ਕਹਿ ਸਕਦੇ ਹਾਂ। ਇਹ 'ਚ ਕੀ ਹੁੰਦਾ, ਇਸ ਵਾਜੂਬੁਲ ਅਰਜ਼ ਕੀ ਹੁੰਦਾ, ਇਹ ਪੇਪਰ ਤੁਹਾਨੂੰ ਆਏਗਾ ਜੀ। ਇਹਦੇ ਵਿੱਚੋਂ ਜਿਹੜਾ ਧਿਆਨ ਨਾਲ ਦੇਖ ਲਿਓ, ਇਹਦੇ ਵਿੱਚੋਂ ਪੇਪਰ ਆ ਜਾਂਦਾ ਹੁੰਦਾ ਆਮ ਤੌਰ ਤੇ ਕੁਐਸਚਨ ਇੱਕ ਤਾਂ ਇਹਦੇ ਚੋਂ 10 ਨੰਬਰ ਦੇ ਕਰੀਬ ਕੁਐਸਚਨ ਆਉਣ ਦੀ ਸੰਭਾਵਨਾ ਰਹਿੰਦੀ ਹੈ। ਕਸਟਮਸ ਪਿੰਡ ਦੇ ਕੀ ਰੀਤੀ ਰਿਵਾਜ ਹੈਗੇ ਆ, ਪਿੰਡਾਂ ਦਾ ਕੀ ਲੈਣ ਦੇਣ ਹੈਗਾ, ਪਿੰਡਾਂ ਦੇ ਵਿੱਚ ਜਿਹੜੇ ਕੋਈ ਕੰਮ, ਕੋਈ ਤਰਖਾਨ ਨੇ, ਕੋਈ ਲਹਾਰ ਨੇ, ਕੋਈ ਘੁਮਾਰ ਨੇ, ਠੀਕ ਹੈ, ਤੇ ਕੋਈ ਤੇਲੀ, ਕੋਈ ਧੋਬੀ, ਕੋਈ ਜਿਹੜੇ ਵੀ ਕੋਈ ਕੰਮ ਆਪਣਾ ਹੱਥੀਂ ਕੰਮ ਕਰਦੇ ਹੈਗੇ ਨੇ, ਉਹਨਾਂ ਨੂੰ ਪਿੰਡ ਦੇ ਲੋਕ ਜਿਹੜੇ ਹੈਗੇ ਨੇ ਉਹਨਾਂ ਤੋਂ ਕਿਵੇਂ ਆਪਣੇ ਸੰਤ ਸਮਰਾਵਾਂ ਆਉਂਦੇ ਨੇ ਤਰਖਾਨਾਂ ਤੋਂ, ਲਹਾਰਾਂ ਤੋਂ, ਤਾਂ ਉਹਨੂੰ ਕੀ
ਸਾਲ ਦੇ ਵਿੱਚ ਛਮਾਹੀ ਦੀ ਖੇਤੀਬਾੜੀ ਦੀ ਸੋਣੀ ਹੜੀ ਕੀ ਉਹਨੂੰ ਦਿੱਤਾ ਜਾਂਦਾ ਹੈ, ਇੱਕ ਹਲ ਦੇ ਪਿੱਛੇ ਕਿੰਨੀ ਪੇਮੈਂਟ ਕੀਤੀ ਜਾਂਦੀ ਹੈ, ਜਾਂ ਕਿੰਨੀ ਕਣਕ ਦਿੱਤੀ ਜਾਂਦੀ ਹੈ, ਕਿੰਨੀ ਮੱਕੀ ਦਿੱਤੀ ਜਾਂਦੀ ਹੈ, ਕੀ ਦਿੱਤਾ ਜਾਂਦਾ ਹੈਗਾ। ਇਹ ਪਿੰਡ ਦੇ ਰੀਤੀ ਰਿਵਾਜ ਹੁੰਦੇ ਆ, ਰੀਤੀ ਰਿਵਾਜਾਂ ਦੇ ਮੁਤਾਬਕ ਹੀ ਜਿਹੜਾ ਪਿੰਡ ਹੈਗਾ ਚੱਲਦਾ ਹੈਗਾ। ਜਿਵੇਂ ਹੁਣ ਪਿੰਡਾਂ ਵਿੱਚ ਆਰਨਾ ਪਿੰਡ ਚੱਲਦੀਆਂ ਨੇ, ਲਹਾਰ ਕੰਮ ਕਰਦੇ ਨੇ, ਠੀਕ ਹੈ। ਲਹਾਰ ਤੇ ਕੀ ਹੈ, ਚੂਆਂ, ਠੀਕ ਹੈ, ਹਲ, ਇਹ ਜਿਹੜਾ ਹੈਗਾ ਤਿੱਖੇ ਕਰਾਏ ਜਾਂਦੇ ਨੇ, ਕਹੀਆਂ ਬਣਾਈਆਂ ਜਾਂਦੀਆਂ ਨੇ, ਖੁਰਪੇ ਬਣਵਾਏ ਜਾਂਦੇ ਨੇ, ਦਾਤੀਆਂ ਬਣਾਈਆਂ ਜਾਂਦੀਆਂ ਨੇ, ਠੀਕ ਹੈ ਜੀ। ਇਸੇ ਤਰੀਕੇ ਤਰਖਾਣ ਹੁੰਦੇ, ਤਰਖਾਣਾਂ ਤੇ ਕੀ ਹੈ, ਹਲ, ਪੰਜਾਲੀ, ਲੱਕੜ ਦਾ ਜਿਹੜਾ ਕੰਮ ਹੁੰਦਾ ਤਰਖਾਣਾਂ ਵੱਲੋਂ ਕੀਤਾ ਜਾਂਦਾ ਹੈ। ਇੱਕ ਹਲ ਦੇ ਪਿੱਛੇ ਤਰਖਾਣ ਨੂੰ ਕੀ ਦਿੱਤਾ ਜਾਂਦਾ ਹੈ, ਲਹਾਰ ਨੂੰ ਕੀ ਦਿੱਤਾ ਜਾਂਦਾ ਹੈ, ਤੇ ਹੋਰ ਜਿਹੜੇ ਬੰਦੇ ਕੰਮ ਕਰਨ ਵਾਲੇ ਨੇ ਉਹਨੂੰ ਕੀ ਦਿੱਤਾ ਜਾਂਦਾ ਹੈ। ਇਹ ਜਿਹੜਾ ਪਿੰਡ ਦਾ ਰੀਤੀ ਰਿਵਾਜ ਹੁੰਦੇ ਨੇ। ਤੇ ਜੇ ਕਿਸੇ ਕੋਲ ਕੋਈ ਜ਼ਮੀਨ ਗਹਿਣੇ ਹੁੰਦੀ ਹੈ ਤਾਂ ਕੀ ਰੇਟ ਚੱਲਦੇ ਨੇ, ਜੇ ਕੋਈ ਜ਼ਮੀਨ ਕਾਸ਼ਤ ਕਰ ਰਿਹਾ ਤਾਂ ਉਹ ਕੀ ਕਰ ਰਿਹਾ ਹੈਗਾ। The statement should contain information on the many of the following matters pertinent to the state। ਕੁਛ ਮੈਟਰ ਦਿਖਾਏ ਗਏ ਇਹਨਾਂ ਨੇ। ਇਸ ਤੋਂ ਇਲਾਵਾ ਹੋਰ ਵੀ ਹੋ ਸਕਦੇ ਹੈਗੇ ਆ। ਕਾਮਨ ਲੈਂਡ, ਪਿੰਡ ਦੀ ਕਾਮਨ ਲੈਂਡ ਕਿੰਨੀ ਹੈ, ਇਟਸ ਕਲਟੀਵੇਸ਼ਨ ਐਂਡ ਮੈਨੇਜਮੈਂਟ, ਇਹਨੂੰ ਕੌਣ ਕਲਟੀਵੇਟ ਕਰਦਾ ਹੈ, ਕੌਣ ਦੀ ਮੈਨੇਜਮੈਂਟ ਕਰਦਾ ਹੈ। ਐਂਡ ਦਾ ਇੰਜੋਇਮੈਂਟ ਆਫ ਦਾ ਪ੍ਰੋਸੀਡਸ, ਇਹ ਤੋਂ ਜਿਹੜੀ ਪੈਦਾਵਾਰ ਹੁੰਦੀ ਹੈ ਉਹਦੀ ਇੰਜੋਇਮੈਂਟ ਕਿਵੇਂ ਹੁੰਦੀ ਹੈ, ਉਹਨੂੰ ਕਿਵੇਂ ਵਰਤਿਆ ਜਾਂਦਾ ਹੈ, ਪਿੰਡ ਦੇ ਸਾਂਝੀ ਕੰਮਾਂ ਲਈ ਵਰਤਿਆ ਜਾਂਦਾ ਹੈ, ਕਿਸ ਤਰ੍ਹਾਂ ਵਰਤਿਆ ਜਾਂਦਾ, ਕੀ ਢੰਗ ਤਰੀਕਾ ਹੈਗਾ ਪਿੰਡ ਦੀ ਪੰਚਾਇਤੀ ਲੈਂਡ ਨੂੰ, ਕਾਮਨ ਲੈਂਡ ਨੂੰ ਵਰਤਣ ਦਾ, ਠੀਕ ਹੈ। ਫਿਰ ਹੈਗਾ ਰਾਈਟਸ ਆਫ ਗ੍ਰੇਜ਼ਿੰਗ ਆਫ ਕਾਮਨ ਲੈਂਡ, ਪਿੰਡ ਦੀ ਕਾਮਨ ਲੈਂਡ ਹੈਗੀ ਆ, ਉਹਦੇ ਉੱਪਰ ਕੋਈ ਚਰਾਗਾਹ ਬਣੀ ਹੈਗੀ ਹੈ, ਡੰਗਰਾਂ ਦੇ ਚਰਨ ਦੇ ਲਈ ਕੋਈ ਚਰਾਗਾਹ ਛੱਡੀ ਗਈ ਹੈਗੀ ਆ, ਉਹਦੇ ਉੱਪਰ ਕਿਹੜੇ ਲੋਕਾਂ ਨੂੰ ਆਪਣੇ ਡੰਗਰ ਚਰਾਉਣ ਦਾ ਹੱਕ ਹੈਗਾ, ਇਹ ਵੀ ਇਹਦੇ 'ਚ ਦਰਜ ਕੀਤਾ ਜਾਂਦਾ ਹੈ। ਰਾਈਟਸ ਆਫ ਇੰਜੋਇਮੈਂਟ ਆਫ ਸਿਆੜ ਪ੍ਰੋਡਿਊਸ, ਪੈਦਾਵਾਰ ਜਿਹੜੀ ਹੈਗੀ ਹੈ ਇੱਕ ਸਿਆੜ ਦੇ ਵਿੱਚ ਕਿੰਨੀ ਪੈਦਾਵਾਰ ਹੁੰਦੀ ਹੈ, ਕਿੰਨਾ ਰਾਈਟਸ ਹੈਗਾ, ਕੀ ਅਧਿਕਾਰ ਹੁੰਦੇ ਨੇ, ਵਾਹਨ ਵਾਲੇ ਦੇ, ਮਾਲਕ ਦੇ, ਕਾਸ਼ਤਕਾਰ ਦੇ ਕੀ ਰਾਈਟਸ ਹੁੰਦੇ ਹੈ। ਵਿਲੇਜ ਐਕਸਪੈਂਸਿਸ, ਮਲਬਾ ਸੈਸ ਵਗੈਰਾ, ਮਲਬਾ ਜੇ ਪਿੰਡ ਦੇ ਕੋਈ ਸਾਂਝੇ ਖਰਚੇ ਹੁੰਦੇ ਹੈ, ਠੀਕ ਹੈ, ਤਾਂ ਉਹਨੂੰ ਕਿਵੇਂ ਇਕੱਠੇ ਕੀਤੇ ਜਾਂਦੇ ਆ, ਕਿਵੇਂ ਯੂਟੀਲਾਈਜ਼ ਕੀਤੇ ਜਾਂਦੇ ਆ ਸਾਂਝੇ ਕੰਮਾਂ ਲਈ। ਜਿਵੇਂ ਆਪਾਂ ਪਿੱਛੇ ਪੜ੍ਹ ਕੇ ਗਏ, ਮਲਬਾ ਸੈਸ ਵਗੈਰਾ ਹੁੰਦਾ, ਐਕਸਪੈਂਸਿਸ ਹੁੰਦੇ ਪਿੰਡ ਦੇ ਸਾਂਝੇ ਕੰਮਾਂ ਲਈ ਯੂਟੀਲਾਈਜ਼ ਕੀਤੇ ਜਾਂਦੇ ਆ। ਪਿੰਡ ਦੇ ਨੰਬਰਦਾਰ ਦੇ ਕੋਲ ਕਲੈਕਸ਼ਨ ਕੀਤੀ ਜਾਂਦੀ ਹੈ, ਕਿਹੜੇ ਮਾਲਕਾਂ ਤੋਂ ਕਲੈਕਸ਼ਨ ਕੀਤੀ ਜਾਂਦੀ ਹੈ, ਜੇ ਕਿਹੜਾ ਕੰਮ ਕਰਾਇਆ ਜਾਣਾ ਹੈ, ਕਿਹੜੇ ਕੰਮ ਦੇ ਲਈ ਗੈਰ ਮਾਲਕਾਂ ਤੋਂ ਕਲੈਕਸ਼ਨ ਹੋਏਗੀ, ਨਹੀਂ ਹੋਏਗੀ, ਇਕੱਲੇ ਮਾਲਕਾਂ ਤੋਂ ਕਲੈਕਸ਼ਨ ਹੋਏਗੀ ਜਾਂ ਕਿਸ ਤਰ੍ਹਾਂ ਹੋਏਗੀ। ਇਹ ਪਿੰਡ ਦਾ ਰਿਵਾਜ ਹੈ, ਰੀਤੀ ਰਿਵਾਜ ਹੈ, ਉਹ 'ਚ ਦਰਜ ਕੀਤੀ ਜਾਂਦੀ ਹੈ। ਇਹ ਜਦੋਂ ਬਜਟ ਤਿਆਰ ਹੁੰਦੀ ਹੈ ਉਸ ਵੇਲੇ ਹੀ ਡਿਸਾਈਡ ਕੀਤਾ ਜਾਂਦਾ ਪਿੰਡ ਦੇ ਮਾਲਕਾਂ ਵੱਲੋਂ। ਕਸਟਮਸ ਰਿਲੇਟਿੰਗ ਟੂ ਦਾ ਇਰੀਗੇਸ਼ਨ ਆਫ ਦਾ ਲੈਂਡ, ਪਿੰਡ ਦੇ ਵਿੱਚ ਖੇਤਾਂ ਨੂੰ ਜੋ ਪਾਣੀ ਲਗਾਇਆ ਜਾਣਾ ਹੈ, ਠੀਕ ਹੈ, ਕਿੰਨੇ ਖੇਤ ਕਿਹਦੇ ਕੋਲ ਨੇ, ਕਿੰਨੇ ਖੇਤ ਕਿਹਦੇ ਕੋਲ ਨੇ, ਇੱਕ ਮੋਗੇ ਪਿੱਛੇ, ਉਹ ਤਾਂ ਚਲੋ ਸਰਕਾਰ ਦਾ ਹੋ ਗਿਆ। ਤਾਂ ਇਰੀਗੇਸ਼ਨ ਦੇ ਕਿਸੇ ਨੇ ਕੋਈ ਖੇਤ ਕਿਸੇ ਨੂੰ ਪਾਣੀ ਵੇਚਣਾ ਹੈ, ਕਰਨਾ ਹੈ ਆਪਣਾ, ਠੀਕ ਹੈ, ਤਾਂ ਕੀ ਰਿਵਾਜ ਹੈਗਾ, ਕਿਸ ਤਰ੍ਹਾਂ ਕਿੰਨੇ ਘੰਟੇ ਦੇ ਪਾਣੀ ਜੇ ਕੋਈ ਦੂਜੇ ਨੂੰ ਦਿੰਦਾ ਹੈ ਤਾਂ ਕਿੰਨਾ ਪੈਸਾ ਲਿਆ ਜਾਂਦਾ ਹੈ। ਇਹ ਸਾਰਾ ਰਿਵਾਜ ਬਣਾਇਆ ਜਾਂਦਾ ਪਿੰਡ ਦੇ ਵਿੱਚ। ਉਹਦੇ ਮੁਤਾਬਕ ਹੀ ਕੋਈ ਆਪਦੇ ਹਿੱਸੇ ਦਾ ਪਾਣੀ ਦੂਜੇ ਨੂੰ ਦੇ ਦਿੰਦਾ ਹੈ, ਜਾਂ ਕੋਈ ਆਪਣੇ ਟਿਊਬਵੈਲ ਤੋਂ, ਆਪਣੇ ਖੂਹ ਤੋਂ ਦੂਜੇ ਨੂੰ ਪਾਣੀ ਦਿੰਦਾ ਹੈ ਤਾਂ ਕਿੰਨੇ ਖੇਤ ਦੇ ਵਿੱਚ ਕਿੰਨੇ ਪੈਸੇ ਲਏ ਜਾਂਦੇ, ਕੀ ਲਿਆ ਜਾਂਦਾ, ਕੀ ਸਿਸਟਮ ਹੈਗਾ। ਕਸਟਮਸ ਰਿਲੇਟਿੰਗ ਟੂ ਦਾ ਮਿਲਸ, ਟੈਂਕਸ, ਸਟਰੀਮਸ, ਨੈਚੁਰਲ ਡਰੇਨੇਜ, ਕੋਈ ਨੈਚੁਰਲ ਡਰੇਨੇਜ ਸਿਸਟਮ ਹੈਗਾ, ਕੋਈ ਨਦੀ ਲੰਘਦੀ ਹੈ, ਕੋਈ ਟੈਂਕ ਬਣੇ ਹੋਏ ਨੇ, ਕੋਈ ਮਿਲਸ ਬਣੀਆਂ ਹੋਈਆਂ ਨੇ, ਉਹਦੇ ਕੀ ਰੀਤੀ ਰਿਵਾਜ ਹੈਗੇ ਆ। ਐਲੂਵੀਅਨ, ਬੁਰਦਗੀ ਬਰਾਮਦਗੀ ਜੇ ਕੋਈ ਹੋ ਜਾਂਦੀ ਹੈ, ਇੱਕ ਮਾਲਕ ਨੇ ਜ਼ਮੀਨ ਦਿੱਤੀ ਸੀ, ਦੂਜੇ ਮਾਲਕ ਨੂੰ ਦਿੱਤੀ ਸੀ, ਕਿਰਾਏ ਦਿੱਤੀ ਸੀ, ਖੇਤੀਬਾੜੀ ਕਰਨ ਲਈ ਦਿੱਤੀ ਵੀ, ਠੀਕ ਹੈ, ਅਚਾਨਕ ਬੁਰਦਗੀ ਬਰਾਮਦਗੀ ਹੋ ਜਾਂਦੀ ਹੈ ਤਾਂ ਫਿਰ ਕੀ ਕੀਤਾ ਜਾਂਦਾ ਹੈ, ਕੀ ਉਹਦਾ ਮਾਮਲਾ ਮਾਫ ਕੀਤਾ ਜਾਂਦਾ ਹੈ, ਜਾਂ ਕੀ ਉਹਦਾ ਜਿਹੜਾ ਰੈਂਟ ਹੈ ਮਾਫ ਕੀਤਾ ਜਾਂਦਾ ਹੈ, ਜੇ ਕੀਤਾ ਜਾਂਦਾ ਤਾਂ ਕਿੰਨਾ ਕੀਤਾ ਜਾਂਦਾ, ਕਿੰਨੇ % ਕੀਤਾ ਜਾਂਦਾ, ਜਾਂ ਬਿਲਕੁਲ ਹੀ ਮਾਫ ਕਰ ਦਿੱਤਾ ਜਾਂਦਾ ਹੈ। ਇਹ ਪਿੰਡ ਦੇ ਰੀਤੀ ਰਿਵਾਜਾਂ ਦੇ ਮੁਤਾਬਕ ਹੀ ਜਿਹੜਾ ਕੰਮ ਹੈਗਾ ਉਹ ਚੱਲਦਾ ਰਹਿੰਦਾ ਹੈ। ਦਾ ਰਾਈਟਸ ਆਫ ਦਾ ਕਲਟੀਵੇਟਰਸ ਆਫ ਆਲ ਦਾ ਕਲਾਸਿਸ ਨਾਟ ਐਕਸਪ੍ਰੈਸਲੀ, ਜਿਹੜੇ ਕਲਟੀਵੇਟਰ ਹੈਗੇ ਨੇ, ਖੇਤੀਬਾੜੀ ਕਰਦੇ ਨੇ, ਉਹਨਾਂ ਦੇ ਕੀ ਰਾਈਟਸ ਹੈਗੇ ਨੇ। ਫॉर द ਲਾ, ਉਹਨਾਂ ਦੇ ਕੀ ਰਾਈਟਸ ਨੇ, ਉਹਨਾਂ ਦੀ ਕੀ ਲਾਇਬਿਲਿਟੀਜ਼ ਨੇ, ਕੀ ਜਿਹੜਾ ਹੈਗਾ ਤੁਹਾਡਾ ਜਿਹੜਾ ਕਸਟਮ ਹੈਗਾ। ਐਂਡ ਦ ਕਸਟਮਰੀ ਲਾਇਬਿਲਿਟੀਜ਼ ਅਦਰ ਦੈਨ ਦਾ ਰੈਂਟ ਤੋਂ ਇਲਾਵਾ ਹੋਰ ਕੀ ਰੀਤੀ ਰਿਵਾਜ ਨੇ, ਕੀ ਉਹ ਜ਼ਮੀਨ ਨੂੰ ਵਾਗੇ ਸਵਾਰ ਕੇ ਠੀਕ ਕਰ ਸਕਦਾ ਹੈ, ਨਹੀਂ ਕਰ ਸਕਦਾ, ਇੰਪਰੂਵਮੈਂਟ ਕਰ ਸਕਦਾ ਹੈ, ਨਹੀਂ ਕਰ ਸਕਦਾ। ਜੇ ਇੰਪਰੂਵਮੈਂਟ ਕਰਦਾ ਹੈ ਤਾਂ ਮਾਲਕ ਕੀ ਦੇਵੇਗਾ, ਕਿ ਨਹੀਂ ਦੇਵੇਗਾ, ਕੀ ਮਾਲਕ ਦੀ ਮਰਜ਼ੀ ਹੈ, ਲੈਣੀ ਬਣਦੀ ਹੈ, ਉਹ ਤੋਂ ਕੰਸੈਂਟ ਲੈਣੀ ਜ਼ਰੂਰੀ ਹੈਗੀ ਜਾਂ ਨਹੀਂ ਜ਼ਰੂਰੀ ਹੈਗੀ। ਇਹ ਸਾਰਾ ਹੈਗਾ ਜਿਹੜਾ ਵਾਜਿਬੁਲ ਅਰਜ਼ ਦੇ ਵਿੱਚ ਹੀ ਦਰਜ ਕੀਤਾ ਜਾਂਦਾ ਹੈ। ਇਹਦੇ ਮੁਤਾਬਕ ਹੀ ਜਿਹੜੇ ਕੋਰਟਾਂ ਵੀ ਫੈਸਲੇ ਕਰਦੀਆਂ ਨੇ, ਇਸ ਵਾਜਿਬੁਲ ਅਰਜ਼ ਦੇ ਮੁਤਾਬਕ ਹੀ ਜਿਹੜੇ ਡਿਸੀਜ਼ਨ ਨੇ, ਬਹੁਤ ਵੱਡੇ ਡਿਸੀਜ਼ਨ ਜਿਹੜੇ ਹੈਗੇ ਕੋਰਟਾਂ ਵੱਲੋਂ ਲਏ ਜਾਂਦੇ ਆ ਵੀ ਤੁਹਾਡੇ ਪਿੰਡ ਦਾ ਰੀਤੀ ਰਿਵਾਜ ਦਿਖਾਓ ਪਹਿਲਾਂ ਕੀ ਸੀਗਾ। ਕਸਟਮਰੀ ਡਿਊਜ਼ ਪੇਬਲ ਟੂ ਦਾ ਵਿਲੇਜ ਸਰਵੈਂਟਸ, ਪਿੰਡ ਦੇ ਜਿਹੜੇ ਸਰਵੈਂਟ ਨੇ, ਠੀਕ ਹੈ, ਉਹਨਾਂ ਨੂੰ ਕੀ ਦਿੱਤਾ ਜਾਂਦਾ ਹੈ। ਐਂਡ ਦਾ ਕਸਟਮਰੀ ਸਰਵਿਸ ਟੂ ਬੀ ਰੈਂਡਰਡ ਬਾਈ ਦੈਮ, ਜੇ ਕੋਈ ਨੌਕਰ ਹੈਗਾ ਉਹ ਆਪਦਾ ਕਸਟਮ ਦੇ ਮੁਤਾਬਕ ਆਪਦੀ ਸਰਵਿਸ ਮੁਹੱਈਆ ਕਰਦਾ ਹੈ, ਕੋਈ ਪਾਣੀ ਪਿਲਾਉਂਦਾ ਹੈ,
ਠੀਕ ਹੈ, ਕੋਈ ਕੰਮ ਕਰਦਾ, ਕੋਈ ਕੰਮ ਕਰਦਾ, ਅਲੱਗ-ਅਲੱਗ ਕੰਮ ਹੈਗੇ ਹਰ ਬੰਦੇ ਦੇ, ਠੀਕ ਹੈ। ਉਹ ਤਾਂ ਉਹਨਾਂ ਨੂੰ ਜਿਹੜੇ ਪਿੰਡ ਦੇ ਰੀਤੀ ਰਿਵਾਜ਼ਾਂ ਮੁਤਾਬਕ ਕੀ ਪੇ ਕੀਤਾ ਜਾਵੇਗਾ, ਕਿੰਨੀ ਕਣਕ ਸਾਉਣੀ ਵੇਲੇ ਕੀ ਦਿੱਤਾ ਜਾਏਗਾ, ਹਾੜੀ ਵੇਲੇ ਕਿੰਨੀ ਕਣਕ ਦਿੱਤੀ ਜਾਵੇਗੀ, ਕੀ ਦਿੱਤਾ ਜਾਏਗਾ, ਇਸ ਤਰ੍ਹਾਂ ਜਿਹੜਾ ਹੈਗਾ ਇਹ ਰਿਵਾਜ ਦੇ ਮੁਤਾਬਕ ਹੀ ਚੱਲਦਾ ਹੈ। ਦ ਰਾਈਟਸ ਆਫ ਦ ਗਵਰਨਮੈਂਟ ਟੂ ਐਨੀ ਨਜ਼ੂਲ ਪ੍ਰਾਪਰਟੀ, ਸਰਕਾਰ ਦੇ ਉੱਪਰ ਨਜ਼ੂਲ ਲੈਣ ਦੇ ਉੱਪਰ, ਫਰਸਟ ਲੈਂਡ ਦੇ ਉੱਪਰ, ਅਨਕਲੇਮਡ ਅਨਆਕੂਪਾਈਡ ਲੈਂਡ, ਕੀ ਅਗਰ ਕੋਈ ਡਿਜ਼ਰਟ ਪਿਆ, ਵੇਸਟ ਲੈਂਡ ਹੈ, ਕੁਆਰੀਜ਼ ਪਈਆਂ ਨੇ, ਠੀਕ ਹੈ, ਤਾਂ ਇਹ ਜ਼ਮੀਨਾਂ ਦੇ ਉੱਪਰ ਸਰਕਾਰ ਦੇ ਕੀ ਹੱਕ ਹੋਣਗੇ। ਡਿਗ ਸਟੋਨ, ਜਿੱਥੇ ਕੋਈ ਪੱਥਰ ਪੁੱਥਰ ਨਿਕਲ ਜਾਂਦਾ ਤਾਂ ਸਰਕਾਰ ਦਾ ਕੀ ਰਾਈਟ ਹੋਏਗਾ। ਐਨੀ ਅਦਰ ਇੰਪੋਰਟੈਂਟ ਯੂਸੇਜ, ਹੋਰ ਵੀ ਕੋਈ ਜ਼ਰੂਰੀ ਜਿਹੜਾ ਹੈਗਾ ਖੇਤੀਬਾੜੀ ਦੇ ਮਕਸਦ ਦੇ ਲਈ, ਲੈਂਡ ਓਨਰ ਦੇ ਲਈ, ਕਲਟੀਵੇਟਰ ਦੇ ਲਈ ਕੋਈ ਪੁਆਇੰਟਸ ਜਿਹੜੇ ਹੈਗੇ ਆ, ਉਹ ਵੀ ਜਿਹੜੇ ਪਿੰਡ ਦੇ ਲੋਕ ਨੇ ਇਕੱਠੇ ਹੋ ਕੇ ਆਪਣਾ ਲਿਖ ਸਕਦੇ ਹੈਗੇ ਆ। ਵੇਅਰ ਦਾ ਰਿਕਾਰਡ ਆਫ ਰਾਈਟਸ ਬੀਇੰਗ ਮੇਡ ਫॉर द ਫਸਟ ਟਾਈਮ, ਜਦੋਂ ਕਿਤੇ ਰਿਕਾਰਡ ਆਫ ਰਾਈਟ ਕਹਿੰਦਾ ਪਹਿਲੀ ਵਾਰੀ ਬਣ ਰਿਹਾ ਹੋਵੇ, ਇਫ ਦ ਪਰਸਨਸ ਇੰਟਰਸਟਡ ਆਰ ਨਾਟ ਐਗਰੀਡ ਐਜ਼ ਟੂ ਐਗਜ਼ਿਸਟੈਂਸ ਆਫ ਐਨੀ ਅਲੈਸਟ ਕਸਟਮ, ਜਿਹੜੇ ਮਾਲਕ ਨੇ ਉਹ ਪੁਰਾਣੇ ਜਿਹੜੇ ਕਸਟਮਰ ਰੀਤੀ ਰਿਵਾਜ ਚੱਲ ਰਹੇ ਉਹਨਾਂ ਦੇ ਮੁਤਾਬਕ ਉਹਨਾਂ ਨੂੰ ਮਨਜ਼ੂਰ ਨਹੀਂ ਹੈਗੇ, ਤਾਂ ਕੀ ਹੈ, ਤਾਂ ਕਲੈਕਟਰ ਹੈਗਾ ਜਾਂ ਅਸਿਸਟੈਂਟ ਕਲੈਕਟਰ ਹੈਗਾ, ਫਸਟ ਗੇਟ ਡਿਸਾਈਡ ਦਾ ਡਿਸਪਿਊਟ ਬਿਟਵੀਨ ਦਾ ਓਨਰਸ, ਠੀਕ ਹੈ। ਉਹ ਕਹਿੰਦੇ ਮੈਂ ਇਸ ਰਿਵਾਜ ਨੂੰ ਨਹੀਂ ਮੰਨਦਾ, ਇਹ ਰਿਵਾਜ ਗਲਤ ਹੈਗਾ, ਤਾਂ ਫਿਰ ਹੈਗਾ ਜਿਹੜਾ ਉੱਥੇ ਜਿਹੜੀ ਇੰਟਰਫੇਰੈਂਸ ਹੋ ਜਾਂਦੀ ਹੈ ਕਲੈਕਟਰ ਦੇ ਵੱਲੋਂ, ਤਹਿਸੀਲਦਾਰ ਵਗੈਰਾ ਜਾ ਕੇ ਉਸ ਡਿਸਪਿਊਟ ਨੂੰ ਸੋਲਵ ਕਰਦੇ ਹੈਗੇ ਆ। ਤਹਿਸੀਲਦਾਰ ਆਰ ਅਥੋਰਾਈਜ਼ਡ ਫਾਈਨਲੀ ਟੂ ਟੈਸਟ ਆਲ ਦਾ ਅਨਡਿਸਪਿਊਟਡ ਐਂਟਰੀਜ਼, ਜਿਹੜੀਆਂ ਅਨਡਿਸਪਿਊਟਡ ਐਂਟਰੀਜ਼ ਹੁੰਦੀਆਂ ਨੇ, ਫਿਰ ਉਹ ਬਾਜ਼ੂਲ ਅਰਜ਼ੀਆਂ ਫਿਰ ਉਹ ਤਹਿਸੀਲਦਾਰ ਵੱਲੋਂ ਜਿਹੜੀਆਂ ਹੈਗੀਆਂ ਟੈਸਟ ਕਰ ਦਿੱਤੀਆਂ ਜਾਂਦੀਆਂ ਨੇ, ਜਿਵੇਂ ਪਿੰਡ ਦੇ ਲੋਕ ਬਣਾ ਕੇ ਦਿੰਦੇ ਨੇ। ਡਿਸਪਿਊਟਡ ਸ਼ੁੱਡ ਬੀ ਰੈਫਰਡ ਫॉर द ਡਿਸੀਜਨ ਟੂ ਦ ਕਲੈਕਟਰ, ਜੇ ਕੋਈ ਡਿਸਪਿਊਟਡ ਐਂਟਰੀ ਰਹਿ ਗਈ, ਕੁਛ ਲੋਕ ਮੰਨਦੇ ਆ, ਕੁਛ ਲੋਕ ਕੁਛ ਹੋਰ ਕਹਿੰਦੇ ਆ, ਕੁਛ ਲੋਕ ਕੁਛ ਹੋਰ ਕਹਿੰਦੇ ਆ, ਤਾਂ ਜਿਹੜੀ ਹੈਗੀ ਆ ਉਹ ਕਲੈਕਟਰ ਕੋਲੇ ਰੈਫਰੈਂਸ ਲਈ ਭੇਜੀ ਜਾ ਸਕਦੀ ਹੈ, ਫॉर द ਫਾਈਨਲ ਡਿਸੀਜਨ ਲਈ ਭੇਜੀ ਜਾ ਸਕਦੀ ਹੈ। ਵੈਨ ਦ ਸਟੇਟਮੈਂਟ ਇਜ਼ ਕੰਪਲੀਟ, ਜਦੋਂ ਇਹ ਬਾਜ਼ੂਲ ਅਰਜ਼ੀ ਜਿਹੜੀ ਸਟੇਟਮੈਂਟ ਹੈ ਕੰਪਲੀਟ ਹੋ ਜਾਂਦੀ ਹੈ, ਹਰ ਪੱਖੋਂ ਮੁਕੰਮਲ ਹੋ ਜਾਂਦੀ ਹੈ ਜੀ, ਅਫੋਰਸੈਡ ਸ਼ੈਲ ਬੀ ਫਿਕਸਡ ਡੇਟ, ਤਾਂ ਫਿਰ ਇੱਕ ਦਿਨ, ਇੱਕ ਟਾਈਮ, ਇੱਕ ਸਮਾਂ ਨਿਯੁਕਤ ਕੀਤਾ ਜਾਂਦਾ ਹੈ। ਫਿਰ ਇਹ ਸਾਰੀ ਜਿਹੜੀ ਬਾਜ਼ੂਲ ਅਰਜ਼ੀ ਹੈਗੀ ਹੈ ਪਿੰਡ ਦੇ ਲੋਕਾਂ ਦਾ ਇਕੱਠ ਕਰਕੇ ਪਿੰਡ ਦੇ ਲੋਕਾਂ ਦੇ ਵਿੱਚ ਸੁਣਾਈ ਜਾਂਦੀ ਹੈ। ਇਮੀਡੀਏਟ ਵਿਸਿਨਿਟੀ, ਆਸ-ਪਾਸ ਦੇ ਸਾਰੇ ਲੋਕ ਹੈਗੇ ਆ, ਉਹਨੂੰ ਇਕੱਠਾ ਕਰਾਇਆ ਜਾਂਦਾ ਇੱਕ ਪਿੰਡ ਦੇ ਇੱਕ ਜਗ੍ਹਾ ਤੇ, ਕਿਸੇ ਧਾਰਮਿਕ ਸਥਾਨ ਤੇ, ਕਿਸੇ ਧਰਮਸ਼ਾਲਾ ਦੇ ਵਿੱਚ ਜਾਂ ਕਿਸੇ ਹੋਰ ਸਾਂਝੀ ਥਾਂ ਤੇ। ਸਟੇਟਮੈਂਟ ਸ਼ੈਲ ਬੀ ਰੀਡ ਓਵਰ, ਪੂਰੀ ਜਿਹੜੀ ਇਹ ਬਾਜ਼ੂਲ ਅਰਜ਼ ਹੈਗੀ, ਇਹਦੇ ਜਿੰਨੇ ਵੀ ਇਹਦੇ ਵਿੱਚ ਪੁਆਇੰਟਸ ਵੀ ਬਣਾਏ ਗਏ ਨੇ, ਸੰਵਿਧਾਨ ਦੇ ਵਿੱਚ ਤੁਸੀਂ ਕੀ ਕੁਛ ਲਿਖਿਆ ਹੋਇਆ ਹੈਗਾ, ਠੀਕ ਹੈ, ਇਹ ਸਾਰਾ ਪੜ੍ਹ ਕੇ ਲੋਕਾਂ ਨੂੰ ਸੁਣਾਇਆ ਜਾਂਦਾ ਹੈ। ਸਟੇਟਮੈਂਟ ਸ਼ੈਲ ਬੀ ਰੀਡ ਓਵਰ ਇਨ ਦ ਪ੍ਰੈਜ਼ੈਂਸ ਆਫ ਸਚ ਪਰਸਨਸ ਐਂਡ ਆਫਟਰ ਸਚ ਫਰਦਰ ਕਰੈਕਸ਼ਨਸ, ਜੇ ਕਿਤੇ ਲੋੜ ਪੈਂਦੀ ਹੈ ਕਿਸੇ ਮੁਤਾਬਕ, ਕਿਤੇ ਸਾਡੇ ਤੋਂ ਲਿਖਣ ਵੇਲੇ ਗਲਤੀ ਹੋ ਗਈ ਜਾਂ ਕੋਈ ਹੋਰ ਮਿਸਟੇਕ ਹੋ ਗਈ, ਕਲੈਰੀਕਲ ਮਿਸਟੇਕ ਹੋ ਗਈ, ਜਾਂ ਕਿਤੇ ਸੁਧਾਰ ਦੀ ਲੋੜ ਪੈਂਦੀ ਹੈ, ਤਾਂ ਪਿੰਡ ਦੇ ਲੋਕਾਂ ਦੇ ਸਾਂਝੇ ਕੰਸੈਂਸਸ ਦੇ ਨਾਲ ਉਹਦੇ ਵਿੱਚ ਕਰੈਕਸ਼ਨ ਕਰ ਦਿੱਤੀ ਜਾਂਦੀ ਹੈਗੀ ਹੈ। ਇਹ ਕੀ ਲਿਸਟ ਆਫ ਦਾ ਰੈਂਟ ਦੇ ਕਿਹੜਾ ਮਾਲਕ ਕਿਹੜੀ ਜ਼ਮੀਨ ਕਿਰਾਏ ਤੇ ਦਿੱਤੀ ਵੀ ਹੈ, ਉਹਦਾ ਕਿਰਾਇਆ ਕੌਣ ਮਾਲਕ ਹੈ, ਕੌਣ ਕਿਰਾਏਦਾਰ ਹੈਗਾ, ਕਿੰਨਾ ਕਿਰਾਇਆ ਅਦਾ ਕਰਦਾ ਹੈ, ਇਹਦੀ ਇੱਕ ਲਿਸਟ ਨਾਲ ਬਣ ਜਾਂਦੀ ਹੈ ਉਸ ਵੇਲੇ। ਕਾਈਂਡਸ ਆਫ ਦਾ ਟੈਨੈਂਟਸ, ਠੀਕ ਹੈ ਜੀ। ਲਿਸਟ ਆਫ ਦਾ ਮੌਰਗੇਜ, ਕਿਹੜੀਆਂ ਜ਼ਮੀਨਾਂ ਮੌਰਗੇਜ ਹੋਈਆਂ ਨੇ ਉਸ ਪਿੰਡ ਦੀਆਂ, ਕੌਣ ਮੌਰਗੇਜਰ ਨੇ, ਕੌਣ ਮੌਰਗੇਜੀ ਹੈਗਾ, ਕਿੰਨੇ ਸਮੇਂ ਲਈ ਦਿੱਤੀ ਗਈ ਹੈ, ਠੀਕ ਹੈ। ਡੇਟ ਕਿੰਨੀ ਅਮਾਊਂਟ ਹੈ, ਟੋਟਲ ਲੈਂਡ ਕਿੰਨੀ ਹੈ, ਮਾਲਕਾਂ ਦਾ ਨਾਮ, ਕਿਰਾਏਦਾਰ ਦਾ, ਮੁਸ਼ਤਰੀ ਦਾ, ਮੁਰਤਨ ਦਾ, ਮੌਰਗੇਜ ਦਾ ਨਾਮ, ਤੇ ਡੇਟ ਆਫ ਮੌਰਗੇਜ ਕਿਹੜੀ ਤਰੀਕ ਨੂੰ ਦਿੱਤੀ ਹੈ, ਇਹ ਵੀ ਇੱਕ ਲਿਸਟ ਨਾਲ ਬਣ ਜਾਂਦੀ ਹੁੰਦੀ ਹੈ। ਦੈਨ ਅਪੈਂਡਿਕਸ 21 ਚ ਕੀ ਹੈਗਾ, ਇੰਸਟਰਕਸ਼ਨਸ ਫॉर ਬ੍ਰਿੰਗਿੰਗ ਅਪ ਟੂ ਡੇਟ ਰੀਸੈਟਲਮੈਂਟ ਦਾ ਫੀਲਡ ਮੈਪ। ਹੁਣ ਦੇਖੋ ਇਹ ਜਿਹੜਾ ਹੈਗਾ, ਇਹ ਪਹਿਲਾ ਨੰਬਰ 222 ਹੈ ਤੁਹਾਡਾ ਸੈਟਲਮੈਂਟ ਮੈਨੂਅਲ ਦਾ। ਪਹਿਲਾ ਨੰਬਰ 222 ਕੀ ਕਹਿੰਦਾ ਹੈ? ਪਹਿਲਾ ਨੰਬਰ 222 ਇਹ ਕਹਿੰਦਾ ਵੀ ਕਿ ਜਦੋਂ ਸੈਟਲਮੈਂਟ ਹੋਣੀ ਹੈ, ਜ਼ਿਆਦਾਤਰ ਦੇਖੋ ਜਦੋਂ ਕੋਈ ਸੈਟਲਮੈਂਟ ਹੁੰਦੀ ਹੈ ਤਾਂ ਰੀਮੇਜਰਮੈਂਟ ਹੁੰਦੀ ਹੈ ਆਮ ਤੌਰ ਤੇ। ਸਾਰੇ ਖੇਤਾਂ ਨੂੰ ਨਵੇਂ ਸਿਰੇ ਤੋਂ ਮਿਲਿਆ ਜਾਂਦਾ ਤਾਂ ਕਿ ਐਵੇਂ ਇੱਕ ਝੋਲਾ ਜਾਣਾ ਪਵੇ, ਕੋਈ ਖੇਤ ਮਿਲ ਲਿਆ ਕੋਈ ਛੱਡਤਾ, ਕੋਈ ਮਿਲ ਲਿਆ ਕੋਈ ਛੱਡਤਾ, ਕੋਈ ਮਿਲ ਲਿਆ ਕੋਈ ਛੱਡਤਾ, ਠੀਕ ਹੈ। ਇੱਦਾਂ ਦਾ ਕੋਈ ਪ੍ਰੋਸੈਸ ਨਹੀਂ ਹੋਣਾ ਚਾਹੀਦਾ। ਜ਼ਿਆਦਾਤਰ ਤਰੀਕੇ ਨਾਲ ਕੀ ਹੁੰਦਾ ਵੀ ਰੀਸੈਟਲਮੈਂਟ ਜਦੋਂ ਕਦੇ ਸੈਟਲਮੈਂਟ ਹੁੰਦੀ ਹੈ ਕਿਸੇ ਪਿੰਡ ਦੀ, ਇੰਸਟਰਕਸ਼ਨਸ ਫॉर द ਬ੍ਰਿੰਗਿੰਗ ਅਪ ਟੂ ਡੇਟ ਐਟ ਰੀਸੈਟਲਮੈਂਟ। ਕਿਸੇ ਪਿੰਡ ਦੀ ਜਦੋਂ ਰੀਸੈਟਲਮੈਂਟ ਹੁੰਦੀ ਹੈ ਤਾਂ ਜਿਹੜੇ ਫੀਲਡ ਦੇ ਮੈਪ ਹੁੰਦੇ ਨੇ ਖੇਤ ਦੇ ਆਫ ਦਾ ਪ੍ਰੀਵੀਅਸ ਸੈਟਲਮੈਂਟ, ਜਿਹੜੀ ਉਸ ਤੋਂ ਪਹਿਲਾਂ ਮੈਪ ਸੈਟਲਮੈਂਟ ਹੋਈ ਹੁੰਦੀ ਹੈ, ਵਿਦਾਊਟ ਰੀਕੋਰਸ ਟੂ ਰੀਮੇਜਰਮੈਂਟ। ਕੀ ਕਹਿੰਦੇ ਵੀ ਦੁਬਾਰਾ ਰੀਮੇਜਰਮੈਂਟ ਕਰਨ ਤੋਂ ਬਜਾਏ ਵੀ ਕੀ ਕੋਈ ਢੰਗ ਤਰੀਕਾ ਹੈ ਐਸਾ ਵੀ ਰੀਮੇਜਰਮੈਂਟ ਨਾ ਕਰੀ ਜਾਵੇ, ਤਾਂ ਕੁਛ ਉਨੇ ਕੁ ਪਿੰਡ ਉਨੇ ਕੁ ਖਸਰਾ ਨੰਬਰ ਮੇਜਰ ਕਰੇ ਜਾਣ ਜਿੰਨੇ ਕੁ ਦੀ ਲੋੜ ਹੋਵੇ, ਜਾਂ ਜਿਹੜੇ ਟੁੱਟ ਚੁੱਕੇ ਹੋਣ ਉਹਨਾਂ ਨੂੰ ਮੇਜਰ ਕਰਕੇ ਹੀ ਸਰਦਾ ਹੋਵੇ, ਠੀਕ ਹੈ। ਇਹ ਕਹਿੰਦੇ ਦੱਸੋ ਵੀ ਕੀ ਹੈਗਾ, ਇੰਸਟਰਕਸ਼ਨਸ ਕੀ ਨੇ ਇੱਦਾਂ ਦੀਆਂ ਵੀ ਕੀ ਮੇਜਰਮੈਂਟ ਕਰਨ ਦੀ ਨਵੇਂ ਸਿਰੇ ਤੋਂ ਲੋੜ ਹੈਗੀ ਜਾਂ ਨਵੇਂ ਸਿਰੇ ਤੋਂ ਮੇਜਰਮੈਂਟ ਕਰਨ ਦੀ ਨਹੀਂ ਲੋੜ ਹੈਗੀ। ਥੋੜ੍ਹੇ ਨੰਬਰਾਂ ਨੂੰ ਮਿਲ ਕੇ ਹੀ
ਕਿਵੇਂ ਮੈਂ ਤੁਹਾਨੂੰ ਦੱਸਾਂ, ਜਿਵੇਂ ਕਿ ਪਿੰਡ ਹੈ, ਮੰਨ ਲਓ ਇੱਕ ਪਿੰਡ ਦੇ ਵਿੱਚ ਬਾਕੀ ਤਾਂ ਨੰਬਰ ਖਸਰਾ ਸਾਰੇ ਸਹੀ ਹੈ, ਉਦਾਂ ਹੀ ਹੈ ਜਿਵੇਂ ਪਹਿਲੀ ਸੈਟਲਮੈਂਟ ਹੋਈ ਸੀ, ਉਸੇ ਸੈਟਲਮੈਂਟ ਦੇ ਮੁਤਾਬਕ ਨੰਬਰ ਖਸਰਾ ਠੀਕ ਨੇ ਸਾਰੇ ਦੇ ਸਾਰੇ। ਕੁਛ ਇੱਕ ਪਾਰਟੀਕੂਲਰ ਏਰੀਆ ਸੀਗਾ, ਮੰਨ ਲਓ ਵੇਸਟਲੈਂਡ ਪਈ ਸੀ ਕਿਤੇ ਸਰਕਾਰ ਦੀ, ਸਰਕਾਰ ਨੇ ਉਹ ਵੇਸਟਲੈਂਡ ਅਲਾਟ ਕਰ ਦਿੱਤੀ, ਉਹਦਾ ਨੰਬਰ ਖਸਰਾ 1 ਸੀਗਾ, ਵੱਡਾ ਨੰਬਰ ਸੀ, ਮੰਨ ਲਓ 20 30 40 ਵਿਗੇ ਦਾ ਨੰਬਰ ਸੀਗਾ। ਉਹਦੇ ਵਿੱਚ ਸਰਕਾਰ ਨੇ ਬਣਾ ਕੇ ਇੱਕ ਕਲੋਨੀ ਬਣਾ ਦਿੱਤੀ, 100 ਗਜ ਦੇ ਜਾਂ 150 ਗਜ ਦੇ 2 ਮਰਲਿਆਂ 2 ਵਿਸਵਿਆਂ ਦੇ ਪਲਾਟ ਕਰ ਦਿੱਤੇ। ਉਹਦੇ ਨਾਲ ਕੀ ਹੋਏਗਾ, ਉਹਦੇ ਨਾਲ ਘੱਟੋ ਘੱਟ 200 300 400 ਨੰਬਰ ਖਸਰਾ ਨਵਾਂ ਬਣ ਗਿਆ। ਠੀਕ ਹੈ, ਇੱਥੇ ਇਹ ਹੈਗਾ ਵੀ ਜੇਕਰ ਕਿਤੇ 20% ਤੋਂ ਜ਼ਿਆਦਾ ਜਾਂ 15% ਤੋਂ ਜ਼ਿਆਦਾ ਜੇ ਕਿਤੇ ਚੇਂਜਸ ਆ ਜਾਂਦੀਆਂ ਨੇ ਨੰਬਰ ਖਸਰਿਆਂ ਦੇ ਵਿੱਚ, 15% ਤੋਂ ਜ਼ਿਆਦਾ ਚੇਂਜਸ ਆ ਜਾਂਦੀ ਹੈ, ਤਾਂ ਸਾਨੂੰ ਜਿਹੜੀ ਹੈਗੀ 15 ਤੋਂ 20% ਤੋਂ ਵੱਧ ਚੇਂਜਸ ਆ ਜਾਂਦੇ ਕਿਸੇ ਪਿੰਡ ਦੇ ਵਿੱਚ ਨੰਬਰ ਖਸਰਿਆਂ ਦੇ ਵਿੱਚ, ਤਾਂ ਸਾਨੂੰ ਉਹਦੇ ਪਿੰਡ ਉੱਥੇ ਕੀ ਹੈਗੀ ਆ ਨਵੇਂ ਸਿਰ ਤੋਂ ਮੇਜਰਮੈਂਟ ਕਰਨੀ ਪੈਂਦੀ ਹੈ। ਪਰ ਜੇ ਕਿਤੇ ਮੇਜਰਮੈਂਟ ਦੇ ਵਿੱਚ ਜਿਹੜੀ ਖੇਤਾਂ ਦੀ ਜਿਹੜੀ ਨੰਬਰ ਖਸਰਿਆਂ ਦੇ ਵਿੱਚ ਜਿਹੜੀ ਚੇਂਜਸ ਹੈ ਪਾਰਟੀਸ਼ਨ ਕਰਨ ਦੇ ਨਾਲ, ਤਬਦੀਲੀਆਂ ਕਰਨ ਦੇ ਨਾਲ, ਨਕਸ਼ੇ ਤਤੀਮੇ ਟੁੱਟਣ ਦੇ ਨਾਲ, ਜੇ ਕਿਤੇ ਮੇਜਰਮੈਂਟ ਜਿਹੜੀ ਹੈਗੀ ਆ ਚੇਂਜਸ ਜਿਹੜੀ ਹੈਗੀ ਆ ਉਹ 20% ਤੋਂ ਘੱਟ ਹੈਗੀ ਹੈ, ਤਾਂ ਉਸ ਪਿੰਡ ਨੂੰ ਕਹਿੰਦੇ ਵੀ ਨਵੇਂ ਸਿਰੇ ਤੋਂ ਰੀਮੇਜਰਮੈਂਟ ਕਰਨ ਦੀ ਲੋੜ ਨਹੀਂ ਹੈਗੀ। ਪਰ ਇੱਥੇ ਆ ਕੇ ਇੱਕ ਪ੍ਰੋਵੀਜ਼ਨ ਫਿਰ ਬਣ ਜਾਂਦੀ ਹੈ ਵੀ ਜਿਵੇਂ ਇੱਕ ਪਰਟੀਕੂਲਰ ਏਰੀਆ ਸੀਗਾ, ਇੱਕ 20 ਜਾਂ 30 ਵਿਗੇ ਦਾ ਖੇਤ ਸੀ ਇਕੱਲਾ ਇੱਕ, ਠੀਕ ਹੈ, ਉੱਥੇ ਨੰਬਰ ਖਸਰਾ ਉਹ ਅਲਾਟ ਕਰਨ ਦੇ ਨਾਲ ਨੰਬਰ ਖਸਰਾ ਬਹੁਤ ਜ਼ਿਆਦਾ ਬਣ ਗਏ, ਉੱਥੇ ਜਿਹੜੀ ਪਰਸੈਂਟੇਜ ਹੈ 50% ਦੇ ਕਰੀਬ ਹੋ ਗਈ। ਨੰਬਰ ਖਸਰਾ ਟੁੱਟਣ ਦੀ ਜਿਹੜੀ ਪਰਸੈਂਟੇਜ ਹੈ ਉਸ ਪਿੰਡ ਦੇ ਨੰਬਰ ਖਸਰਾ ਟੁੱਟਣ ਦੀ ਜਿਹੜੀ ਪਰਸੈਂਟੇਜ ਹੈ 50% ਦੇ ਕਰੀਬ ਹੋ ਗਈ ਇੱਕ ਪਰਟੀਕੂਲਰ ਏਰੀਆ ਦੇ ਵਿੱਚ ਨਵੀਂ ਕਲੋਨੀ ਬਣਨ ਦੇ ਨਾਲ। ਤਾਂ ਕਹਿੰਦੇ ਕੀ ਫਿਰ ਅਸੀਂ ਉੱਥੇ ਪਿੰਡ ਦੀ 50% ਟੱਪ ਗਈ, ਨੰਬਰ ਟੁੱਟ ਗਏ, 50% ਤੋਂ ਜ਼ਿਆਦਾ ਨੰਬਰ ਟੁੱਟ ਗਏ, ਗਿਣਤੀ ਤਾਂ ਵੱਧ ਗਈ ਨਾ ਜੀ ਜ਼ਿਆਦਾ, ਕੀ ਅਸੀਂ ਫਿਰ ਵੀ ਰੀਮੇਜਰਮੈਂਟ ਕਰਾਂਗੇ? ਉੱਥੇ ਇਹਦੇ ਵਿੱਚ ਕਿਹਾ ਗਿਆ ਇਸ ਚੈਪਟਰ ਦੇ ਵਿੱਚ ਵੀ ਜੇ ਕਿਤੇ ਇੱਕ ਪਰਟੀਕੂਲਰ ਏਰੀਆ ਦੇ ਵਿੱਚ ਸਪੈਸ਼ਲ ਕਾਜ਼ ਕਰਕੇ, ਕਿਸੇ ਸਪੈਸ਼ਲ ਕਾਰਨ ਕਰਕੇ ਜਿਹੜੀ ਇਹ ਮੇਜਰਮੈਂਟ ਹੈਗੀ ਹੈ ਨੰਬਰ ਖਸਰਾ ਦੀ ਜਿਹੜੀ ਤੋੜ ਹੈਗੀ ਹੈ, ਨੰਬਰ ਖਸਰਾ ਜਿਹੜੇ ਟੁੱਟ ਗਏ ਹੈਗੇ ਇਹ 20% ਤੋਂ ਵੱਧ ਜਾਂਦੇ ਹੈ, ਤਾਂ ਵੀ ਮੇਜਰਮੈਂਟ ਨਵੇਂ ਸਿਰੇ ਤੋਂ ਕਰਨ ਦੀ ਲੋੜ ਨਹੀਂ ਹੈਗੀ, ਕਿਉਂਕਿ ਉਹ ਇੱਕ ਸਪੈਸ਼ਲ ਕਾਜ਼ ਸੀਗਾ, ਸਪੈਸ਼ਲ ਕਾਰਨ ਸੀਗਾ ਵੀ ਉੱਥੇ ਇੱਕ ਕਲੋਨੀ ਕੱਟੀ ਗਈ ਸੀ, ਨਾ ਕਿ ਪਿੰਡ ਦੇ ਸਾਰੇ ਨੰਬਰਾਂ 'ਚ ਕੋਈ ਤੋੜ ਫੋੜ ਨਹੀਂ ਹੋਈ। ਇੱਕ ਛੋਟਾ ਜਿਹਾ ਪਰਟੀਕੂਲਰ ਏਰੀਆ ਸੀਗਾ, ਉਹਦੇ ਵਿੱਚ ਕਲੋਨੀ ਕੱਟਣ ਦੇ ਕਰਕੇ ਨੰਬਰ ਖਸਰਾ 100 ਦੇ ਕਰੀਬ 150 ਦੇ ਕਰੀਬ ਵੱਧ ਗਏ ਉਸ ਪਿੰਡ ਦੇ। ਇਸ ਕਰਕੇ ਇਸੇ ਕੇਸਾਂ ਦੇ ਵਿੱਚ ਵੀ ਕਹਿੰਦੇ ਦੁਬਾਰਾ ਰੀਮੇਜਰਮੈਂਟ ਕਰਨ ਦੀ ਲੋੜ ਨਹੀਂ। ਜਿੱਥੇ ਕਿਤੇ 10-15% ਦੀ ਤੋੜ ਹੋਈ, ਟੁੱਟੇ ਨੰਬਰ ਹੈਗੇ ਆ, ਤਾਂ ਰੀਮੇਜਰਮੈਂਟ ਕਰਨ ਦੀ ਲੋੜ ਨਹੀਂ, ਸਿਰਫ ਉਨੇ ਕੀ ਏਰੀਏ ਨੂੰ ਹੀ ਦੁਬਾਰਾ ਰੀਮੇਜਰਮੈਂਟ ਕਰਕੇ ਜਿਹੜਾ ਹੈਗਾ ਸੈਟਲਮੈਂਟ ਦਾ ਕੰਮ ਸਾਰ ਲਿਆ ਜਾਂਦਾ ਹੈ। ਵੀ ਪੂਰੇ ਨਵੇਂ ਸਿਰੇ ਤੋਂ ਕਿਸੇ ਪਿੰਡ ਨੂੰ ਮੇਜਰ ਕਰੋ, ਕਿਉਂ ਕਰੋ? ਇਹਦੇ ਲਈ ਕੀ ਹੈਗਾ, ਇਹਦੇ ਵਿੱਚ ਦੱਸਿਆ ਗਿਆ ਹੈਗਾ ਵੀ ਜ਼ਿਆਦਾਤਰ ਤਾਂ ਕਿਹਾ ਹੈ ਵੀ ਰਿਪੀਟਡਲੀ ਸੈਟਲਡ, all the districts in the Punjab have now been repeatedly settled, ਵਿਲੇਜ ਫੀਲਡ ਮੈਪ। ਜ਼ਿਆਦਾਤਰ ਕਹਿੰਦੇ ਪੰਜਾਬ ਦੇ ਵਿੱਚ ਜਿਹੜੀਆਂ ਹੈਗੀਆਂ ਸੈਟਲਮੈਂਟ ਹੁੰਦੀਆਂ ਨੇ ਜਦੋਂ, ਉਦੋਂ ਕੀ ਹੈਗਾ ਪਿੰਡ ਦੇ ਖੇਤਾਂ ਨੂੰ ਨਵੇਂ ਸਿਰੇ ਤੋਂ, ਜਿੱਥੇ ਸਕੇਅਰ ਸਿਸਟਮ ਹੈਗਾ, ਜਿੱਥੇ ਮਰਬੇ ਬਣੇ ਹੋਏ ਹੈਗੇ ਨੇ, ਉੱਥੇ ਹੈਗਾ ਰਿਕਾਰਡ ਆਫ ਰਾਈਟਸ ਨੂੰ ਮੇਨਟੇਨ ਕਰਨ ਦੀ ਖਾਤਰ ਜਿਹੜੀ ਸੈਟਲਮੈਂਟ ਕੀਤੀ ਜਾਂਦੀ ਹੈ। ਪਰ ਕਹਿੰਦੇ ਜੇ ਕਿਤੇ 15-20% ਤੋਂ ਉੱਪਰ ਜ਼ਿਆਦਾ ਨੰਬਰ ਟੁੱਟ ਗਏ ਹੋਣ ਫਿਰ ਹੀ ਰੀਮੇਜਰਮੈਂਟ ਹੋਵੇ। ਜੇ ਕਿਤੇ 10-15% ਨੰਬਰ ਟੁੱਟੇ ਹੈਗੇ ਆ ਤਾਂ ਪਿੰਡ ਦੀ ਰੀਮੇਜਰਮੈਂਟ ਕਰਨ ਦੀ ਕੋਈ ਲੋੜ ਨਹੀਂ, ਸਿਰਫ ਉਹਨੇ ਏਰੀਏ ਨੂੰ ਮੇਜਰ ਕਰਕੇ ਹੀ ਤੁਸੀਂ ਜਿਹੜਾ ਹੈਗਾ ਆਪਦਾ ਕੰਮ ਚਲਾ ਸਕਦੇ ਹੋ, ਰਿਕਾਰਡ ਨੂੰ ਦੁਬਾਰਾ ਤੁਸੀਂ ਤਿਆਰ ਕਰ ਸਕਦੇ ਹੋ। ਚੁਆਇਸ ਬਿਟਵੀਨ ਰੀਮੇਜਰਮੈਂਟ ਐਂਡ ਰਿਵੀਜ਼ਨ। ਹੁਣ ਗੱਲ ਆ ਗਈ ਵੀ ਇਹ ਸੈਟਲਮੈਂਟ ਆਫਿਸਰ ਨੇ ਦੇਖਣਾ ਹੈ, ਤਹਿਸੀਲਦਾਰ ਨੇ ਦੇਖਣਾ ਹੈ, ਰੈਵਨਿਊ ਅਧਿਕਾਰੀਆਂ ਨੇ ਦੇਖਣਾ ਹੈ ਵੀ ਕੀ ਇਸ ਪਿੰਡ ਦੀ ਰਿਵੀਜ਼ਨ ਹੋਵੇ ਜਾਂ ਰੀਮੇਜਰਮੈਂਟ ਹੋਵੇ। ਰੀਮੇਜਰਮੈਂਟ ਸਾਰੇ ਖੇਤਾਂ ਨੂੰ ਨਵੇਂ ਸਿਰੇ ਤੋਂ ਮਾਪਣਾ, ਰਿਵੀਜ਼ਨ ਸਿਰਫ ਉਹਨਾਂ ਖੇਤਾਂ ਨੂੰ ਜਿਹੜੇ ਟੁੱਟੇ ਹੋਏ ਹੈ, ਸਿਰਫ ਉਹਨਾਂ ਖੇਤਾਂ ਨੂੰ ਮਾਪ ਕੇ ਨਵਾਂ ਰਿਕਾਰਡ ਤਿਆਰ ਕਰਨਾ। ਠੀਕ ਹੈ, ਜਿਵੇਂ ਆਪਾਂ ਅਪੈਂਡਿਕਸ 7 'ਚ ਪੜ੍ਹ ਕੇ ਆਏ ਹਾਂ ਵੀ ਨਾਲ ਨਾਲ ਫੀਲਡ ਬੁੱਕ ਬਣੇਗੀ, ਨਾਲ ਨਾਲ ਖਤੌਨੀ ਫਰਮਾਇਸ਼ ਬਣੇਗੀ। ਹੁਣ ਇੱਥੇ ਗੱਲ ਆ ਜਾਂਦੀ ਹੈ, ਪਹਿਲਾਂ ਤਾਂ ਇਹ ਦੇਖਣਾ ਡਿਸਾਈਡ ਕਰਨਾ ਹੈਗਾ ਇਸ ਗੱਲ ਦਾ ਵੀ ਕੀ ਇਸ ਪਿੰਡ ਦੀ ਮੇਜਰਮੈਂਟ ਨਵੇਂ ਸਿਰ ਤੋਂ ਹੋਵੇ ਜਾਂ ਰਿਵੀਜ਼ਨ ਕਰਕੇ ਕੰਮ ਚਲਾਇਆ ਜਾਵੇ। ਠੀਕ ਹੈ, ਇਹ ਕੀ ਹੋਏਗਾ, ਕਿਵੇਂ ਦੇਖਾਂਗੇ ਅਸੀਂ? ਜਿਹੜਾ ਪੁਰਾਣਾ ਨਕਸ਼ਾ ਹੈਗਾ ਸਾਡਾ, ਜਿਹੜਾ ਸੈਟਲਮੈਂਟ ਪਿਛਲੀ ਹੋਈ ਹੈ, ਉਹਦੀ ਹਾਲਤ ਦੇਖਾਂਗੇ ਅਸੀਂ ਕੀ ਹੈ। ਪਟਵਾਰੀ ਹਲਕਾ ਦੇਖੇਗਾ, ਕਾਨੂੰਗੋ ਹਲਕਾ, ਨਾਇਬ ਤਹਿਸੀਲਦਾਰ ਦੇਖਣਗੇ ਵੀ ਪੁਰਾਣੇ ਜਿਹੜੀ ਨਕਸ਼ਾ ਹੈਗਾ ਉਹਦੀ ਕੀ ਹਾਲਤ ਹੈਗੀ ਹੈ, ਕੀ ਨੰਬਰ ਕਿੰਨੇ ਟੁੱਟੇ ਹੈਗੇ ਆ। ਇਸ ਗੱਲ ਨੂੰ ਚੈੱਕ ਕਰਨ ਦੇ ਲਈ ਵੀ ਕੀ ਮੇਜਰਮੈਂਟ ਦੁਬਾਰਾ ਹੋਵੇ ਜਾਂ ਨਾ ਹੋਵੇ। ਕਿਸੇ ਪਿੰਡ ਨੂੰ ਕੀ ਹੈਗਾ ਉਹਨੂੰ ਕਲਾਸਿਸ ਵੰਡ ਲਿਆ ਜਾਂਦਾ ਹੈ, A ਕਲਾਸ, B ਕਲਾਸ, C ਕਲਾਸ ਤੇ D ਕਲਾਸ।
ਨੰਬਰ ਖਸਰਾ ਜਿਹੜੀ ਤੁਹਾਡੀ ਗਿਰਦਾਵਰੀ ਹੁੰਦੀ ਹੈ, ਉਸ ਗਿਰਦਾਵਰੀ ਦੇ ਵਿੱਚ ਤੁਸੀਂ ਅੱਗੇ ਜਾਈ ਜਾਓਗੇ, ਵੱਧਦੀ ਜਾਓਗੇ, ਅੱਗੇ ਚੱਲੀ ਜਾਓਗੇ, ਵੱਧਦੀ ਜਾਓਗੇ। ਸਰਵੇ ਹੋਏਗਾ ਸਾਰੇ ਪਿੰਡ ਦਾ, ਤੁਹਾਡਾ ਸ਼ਾਰਟ ਸਰਵੇ ਹੋਏਗਾ ਵੀ ਪਿੰਡ ਦੀ ਮੇਜਰਮੈਂਟ ਨਵੇਂ ਸਿਰ ਤੋਂ ਹੋਣੀ ਹੈ ਜਾਂ ਨਹੀਂ ਹੋਣੀ। ਇਹ ਡਿਸਾਈਡ ਕਰਨ ਤੋਂ ਪਹਿਲਾਂ ਤੁਸੀਂ ਡਿਸਾਈਡ ਕਰਨਾ ਹੈ ਵੀ ਮੇਜਰਮੈਂਟ ਦੁਬਾਰਾ ਹੋਵੇ ਜਾਂ ਨਾ ਹੋਵੇ। ਇਹ ਡਿਸਾਈਡ ਕਰਨ ਤੋਂ ਪਹਿਲਾਂ ਇੱਕ ਸਰਵੇ ਹੋਏਗਾ। ਉਸ ਸਰਵੇ 'ਚ ਕੀ ਕਰੋਗੇ, ਤੁਸੀਂ ਆਪਣੀ ਗਰਦੌਰੀ ਲੈ ਲਓਗੇ ਨਾਲ ਆਪਣੇ, ਠੀਕ ਹੈ ਜੀ। ਗਰਦੌਰੀ ਲੈ ਕੇ ਤੁਸੀਂ ਇਹ ਸਾਰੇ ਪਿੰਡ ਦੇ ਨੰਬਰ ਖਸਰਾਂ ਨੂੰ ਤੁਸੀਂ ਚਾਰ ਪਾਰਟਾਂ 'ਚ ਵੰਡਣਾ ਹੈ। ਇੱਕ ਨੰਬਰ ਖਸਰਾ ਹੋਣਗੇ A ਨੰਬਰ ਦੇ, ਇੱਕ ਨੂੰ A ਨੰਬਰ ਦੇਣਾ ਹੈ, ਦੂਜੇ ਨੂੰ B ਨੰਬਰ ਦੇਣਾ ਹੈ, ਤੀਜੇ ਨੂੰ C ਦੇਣਾ ਹੈ, ਚੌਥੇ ਨੂੰ D ਦੇਣਾ ਹੈ। 4 ਤਰ੍ਹਾਂ ਦੇ ਤੁਹਾਡੇ ਨੰਬਰ ਖਸਰਾ ਬਣ ਜਾਣਗੇ। A ਨੰਬਰ ਕਿਹਨਾਂ ਨੂੰ ਦਿਆਂਗੇ, ਜਿੱਥੇ ਤੁਸੀਂ ਦੇਖੋਗੇ ਵੀ ਮੌਕੇ ਤੇ ਕੋਈ ਚੇਂਜ ਨਹੀਂ ਹੋਈ, ਉੱਥੇ ਤੁਸੀਂ ਆਪਣੀ ਜਿਹੜੀ ਹੈਗੀ ਹੈ ਲੱਠਾ ਹੈਗਾ, ਉੱਥੇ ਤੁਸੀਂ A ਮਾਰਕ ਕਰੀ ਜਾਓਗੇ, ਠੀਕ ਹੈ। ਪੁਰਾਣਾ ਲੱਠਾ ਲੈ ਕੇ ਉਹਦੀ ਫੋਟੋਕਾਪੀ ਕਰਵਾ ਕੇ ਉੱਥੇ ਤੁਸੀਂ A ਮਾਰਕ ਕਰੀ ਜਾਓਗੇ। ਦੇयर इज नो ਚੇਂਜ ਇਨ ਦਾ ਖਸਰਾ ਨੰਬਰ, ਐਜ਼ ਇਟ ਇਜ਼ ਹੈਗਾ। ਇਹ ਦਾ ਮਤਲਬ ਐਜ਼ ਇਟ ਇਜ਼ ਰਹੇਗਾ ਪਲੀਜ਼, ਠੀਕ ਹੈ। ਉੱਥੇ A ਮਾਰਕ ਕਰ ਲਓਗੇ। ਜਿੱਥੇ ਕਿਤੇ ਜਿਹੜਾ ਕੋਈ ਨੰਬਰ ਖਸਰਾ ਹੈਗਾ ਵੱਡਾ ਬਣ ਗਿਆ, ਟੂ ਇਨਕਲੂਡ ਟੂ ਅਦਰ ਨੰਬਰਸ। ਇੱਕ ਨੰਬਰ ਸੀਗਾ, 4 ਨੰਬਰ ਸੀਗੇ, 4 ਦਾ 1 ਬਣ ਕੇ 1 ਬਣ ਗਿਆ, ਠੀਕ ਹੈ, ਪਰ ਰਕਬੇ 'ਚ ਕੋਈ ਫਰਕ ਨਹੀਂ ਪਿਆ। ਟੂ ਇਨਕਲੂਡ ਟੂ ਅਦਰ ਖਸਰਾ ਨੰਬਰ, ਜਾਂ 1 ਦੇ 2 ਬਣ ਗਏ, ਸੌਰੀ 2 ਨੰਬਰਾਂ ਦੇ 1 ਬਣ ਗਿਆ, 3 ਦਾ 1 ਬਣ ਗਿਆ, ਦੂਜੇ ਨੰਬਰ 'ਚ ਰਲ ਗਿਆ, ਠੀਕ ਹੈ, ਪਰ ਬਾਉਂਡਰੀਆਂ ਠੀਕ ਨੇ, ਉਹਨਾਂ ਨੂੰ ਤੁਸੀਂ ਮਾਰਕ ਕਰੋਗੇ B। ਮਤਲਬ ਕਹਿਣ ਦਾ ਭਾਵ ਹੈ ਇੱਕ ਮਾਰਕ ਨੇ ਜੇ ਆਪਦੇ 2 ਨੰਬਰਾਂ ਨੂੰ ਖਸਰਾ ਨੂੰ ਰਲਾ ਕੇ ਖੇਤੀ ਕਰ ਲਈ ਤਾਂ ਉਹ 'ਚ ਕੋਈ ਗੁਨਾਹ ਨਹੀਂ ਕੀਤਾ ਉਸਨੇ। ਆਪਣੇ 2 ਨੰਬਰਾਂ ਨੂੰ ਇਕੱਠੇ ਕਰਕੇ ਉਹਨੇ ਖੇਤੀ ਕਰ ਲਈ, ਹੁਣ ਦੋਵਾਂ ਦਾ 1 ਨੰਬਰ ਖਸਰਾ ਬਣ ਗਿਆ, ਇਹਨਾਂ ਨੂੰ ਤੁਸੀਂ ਮਾਰਕ ਕਰੋਗੇ B। ਤੀਸਰਾ ਪੁਆਇੰਟ ਹੈਗਾ ਜਿਹੜੇ ਤੁਸੀਂ C ਮਾਰਕ ਕਰਨਾ ਹੈ। C ਮਾਰਕ ਤੁਸੀਂ ਉੱਥੇ ਕਰਨਾ ਹੈਗਾ ਜਿੱਥੇ ਪਾਰਟੀਸ਼ਨ ਹੋਣ ਦੇ ਨਾਲ ਨੰਬਰ ਖਸਰਾ ਟੁੱਟ ਗਏ। ਜਿਹੜੇ ਨੰਬਰ ਖਸਰਾ ਟੁੱਟ ਗਏ ਉੱਥੇ ਤੁਸੀਂ ਉਹਨਾਂ ਨੂੰ ਮਾਰਕ ਕਰੋਗੇ C। ਦੈਨ ਫਿਰ ਤੁਸੀਂ ਕੀ ਕਰੋਗੇ, ਚੇਂਜਸ ਡਿਊ ਟੂ ਪਾਰਟੀਸ਼ਨ ਪੋਜੀਸ਼ਨ ਬਾਉਂਡਰੀਜ਼ ਟ੍ਰੇਸੇਬਲ। C ਮਾਰਕ ਤੁਸੀਂ ਉਹਨਾਂ ਨੰਬਰਾਂ ਨੂੰ ਕਰੋਗੇ ਜਿੱਥੇ ਬਾਉਂਡਰੀ ਟ੍ਰੇਸੇਬਲ ਹੈਗੀਆਂ ਨੇ, ਬਾਉਂਡਰੀ ਟ੍ਰੇਸੇਬਲ ਹੈਗੀਆਂ ਨੇ ਤੇ ਪਰ ਨੰਬਰ ਖਸਰਾ ਜਿਹੜੇ ਹੈਗੇ ਨੇ ਉਹ ਟੁੱਟ ਗਏ ਹੈ। ਨੰਬਰ ਖਸਰਾ ਟੁੱਟ ਗਏ, ਬਾਉਂਡਰੀ ਟ੍ਰੇਸੇਬਲ ਹੈਗੇ ਨੇ, ਪਾਰਟੀਸ਼ਨ ਹੋਣ ਦੇ ਕਾਰਨ ਨੰਬਰ ਖਸਰਾ ਟੁੱਟ ਗਿਆ। ਉਹਨਾਂ ਨੰਬਰ ਖਸਰਾ ਨੂੰ ਤੁਸੀਂ ਆਪਣੀ ਗਰਦੌਰੀ ਦੇ ਵਿੱਚ C ਮਾਰਕ ਕਰੀ ਜਾਓਗੇ ਪੈਨਸਲ ਦੇ ਨਾਲ। ਦੁਬਾਰਾ ਦੱਸ ਰਿਹਾ, ਕਲਾਸਿਸ ਦੇ ਵਿੱਚ ਵੰਡਣਾ ਹੈ ਸਾਰੇ ਪਿੰਡ ਦੇ ਨੰਬਰ ਖਸਰਿਆਂ ਨੂੰ। ਕਲਾਸ A ਹੋਏਗੀ ਉਹਨਾਂ ਨੰਬਰਾਂ ਦੀ ਜਿੱਥੇ ਕੋਈ ਚੇਂਜ ਨਹੀਂ ਹੋਈ, ਖਸਰਾ ਨੰਬਰਾਂ ਦੇ ਵਿੱਚ ਕੋਈ ਤੋੜ ਫੋੜ ਨਹੀਂ ਹੋਈ, ਐਜ਼ ਇਟ ਇਜ਼ ਪਏ ਨੇ। ਕਲਾਸ B ਉਹਨਾਂ ਨੰਬਰ ਨੂੰ ਦੇਣਾ ਹੈ, ਗਰਦੌਰੀ ਦੇ ਵਿੱਚ ਤੁਸੀਂ ਲਿਖਣਾ ਹੈ ਪੈਨਸਲ ਦੇ ਨਾਲ, ਜਿੱਥੇ ਨੋ ਚੇਂਜ ਬਟ ਕਲੱਬ ਵਿਦ ਦਾ ਅਦਰ ਖਸਰਾ ਨੰਬਰ। ਚੇਂਜ ਕੋਈ ਨਹੀਂ ਹੋਈ ਪਰ ਦੂਜੇ ਨੰਬਰ ਦੇ ਕੋਈ ਨੰਬਰ ਕਲੱਬ ਹੋ ਗਿਆ। ਮਤਲਬ ਕਹਿਣ ਦਾ ਭਾਵ ਹੈ ਇੱਕ ਮਾਲਕ ਨੇ ਆਪਦੇ 2 ਨੰਬਰ ਇਕੱਠੇ ਕਰਕੇ ਖੇਤੀ ਕਰ ਲਈ। ਤੀਸਰਾ C ਮਾਰਕ ਤੁਸੀਂ ਉਹਨਾਂ ਨੂੰ ਕਰੋਗੇ ਚੇਂਜਸ ਡਿਊ ਟੂ ਦਾ ਪਾਰਟੀਸ਼ਨ ਬਾਉਂਡਰੀਜ਼ ਟ੍ਰੇਸੇਬਲ। ਪਾਰਟੀਸ਼ਨ ਹੋਣ ਦੇ ਨਾਲ ਚੇਂਜਸ ਤਾਂ ਹੋ ਗਈ, ਨੰਬਰ ਖਸਰਾ ਟੁੱਟ ਗਏ, ਪਰ ਜਿਹੜੇ ਬਾਉਂਡਰੀ ਨੇ ਉਹ ਟ੍ਰੇਸੇਬਲ ਹੈਗੀਆਂ ਨੇ, ਬਾਉਂਡਰੀਆਂ ਸਾਰੀਆਂ ਉੱਦਾਂ ਹੀ ਪਈਆਂ ਹੈਗੀਆਂ ਨੇ ਨੰਬਰ ਖਸਰਾ ਦੀਆਂ। ਇੱਕ ਨੰਬਰ ਦੇ 2 ਟੁਕੜੇ ਬਣ ਗਏ, 3 ਟੁਕੜੇ ਬਣ ਗਏ ਤਕਸੀਮ ਹੋਣ ਦੇ ਨਾਲ, ਪਰ ਬਾਉਂਡਰੀਆਂ ਸਾਰੀਆਂ ਟ੍ਰੇਸੇਬਲ ਨੇ, ਮੌਕੇ ਦੇ ਵੀ ਟ੍ਰੇਸੇਬਲ ਨੇ ਤੇ ਰਿਕਾਰਡ ਦੇ ਵਿੱਚ ਤਾਂ ਪਾਰਟੀਸ਼ਨ ਹੋਈ ਚੁੱਕੀ ਆ, ਉਹ ਤੁਸੀਂ ਦੇਖੋਗੇ। ਚੌਥਾ ਹੈਗਾ D ਮਾਰਕ ਕਰੋਗੇ ਉਹਨਾਂ ਨੰਬਰਾਂ ਨੂੰ ਜਿੱਥੇ ਪਾਰਟੀਸ਼ਨ ਵਗੈਰਾ ਹੋਣ ਦੇ ਨਾਲ ਨੰਬਰ ਖਸਰਾ ਟੁੱਟ ਗਏ ਪਰ ਜਿਹੜੀਆਂ ਬਾਉਂਡਰੀਆਂ ਹੈਗੀਆਂ ਨੇ ਉਹ ਟ੍ਰੇਸੇਬਲ ਨਹੀਂ ਹੈਗੀਆਂ। ਮੌਕੇ ਤੇ ਬਾਉਂਡਰੀਆਂ ਦਾ ਪਤਾ ਨਹੀਂ ਚੱਲਦਾ, ਨੰਬਰ ਟੁੱਟ ਗਏ, ਭੱਜ ਗਏ, ਠੀਕ ਹੈ। ਜਿਵੇਂ ਕਿ ਮੈਂ ਪਹਿਲਾਂ ਗੱਲ ਕਰਕੇ ਹਟਿਆ ਵੀ ਕੋਈ ਵੱਡਾ ਖੇਤ ਸੀਗਾ 5 ਵਿਗੇ ਦਾ ਜਾਂ 7 ਵਿਗੇ ਦਾ, ਉੱਥੇ ਟੁਕੜੇ ਬਣ ਗਏ। ਉੱਥੇ ਜਿਹੜਾ ਵੱਡਾ ਖੇਤ ਸੀ ਉਹਦੀਆਂ ਵੀ ਕੋਈ ਦਿਸ਼ਾਵਾਂ ਨਹੀਂ ਸੀ ਹੈਗੀਆਂ, ਵੱਡੇ ਖੇਤ ਦੇ ਟੁਕੜੇ ਬਣ ਕੇ ਪਾਰਟੀਸ਼ਨ 2-2 ਵਿਸਵੇ ਦੇ ਜਿਹੜੇ ਖੇਤ ਹੈਗੇ ਸੀ ਪਲਾਟ ਕਰਕੇ ਦਿੱਤੇ ਗਏ, ਠੀਕ ਹੈ। ਉੱਥੇ ਕੋਈ ਬਾਉਂਡਰੀ ਨਹੀਂ ਹੈਗੀ ਕਿਉਂਕਿ ਉਹ ਜਿਹੜਾ ਸਰਕਾਰੀ ਨੰਬਰ ਸੀਗਾ ਜਾਂ ਸਰਕਾਰ ਨੇ ਅਲਾਟ ਕਰਤਾ ਜਾਂ ਪੰਚਾਇਤ ਦਾ ਨੰਬਰ ਸੀਗਾ, ਠੀਕ ਹੈ। ਇਹੋ ਜਿਹੇ ਕੇਸ ਦੇ ਵਿੱਚ ਕੀ ਹੈਗਾ, ਤੁਸੀਂ ਇੱਥੇ ਬਾਉਂਡਰੀਜ਼ ਵਗੈਰਾ ਨਹੀਂ ਦਿਖਦੀਆਂ, ਠੀਕ ਹੈ, ਤੇ ਨੰਬਰ ਖਸਰਾ ਟੁੱਟ ਵੀ ਗਿਆ, ਬਾਉਂਡਰੀ ਦਿਖਦੀਆਂ ਵੀ ਨਹੀਂ ਹੈਗੀਆਂ, ਦਿਸ਼ਾਵਾਂ ਵੀ ਕਿਤੇ ਨਜ਼ਰ ਆ ਰਹੀਆਂ ਜਿਹੜੀਆਂ ਪਹਿਲੇ ਖੇਤ ਦੀਆਂ ਸੀਗੀਆਂ,
ਠੀਕ ਹੈ, ਉਹਨਾਂ ਨੰਬਰਾਂ ਨੂੰ ਤੁਸੀਂ ਡੀ ਮਾਰਕ ਕਰੋਗੇ। ਹੁਣ ਤੁਹਾਡੇ ਕੋਲ A B ਤੇ C ਤੇ D 4 ਤਰ੍ਹਾਂ ਦੇ ਨੰਬਰ ਆ ਗਏ। ਠੀਕ ਹੈ ਜੀ, 4 ਤਰ੍ਹਾਂ ਦੇ ਨੰਬਰਾਂ ਵਿੱਚ ਤੁਸੀਂ ਆਪਣੇ ਸਾਰੇ ਪਿੰਡ ਨੂੰ ਵੰਡ ਲਿਆ। ਕਹਿੰਦਾ ਬਟ ordinary, ਕਹਿੰਦਾ when the copy of the map for use in the field has been made, 12 ਨੰਬਰ ਤੇ ਦੇਖੋ ਜੀ, 12 ਨੰਬਰ ਤੇ ਆ ਜਾਓ। ordinary ਜਨਰਲ ਵਿੱਚ ਕੀ ਕਹਿੰਦਾ, when the copy of the map for the use in the field, ਜਿਹੜੀ ਮੈਪ ਦੀ ਕਾਪੀ ਨੂੰ ਅਸੀਂ ਫੀਲਡ ਦੇ ਵਿੱਚ ਯੂਜ਼ ਕਰ ਰਹੇ ਹਾਂ ਉਹਨੂੰ ਅਸੀਂ ਟ੍ਰੇਸ ਕਰਕੇ ਲੈ ਜਾਂਦੇ ਹਾਂ। ਠੀਕ ਹੈ, ਵੱਖਰੇ ਤੌਰ ਤੇ ਟ੍ਰੇਸ ਕਰਕੇ ਲੈ, ਤਾਂ ਕਿ ਅਸੀਂ ਜਿਹੜਾ ਕੱਪੜੇ ਦਾ ਮੈਪ ਹੈ ਉਹਦੇ ਉੱਪਰ ਅਸੀਂ ਕੁਝ ਨਹੀਂ ਲਿਖ ਸਕਦੇ। ਜਿਹੜਾ ਪੁਰਾਣਾ ਮੈਪ ਸਾਡਾ ਹੁੰਦਾ ਹੈ ਸੈਟਲਮੈਂਟ ਵਾਲਾ, ਪੁਰਾਣੇ ਮੈਪ ਦੀ ਅਸੀਂ ਕਾਪੀ ਬਣਵਾ ਕੇ, ਠੀਕ ਹੈ, ਟ੍ਰੇਸ ਕਰਕੇ ਅਸੀਂ ਜਿਹੜਾ ਹੈਗਾ ਉਸ ਫੀਲਡ ਕੰਮ ਦੇ ਲਈ ਲੈ ਕੇ ਜਾਂਦੇ ਹਾਂ। ਤੁਸੀਂ ਕਹਿੰਦੇ ਛੋਟੇ ਪਿੰਡ ਹੁੰਦੇ ਨੇ, ਬਟ ਇਨ ਸਮਾਲ ਸਟੇਟਸ ਔਰ ਇਨ ਦਾ ਸਟੇਟਸ ਇਨ ਵਿਚ ਪ੍ਰੋਪੋਰਸ਼ਨ ਆਫ ਦਾ ਫੀਲਡ ਦੈਟ ਹੈਵ ਅੰਡਰਗੋਨ ਚੇਂਜਸ ਇਜ਼ ਸਮਾਲ, ਜਿੱਥੇ ਬਹੁਤ ਥੋੜ੍ਹੀਆਂ ਘੱਟ ਸਮਾਲ ਚੇਂਜਸ ਹੁੰਦੀਆਂ ਨੇ। ਮੰਨ ਲਓ B C ਤੇ D ਦੇ ਜਿਹੜੇ ਨੰਬਰ ਸਿਰਫ 10% ਹੀ ਚੇਂਜ ਹੋਏ ਨੇ। B C ਤੇ D ਦੇ ਜਿਹੜੇ ਨੰਬਰ ਨੇ ਇਹਨਾਂ ਦੇ ਵਿੱਚ ਸਿਰਫ 10% ਚੇਂਜਸ ਆਈਆਂ ਨੇ, ਤਾਂ ਜਿਹੜੀ ਹੈਗੀ ਆ ਨਵੇਂ ਸਿਰੇ ਤੋਂ ਸੈਟਲਮੈਂਟ ਕਰਦੇ ਵਕਤ ਲਈ ਨਵੇਂ ਸਿਰੇ ਤੋਂ ਜਿਹੜੀ ਹੈਗੀ ਆ ਪਰਮੈਸ਼ ਕਰਨ ਦੀ ਕੋਈ ਲੋੜ ਨਹੀਂ ਹੈਗੀ। ਜੇ ਸਿਰਫ 10% ਤੱਕ ਜਿਹੜੀ ਚੇਂਜਸ ਹੈਗੀ ਹੈ ਤਾਂ ਨਵੇਂ ਸਿਰੇ ਤੋਂ ਪਰਮੈਸ਼ ਕਰਨ ਦੀ ਕੋਈ ਲੋੜ ਨਹੀਂ ਹੈਗੀ। ਤਾਂ ਜਿਹੜੀ ਪਰਮੈਸ਼ ਜਿਹੜੀ ਪਹਿਲੀ ਹੋਈ ਵੀ ਤੁਹਾਡੀ ਹੈ ਉਹਦੇ ਮੁਤਾਬਕ ਹੀ ਤੁਸੀਂ ਕੰਮ ਚਲਾਓਗੇ। ਜਿਹੜੀ ਸੈਟਲਮੈਂਟ ਹੈ ਨਵੇਂ ਸਿਰੇ ਕਰਨ ਦੀ ਥਾਂ ਤੇ ਤੁਸੀਂ ਜਿਹੜੇ ਨੰਬਰ ਟੁੱਟੇ ਹੈਗੇ ਆ ਸਿਰਫ ਉਹਨਾਂ ਨੂੰ ਹੀ ਮੇਜਰਮੈਂਟ ਕਰਕੇ ਜਿਹੜਾ ਰਿਕਾਰਡ ਹੈਗਾ ਉਹਨੂੰ ਅਪਡੇਟ ਕਰਾਓਗੇ। ਫਿਰ ਕੀ ਹੋਏਗਾ 12A ਚ ਕੀ ਹੈਗਾ, ਆਫਟਰ ਦਾ ਖਤੌਨੀਜ਼ ਹੈਵ ਬੀਨ ਪ੍ਰੀਪੇਅਰਡ, ਜਦੋਂ ਤੁਸੀਂ ਨਵੇਂ ਸਿਰੇ ਤੋਂ ਕਰੈਕਸ਼ਨ ਕਰ ਰਹੇ ਹੋ, ਠੀਕ ਹੈ, ਬਾਕੀ ਨੰਬਰ ਤੁਸੀਂ ਛੱਡ ਰਹੇ ਹੋ, ਜਿੱਥੇ ਤੁਹਾਨੂੰ ਲੱਗਦਾ ਹੈ ਵੀ ਉੱਥੇ ਕਿਤੇ ਕਰੈਕਸ਼ਨ ਦੀ ਲੋੜ ਹੈਗੀ ਹੈ, ਨੰਬਰ ਟੁੱਟ ਗਏ ਨਵੇਂ ਹੈ, ਉਹਨਾਂ ਦੀ ਦੁਬਾਰਾ ਮੇਜਰਮੈਂਟ ਕਰੋਗੇ ਤੁਸੀਂ ਨੰਬਰਾਂ ਦੀ। ਔਰ ਇਫ ਦੇ ਆਰ ਡਿਸਪੈਂਸਡ ਵਿਦ as soon as he is supplied the ਪਟਵਾਰੀ proceed to work corrections, ਤਾਂ ਪਟਵਾਰੀ ਕੀ ਕਰੇਗਾ, ਤਾਂ ਜੇ ਇਹ ਬੰਦ ਕਰਤਾ ਵੀ ਹਾਂ ਨਵੇਂ ਸਿਰੇ ਤੋਂ ਪਰਮਿਸ਼ਨ ਨਹੀਂ ਹੋਣੀ, ਤਾਂ ਕਰੈਕਸ਼ਨ ਦਾ ਜਿਹੜਾ ਕੰਮ ਹੈ ਉਹ ਸਟਾਰਟ ਕਰਤਾ ਜਾਵੇਗਾ। ਕਰੈਕਸ਼ਨ ਦਾ ਕੰਮ ਸਟਾਰਟ ਹੋ ਜਾਏਗਾ। ਉਹੀ ਪੁਰਾਣਾ ਤਰੀਕਾ ਜਿਹੜਾ ਹੈਗਾ ਸਾਡਾ ਪੁਰਾਣੇ ਮੈਪ ਦੇ ਮੁਤਾਬਕ ਕ੍ਰੋਸ ਲਿਆ ਜਾਏਗਾ, ਝੰਡੀਆਂ ਲਈਆਂ ਜਾਣਗੀਆਂ, ਰੀਬਾਂ ਲਈਆਂ ਜਾਣਗੀਆਂ, ਠੀਕ ਹੈ, ਉਹਦੇ ਮੁਤਾਬਕ ਜਿਹੜੀ ਹੈਗੇ ਨੇ ਜਿਹੜੇ ਨੰਬਰ ਜਿੱਥੇ ਟੁੱਟੇ ਹੈਗੇ ਆ ਉਹਨਾਂ ਦੀ ਅਸੀਂ ਦੁਬਾਰਾ ਪਰਮਿਸ਼ ਕਰ ਲਾਂਗੇ, ਉਹਨਾਂ ਨੂੰ ਅਸੀਂ ਨੰਬਰ ਨਹੀਂ ਦੇ ਦਾਂਗੇ। ਫਿਰ 14 ਚ ਆ ਜਾਓ ਜੀ, ਦਾ ਪਟਵਾਰੀ ਵਿਲ ਵਰਕ ਥਰੂ ਦਾ ਫੀਲਡਸ ਆਫ ਦਾ ਵਿਲੇਜ, ਥਰੂ ਦਾ ਫੀਲਡਸ, ਖੇਤਾਂ 'ਚ ਜਾਏंगे ਪਟਵਾਰੀ, ਨਾਲ ਲੋਕਾਂ ਨੂੰ ਨਾਲ ਲੈਣਗੇ, ਨੰਬਰਦਾਰ ਨੂੰ ਨਾਲ ਲੈਣਗੇ, ਵਿਲੇਜ ਇਨ ਦਾ ਆਰਡਰ, ਉਸ ਆਰਡਰ ਦੇ ਮੁਤਾਬਕ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਚੱਲੇਗਾ ਕੰਮ, ਠੀਕ ਹੈ। ਜਿਹੜੇ ਨੰਬਰ ਖਸਰਾ ਚੇਂਜ ਹੋਏ ਨਹੀਂ ਹੋਏ ਹੈਗੇ ਉਹ ਇੱਦਾਂ ਐਜ਼ ਇਟ ਇਜ਼ ਰਹਿਣਗੇ, ਠੀਕ ਹੈ। ਜਿੱਥੇ ਕਿਤੇ ਜ਼ਰੂਰਤ ਹੈਗੀ ਹੈ, ਇਫ ਇਟ ਹੈਜ਼ ਬੀਨ ਕਲਾਸਡ ਐਜ਼ A, he is satisfied by his eyes that no alteration has occurred since settlement, ਜਿੱਥੇ ਕਿਤੇ ਨੰਬਰ ਖਸਰਾ A ਹੈ ਗਰਦੌਰੀ ਦੇ ਵਿੱਚ ਆਪਾਂ ਦੇਖ ਰਹੇ ਹਾਂ, ਠੀਕ ਹੈ, ਤਾਂ ਉਹਨੂੰ ਛੱਡ ਦਾਂਗੇ, ਉੱਥੇ ਉਸ ਕੁਝ ਨਹੀਂ ਕਰਨਾ। ਜੋ ਮੇਜਰਮੈਂਟ ਦਰਜ ਕੀਤੀ ਗਈ ਹੈ, he will not measure the sides unless the owner for special reason, ਜੇ ਕਿਤੇ ਮਾਲਕ ਕਹਿੰਦਾ ਵੀ ਮੇਰੀ ਮਿਹਨਤੀ ਦੁਬਾਰਾ ਕਰ ਦਿਓ ਤਾਂ ਗੱਲ ਵੱਖਰੀ ਹੈਗੀ ਹੈ। ਅਦਰਵਾਈਜ਼ ਉਸ ਖੇਤ ਦੀ ਜਿੱਥੇ A ਮਾਰਕ ਕੀਤਾ ਹੋਇਆ ਤੁਸੀਂ, ਤਾਂ ਉਹਦੀ ਮਿਹਨਤੀ ਕਰਨ ਦੀ ਲੋੜ ਨਹੀਂ ਹੈਗੀ। ਤੁਹਾਨੂੰ ਲੱਗਦਾ ਵੀ ਨਕਸ਼ੇ ਵੀ ਠੀਕ ਹੈ, ਮੌਕੇ ਤੇ ਵੀ ਠੀਕ ਹੈ, ask to do so but will repeat in the map the previous ਕਰੂਕਾਨ, ਉਹੀ ਤੁਸੀਂ ਜਿਹੜਾ ਤੁਸੀਂ ਥੋੜਾ ਨਵਾਂ ਨਕਸ਼ਾ ਬਣ ਰਿਹਾ ਹੈਗਾ, ਤੁਸੀਂ ਪੁਰਾਣੇ ਕਰੂਕਾਨ ਵਗੈਰਾ ਜਿਹੜੇ ਹੈਗੇ ਨੇ ਉਹੀ ਦਰਜ ਕਰਨੇ ਹੈਗੇ। ਐਂਡ ਵਿਲ ਐਂਟਰ ਇਨ ਦਾ ਫੀਲਡ ਬੁੱਕ ਵੀ ਤੁਸੀਂ ਨਾਲ ਜਿਹੜੀ ਬਣਾਓਗੇ ਉਹੀ ਨੰਬਰ ਖਸਰਾ ਜਿਹੜੇ ਪਹਿਲਾਂ ਲਿਖੇ ਹੋਏ ਨੇ ਉਹਦੇ ਮੁਤਾਬਕ ਹੀ ਤੁਸੀਂ ਉਹੀ ਫੀਲਡ ਬੁੱਕ ਜਿਹੜੀ ਹੈਗੀ ਹੈ, ਜਾਂ ਕਰੂਕਾਨ ਤੁਹਾਡੇ ਪਿਛਲੇ ਨਕਸ਼ੇ ਤੇ ਹੈਗੇ ਨੇ ਉਹੀ ਕਰੂਕਾਨ ਤੁਸੀਂ ਦਰਜ ਕਰਕੇ ਫੀਲਡ ਬੁੱਕ ਵੀ ਉਦੋਂ ਬਣਾ ਲਓਗੇ। ਜਿਹੜਾ ਏਰੀਆ ਹੈਗਾ ਰਕਬਾ ਵੀ ਤੁਸੀਂ ਉਹੀ ਲਿਖੋਗੇ ਜਾ ਕੇ। ਇਨ ਪਲੇਸ ਆਫ ਦਾ ਡਿਟੇਲਸ ਆਫ ਦਾ ਏਰੀਆ ਕੈਲਕੂਲੇਸ਼ਨ ਕਰਨ ਦੀ ਕੋਈ ਲੋੜ ਨਹੀਂ ਹੈਗੀ, ਉੱਥੇ ਤੁਹਾਨੂੰ ਉਹੀ ਰਕਬਾ ਤੁਸੀਂ ਲਿਖੋਗੇ ਖੇਤ ਦਾ। ਇਫ ਦਾ ਫੀਲਡ ਹੈਜ਼ ਬੀਨ ਕਲਾਸਡ ਐਜ਼ B, ਜੇਕਰ B ਕਲਾਸ ਦੇ ਫੀਲਡ ਆ ਗਏ, B ਕਲਾਸ ਦੇ ਫੀਲਡ ਕਿਹੜੇ ਸੀਗੇ, ਜਿੱਥੇ 2 ਨੰਬਰ ਕਲੱਬ ਹੋ ਗਿਆ ਆਪਸ ਦੇ ਵਿੱਚ, ਇਹਦੇ ਵਿੱਚ ਤਾਂ ਕੋਈ ਚੇਂਜ ਨਹੀਂ ਸੀ ਹੋਈ। B ਦੇ ਵਿੱਚ ਕੀ ਹੈ, ਕਲੱਬ ਹੋ ਗਏ ਨੰਬਰ 2 3, ਠੀਕ ਹੈ।
ਜੇ ਕਿ ਜਿਹੜਾ ਹੁਣ ਤੁਸੀਂ ਤੁਹਾਡੇ ਸਾਹਮਣੇ ਜਿਹੜਾ ਖੇਤ ਹੈ ਮਿੱਤੀ ਕਰਦੇ ਦੌਰਾਨ 20 ਨੰਬਰ ਆ ਗਿਆ, 20 ਤਰ੍ਹਾਂ ਦੀ 20 ਕੈਟਾਗਰੀ ਦਾ ਨੰਬਰ ਆ ਗਿਆ, ਖਸਰਾ ਆ ਗਿਆ, ਠੀਕ ਹੈ, ਹੈਜ਼ ਟੂ ਬੀ ਕਲਬਡ ਵਿਦ ਅਦਰਸ ਬਟ ਇਜ਼ ਅਦਰਵਾਈਜ਼ ਅਨਚੇਂਜ। ਹੁਣ ਜੋ ਹੋਰ ਕੋਈ ਚੇਂਜ ਨਹੀਂ ਹੋਈ, ਸਿਰਫ ਕਲੱਬ ਹੈਗਾ। ਹੀ ਵਿਲ ਸਿਮਿਲਰਲੀ ਰਿਪੀਟ ਇਨ ਦਾ ਮੈਪ ਦਾ ਪ੍ਰੀਵੀਅਸ ਕਰੂਕਾਨ। ਤੁਸੀਂ ਉਹਦੇ ਵਿੱਚ ਕੀ ਹੋਵੋਗੇ, ਉਹ ਜਿਹੜੇ ਤੁਹਾਡੇ ਪ੍ਰੀਵੀਅਸ ਕਰੂਕਾਨ ਲਿਖੇ ਹੋਏ ਹੈਗੇ ਆ, ਜਿਹੜੇ ਅੰਦਰਲੇ ਨੇ ਉਹਨੂੰ ਛੱਡ ਦੋਗੇ, ਜਿਹੜੇ ਬਾਹਰਲੇ ਕਰੂਕਾਨ ਹੈਗੇ ਆ ਉਹਨੂੰ ਤੁਸੀਂ ਲਿਖ ਕੇ ਜਿਹੜਾ ਬਾਈ ਟੇਕਿੰਗ ਦਾ ਨੀਅਰੈਸਟ ਹੋਲ ਨੰਬਰ ਉਹਨੂੰ ਕੱਢ ਲੈਣੋਗੇ, ਤੁਸੀਂ ਇਕੱਠੇ ਕਰਕੇ ਤੁਸੀਂ ਇੱਕ ਨੰਬਰ ਖਸਰਾ ਦੇ ਦੋਗੇ ਉਸਨੂੰ। ਦੁਬਾਰਾ ਮਿਣਤੀ ਕਰਨ ਦੀ ਲੋੜ ਨਹੀਂ ਹੈਗੀ, ਰੀਚੇਨਿੰਗ ਦੀ ਕੋਈ ਜ਼ਰੂਰਤ ਨਹੀਂ ਹੈਗੀ। ਵਾਈਲ ਇਨ ਦਾ ਏਰੀਆ ਕਾਲਮ ਹੀ ਵਿਲ ਸ਼ੋ ਦਾ 올ਡ ਏਰੀਆ। ਪੁਰਾਣੇ ਜਿਹੜੇ 2 ਨੰਬਰ ਸੀ, ਦੋਹਾਂ ਦਾ ਨੰਬਰਾਂ ਦਾ ਰਕਬਾ ਜੋੜ ਕੇ ਤੁਸੀਂ ਆਪਣੀ ਫੀਲਡ ਬੁੱਕ ਦੇ ਵਿੱਚ ਉਹ ਜਿਹੜਾ ਰਕਬਾ ਹੈਗਾ ਉਹ ਜੋੜ ਲਓਗੇ, ਤੇ ਜਿਹੜਾ ਤੁਹਾਡਾ ਪੁਰਾਣਾ ਨਕਸ਼ਾ ਹੈਗਾ ਉਹ ਨਕਸ਼ੇ ਦੇ ਚੀਜ਼ਾਂ ਵਿਚਕਾਰ ਦੀਆਂ ਲਾਈਨਾਂ ਹੈਗੀਆਂ ਨੇ, ਉਹ ਲਾਈਨਾਂ ਤੇ ਤੁਸੀਂ ਕਟਿੰਗ ਜੀ ਕਰ ਦੋਗੇ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਵੀ ਇਹ ਜਿਹੜਾ ਮਾਰਕ ਹੈਗਾ, ਇਹ ਲਾਈਨ ਕੱਟ ਕਰ ਦੋਗੇ ਤਾਂ ਕਿ ਪਤਾ ਲੱਗੇ ਵੀ ਇਹ ਜਿਹੜਾ ਖੇਤ ਹੈ ਇੱਕ ਬਣ ਚੁੱਕਿਆ ਹੈਗਾ। ਜਿਵੇਂ ਗੋਸ਼ਾ ਹੁੰਦਾ, ਗੋਸ਼ੇ 'ਚ ਆਪਾਂ ਲਾਈਨਾਂ ਨਹੀਂ ਮਾਰਦੇ, ਡਾਕਟਰ ਲਾਈਨ ਹੁੰਦੀ ਹੈ, ਉਹ ਲਾਈਨ ਤੁਸੀਂ ਡਾਕਟਰ ਲਾਈਨ ਕਰ ਦੋਗੇ ਤਾਂ ਕਿ ਤੁਹਾਨੂੰ ਪਤਾ ਲੱਗੇ ਵੀ ਇਹ ਜਿਹੜਾ ਹੁਣ ਹੈ ਇਹ ਇਕੱਠਾ ਹੋ ਕੇ ਇੱਕ ਖੇਤ ਬਣ ਗਿਆ ਹੈਗਾ। Will total these areas in order to get the area of the new field number। ਨਵੇਂ ਖੇਤ ਦਾ ਜਿਹੜਾ ਨੰਬਰ ਹੈ ਦੋਹਾਂ ਨੰਬਰਾਂ ਦਾ ਜੋੜ ਕਰਕੇ ਉਹ ਬਣ ਜਾਂਦਾ ਹੈਗਾ, ਇੱਕ ਨੰਬਰ ਖਸਰਾ ਬਣ ਜਾਂਦਾ ਹੈ। ਸਪੈਸ਼ਲ ਕੇਸਿਸ ਫॉर ਐਗਜ਼ਾਮਪਲ ਵੇਅਰ ਦਾ ਐਕਸਟੈਂਸ਼ਨ ਆਫ ਦਾ ਏਰੀਆ ਆਫ ਦਾ ਪ੍ਰੀਵੀਅਸ ਸੈਟਲਮੈਂਟ ਇਜ਼ ਨੋਨ। ਸਾਨੂੰ ਪਤਾ ਵੀ ਪਹਿਲੇ ਨੰਬਰ ਇਹ ਦੋਹਾਂ ਦਾ ਨੰਬਰਾਂ ਦਾ ਰਕਬਾ ਜੋੜ ਦੋਗੇ ਜੀ ਤੁਸੀਂ। ਹੁਣ ਇਹ ਤਾਂ ਗੱਲ ਹੋ ਗਈ A ਤੇ B ਦੀ, ਠੀਕ ਹੈ, ਇਹ ਚੇਂਜ ਕਰਨ ਦੀ ਕੋਈ ਲੋੜ ਨਹੀਂ। B ਦੇ ਵਿੱਚ ਸਿਰਫ ਤੁਸੀਂ ਉਹ ਨੰਬਰਾਂ ਨੂੰ ਇਕੱਠੇ ਕਰ ਦਿੱਤਾ ਹੈਗਾ, ਰਕਬਾ ਤੁਸੀਂ ਉਹੀ ਲਿਖੋ ਜਿੰਨਾ ਬਣਦਾ ਹੈਗਾ। ਇਫ ਦਾ ਫੀਲਡ ਇਜ਼ ਕਲਾਸੀਫਾਈਡ ਐਜ਼ C ਔਰ D, ਇਹ ਤੁਹਾਡੇ ਸਾਹਮਣੇ ਹੁਣ ਮਿਣਤੀ ਕਰਦੇ ਦੌਰਾਨ C ਨੰਬਰ ਦਾ ਜਿਹੜਾ ਫੀਲਡ ਆ ਗਿਆ, C ਫੀਲਡ ਕਿਹੜੀ ਸੀਗੀ, C ਜਾਂ D? C ਜਾਂ D ਉਹ ਨੰਬਰ ਸੀਗੇ ਜਿਹਦੇ ਵਿੱਚ ਪਾਰਟੀਸ਼ਨ ਹੋ ਗਈ ਜਾਂ ਖਰੀਦੋ ਫਰੋਖਤ ਦੇ ਕਾਰਨ ਨੰਬਰ ਖਸਰਾ ਟੁੱਟ ਗਈ, ਠੀਕ ਹੈ। ਹੈਜ਼ ਬੀਨ ਡਿਵਾਈਡਡ ਅਪ ਔਰ ਹੈਜ਼ ਇਟਸ ਬਾਉਂਡਰੀਜ਼ ਅਲਟਰਡ, ਉਹਨਾਂ ਦੀ ਜਿਹੜੀਆਂ ਬਾਉਂਡਰੀ ਹੈਗੀਆਂ ਨੇ ਚੇਂਜ ਹੋ ਗਈਆਂ ਸਾਰੀਆਂ। ਐਂਡ ਇਟ ਇਜ਼ ਨੈਸੈਸਰੀ ਟੂ ਰੀਮੇਜਰ, ਫਿਰ ਇੱਥੇ ਕੀ ਹੈਗਾ, ਉਹਨਾਂ ਨੰਬਰਾਂ ਨੂੰ ਮੇਜਰ ਕਰਨਾ ਨਵੇਂ ਸਿਰੇ ਤੋਂ ਜ਼ਰੂਰੀ ਹੋ ਜਾਂਦਾ ਹੈ। ਇਹਨਾਂ ਨੰਬਰਾਂ ਨੂੰ ਤੁਸੀਂ ਮਿਣਤੀ ਕਰੋਗੇ ਦੁਬਾਰਾ ਨਵੇਂ ਸਿਰੇ ਤੋਂ, ਔਰ ਪੋਰਸ਼ਨ ਆਫ ਇਟ ਦਾ ਪਟਵਾਰੀ ਸ਼ੁੱਡ ਪ੍ਰੋਸੀਡ ਐਜ਼ ਡਾਇਰੈਕਟਡ ਇਨ ਦਾ ਮੇਜਰਮੈਂਟ ਮੈਨੂਅਲ। ਮਤਲਬ ਕਿ ਨਵੇਂ ਸਿਰੇ ਤੋਂ ਮਿਣਤੀ ਕਰਕੇ ਇਹਦੀਆਂ ਸਾਈਡਾਂ ਲਿਖਾਂਗੇ, ਚੜ੍ਹਦਾ ਕਿਹੜਾ, ਲਹਿੰਦਾ ਕਿਹੜਾ, ਦੱਖਣ ਕਿੰਨਾ, ਪਹਾੜ ਕਿੰਨਾ ਹੈ, ਠੀਕ ਹੈ। ਇਹਨੂੰ ਮਿਣਤੀ ਕਰਕੇ ਇਹਦਾ ਜਿਹੜਾ ਨੰਬਰ ਖਸਰਾ, ਨਵੇਂ ਨੰਬਰ ਖਸਰਾ ਦੇਵਾਂਗੇ ਇਹਨਾਂ ਨੂੰ, ਟੁੱਟੇ ਹੋਏ ਨੰਬਰਾਂ ਨੂੰ, ਠੀਕ ਹੈ ਜੀ। ਨੰਬਰਿੰਗ ਕਿਵੇਂ ਚੱਲੇਗੀ, ਉਦੋਂ ਜਿਵੇਂ ਨੰਬਰ ਚੱਲਦੇ ਆ ਰਹੇ ਹੈਗੇ ਆ ਉਹ ਤੋਂ ਅੱਗੇ ਪ੍ਰੋਸੀਡ ਕਰ ਦਾਂਗੇ। ਫਰਦਰ ਜਿਹੜੇ ਨੰਬਰ ਐਕਸਟੈਂਸ਼ਨ ਕਰਕੇ ਉਸ ਨੂੰ ਨਵੇਂ ਦੇਵਾਂਗੇ, ਨੰਬਰ ਦੇ ਦਾਂਗੇ ਨਵਾਂ। ਜੇ ਕਿਤੇ ਲੋੜ ਪੈਂਦੀ ਹੈ ਇਹਦੀ ਮੇਜਰਮੈਂਟ ਕਰਨ ਦੇ ਦਿੱਤਾ ਅਸੀਂ ਕਿਤੇ ਡਾਇਗਨਲ ਵਗੈਰਾ ਵੀ ਖਿੱਚ ਸਕਦੇ ਹਾਂ, ਪਰਪੈਂਡੀਕੂਲਰ ਵੀ ਗਿਰ ਸਕਦੇ ਹਾਂ, ਠੀਕ ਹੈ। ਮਤਲਬ ਕਹਿਣ ਦਾ ਭਾਵ ਹੈ ਜਿੱਥੇ ਨੰਬਰ ਟੁੱਟ ਕੇ ਨਵੇਂ ਬਣ ਗਏ ਉਹਨਾਂ ਨੰਬਰਾਂ ਨੂੰ ਦੁਬਾਰਾ ਨਵੇਂ ਸਿਰੇ ਤੋਂ, ਜੇ ਉਹ ਕਲਾਸ C ਦੇ ਹੋਣ, ਜੇ ਉਹ ਕੈਟਾਗਰੀ D ਦੇ ਨਾਲ ਸੰਬੰਧ ਰੱਖਦੇ ਹੋਣ, ਉਹਨਾਂ ਨੂੰ ਦੁਬਾਰਾ ਅਸੀਂ ਗਿਣਤੀ ਕਰਾਂਗੇ। ਫਿਰ 15 ਚ ਕੀ ਹੈ, ਦਾ ਪ੍ਰੋਸੀਜਰ ਫॉर measure the fields classed as C may sometimes have to be adopted where over large areas based of fallow there are no measurement file boundaries and the zamindars wish their boundaries to be pointed out. The procedure for the measuring the fields classed as C may sometimes have to be adopted in regard to those classed as A or B। ਕਹਿੰਦਾ ਜਿਹੜਾ ਮੇਜਰਮੈਂਟ ਦਾ ਤਰੀਕਾ ਹੈਗਾ ਕਿਤੇ ਕਿਸੇ ਜ਼ਰੂਰਤ ਪੈਣ ਤੇ ਕਹਿੰਦਾ A ਔਰ B ਕੈਟਾਗਰੀ ਵੀ ਅਸੀਂ ਯੂਟਿਲਾਈਜ਼ ਕਰ ਸਕਦੇ ਹਾਂ। In each, next 16 ਹੈਗਾ, in each case whether the field is A or B or C or D new class of soil, ਜਿੱਥੇ ਕਿਤੇ ਜਿਹੜੀ ਫਸਲ ਹੈ ਜ਼ਮੀਨ ਦੀ ਜਿਹੜੀ ਕਿਸਮ ਹੈਗੀ ਹੈ, class of soil has to be entered in the field book। ਕਹਿੰਦਾ ਫੀਲਡ ਬੁੱਕ ਦੇ ਵਿੱਚ ਜਿਹੜੀ ਕਲਾਸ ਹੈ ਸੋਇਲ ਚਾਹੀਏ, ਨਹਿਰੀ ਜ਼ਮੀਨ ਕਿਹੜੀ ਹੈਗੀ ਹੈ ਉਹ ਵੀ ਨਾਲ ਨਾਲ ਐਂਟਰ ਕੀਤੀ ਜਾਏਗੀ। ਇਨ ਈਚ ਕੇਸ ਆਲਸੋ ਪਟਵਾਰੀ ਵਿਲ ਐਂਟਰ ਅਪ ਦਾ ਨਿਊ ਫੀਲਡ ਨੰਬਰ ਇਨ ਪੈਨਸਲ ਇਨ ਦਾ ਮੈਪ। ਨਕਸ਼ੇ 'ਚ ਪੈਨਸਲ ਦੇ ਨਾਲ ਕਹਿੰਦੇ ਨਵਾਂ ਜਿਹੜਾ ਨੰਬਰ ਖਸਰਾ ਦਿੱਤਾ ਗਿਆ ਉਸ ਖੇਤ ਨੂੰ ਉਹ ਵੀ ਦਰਜ ਕੀਤਾ ਜਾਏਗਾ। ਫੀਲਡ ਇਨ ਦਾ ਖਤੌਨੀ ਐਂਡ ਜ਼ਿਮੀਂਦਾਰ ਪਰਚਾ, ਖਤੌਨੀ 'ਚ ਵੀ ਪਾਵਾਂਗੇ ਨੰਬਰ ਖਸਰਾ ਤੇ ਪਰਚੇ 'ਚ ਵੀ ਦਰਜ ਕਰਾਂਗੇ। फिर 18 ਚ ਹੈ, if in checking a field the पटवारी find old field boundary no longer exists on the ground, no longer a division between the plots held in different rights। ਚੈਕਿੰਗ ਕਰਦੇ ਨਾਲ ਕੋਈ ਗਲਤੀ ਨਿਕਲਦੀ ਹੈ ਉਹ ਠੀਕ ਕੀਤੀ ਜਾਏਗੀ ਜੀ।
19 ਚ ਹੈਗਾ when there has been any small alterations of the field boundaries, there is permanent boundary on the ground. The ptwari will show that such boundary in his map. If there is no permanent boundary, then he will measure the old map. ਜੇ ਲੋੜ ਪੈਂਦੀ ਹੈ ਪਰਮਾਨੈਂਟ ਬਾਉਂਡਰੀ ਕਿਤੇ ਨਹੀਂ ਹੈਗੀ ਤਾਂ ਦੁਬਾਰਾ ਮਿਹਨਤੀ ਕੀਤੀ ਜਾ ਕੇ ਨਵੀਂ ਜਿਹੜੀ ਬਾਉਂਡਰੀ ਹੈ ਉਹ ਕਾਇਮ ਕਰ ਦਿੱਤੀ ਜਾਵੇਗੀ। ਫਿਰ ਇਫ ਹਾਊਐਵਰ देयर इज ए discrepancy between the present possession and the old map, there is a real dispute, ਜੇ ਕਿਤੇ ਲੱਗਦਾ ਹੈ ਵੀ ਵਾਕਈ ਡਿਸਪਿਊਟ ਕੋਈ ਹੈਗਾ between the parties, the area and dispute exceeds one ਪੱਕਾ ਬਿਸਵਾ। ਜੇ ਯਾਰ ਡਿਸਪਿਊਟ ਹੈ, ਜੇ ਪਾਰਟੀਆਂ 'ਚ ਕੋਈ ਕਿਸੇ ਨੰਬਰ ਖਾਸਰਾ ਨੂੰ ਲੈ ਕੇ ਮੌਕੇ ਤੇ ਕੋਈ ਡਿਸਪਿਊਟ ਹੈਗਾ, ਜਿਹੜਾ ਡਿਸਪਿਊਟ ਹੈਗਾ ਉਹ 2 ਮਰਲੇ ਦੇ ਬਰਾਬਰ ਹੈਗਾ, 2 ਮਰਲੇ ਦੇ ਬਰਾਬਰ ਡਿਸਪਿਊਟ ਕੋਈ ਹੈਗਾ, ਜਿਹੜਾ ਡਿਸਪਿਊਟ ਹੈ ਲਗਭਗ 2 ਮਰਲੇ ਦਾ ਫਰਕ ਹੈਗਾ ਉੱਥੇ ਕਿਤੇ ਆਪਸ ਦੇ ਵਿੱਚ। ਇਨ ਇਰੀਗੇਟਡ ਲੈਂਡ 3 ਮਰਲੇ, ਕੋਈ ਹੋਰ ਜ਼ਮੀਨ ਹੋਵੇ ਤਾਂ 6 ਮਰਲੇ ਦਾ ਡਿਸਪਿਊਟ ਹੋਵੇ, ਠੀਕ ਹੈ। ਦੈਨ ਦਾ ਪਟਵਾਰੀ ਮਸਟ ਮੇਜਰ ਦਾ ਡਿਸਪਿਊਟ ਏਰੀਆ ਐਜ਼ ਏ ਸੈਪਰੇਟ ਨੰਬਰ। ਤਾਂ ਜਿਹੜਾ ਡਿਸਪਿਊਟਡ ਏਰੀਆ ਹੈਗਾ ਉਹਨੂੰ ਵੱਖਰੇ ਤੌਰ ਤੇ ਮੇਜਰ ਕੀਤਾ ਜਾਵੇਗਾ ਤਾਂ ਕਿ ਉਹਦਾ ਜਿਹੜਾ ਹੈਗਾ ਫੈਸਲਾ ਕੰਸਰਨਡ ਅਧਿਕਾਰੀਆਂ ਵੱਲੋਂ ਕੀਤਾ ਜਾ ਸਕੇ। ਜੇ ਕੋਈ ਰਕਬਾ ਹੈਗਾ ਬੰਜਰ ਜੋ ਵਾਹੀਯੋਗ ਹੈਗਾ, ਬੰਜਰ ਹੈਗਾ ਵਾਹੀਯੋਗ ਬਣ ਗਿਆ ਤਾਂ ਉਹ ਵੀ ਐਂਟਰੀ ਕੀਤੀ ਜਾਵੇਗੀ। ਟੂ ਗਾਈਡ ਦਾ ਕਲਰਿਸਟ, ਤਾਂ ਜਦੋਂ ਇਹ ਜਿਹੜੀ ਹੈਗੀ ਹੈ ਅਸੀਂ ਮੈਪ ਬਣਾਉਂਦੇ ਹਾਂ, ਮੈਪ ਬਣਾ ਕੇ ਤਾਂ ਇਹਨੂੰ ਕਲਰਿੰਗ ਕਰਨੀ ਹੁੰਦੀ ਹੈ, ਉਹ ਕਲਰਿਸਟ ਜਿਹੜੇ ਹੈਗੇ ਆ ਉਹ ਸਪੈਸ਼ਲ ਤੌਰ ਤੇ ਹੀ ਜਿਹੜੀ ਕਲਰਿਸਟ ਜਿਹੜੀ ਹੋਏਗੀ ਹੈਵ ਟੂ ਕਲਰ ਦਾ ਮੈਪ ਐਟ ਦਾ ਹੈੱਡਕੁਆਟਰ ਦੇ ਕਹਿੰਦੇ ਦਾ ਪਟਵਾਰੀ ਵਿਲ ਇਨ ਦਾ ਕੇਸ ਆਫ ਸੱਚ ਫੀਲਡ ਦਾ ਫਾਈਨ ਇੰਕ, ਇਸ ਕੰਮ ਦੇ ਲਈ ਕਹਿੰਦੇ ਕਲਰ ਦੇ ਲਈ ਜਿਹੜਾ ਹੈਗਾ ਵੱਖਰੇ ਤੌਰ ਤੇ ਜਿਹੜੀ ਵਧੀਆ ਹੈਗੀ ਹੈ ਰੰਗ ਸਾਜੀ ਸਰ ਕੀਤੀ ਜਾਏਗੀ। ਹਾਂਜੀ ਸਰ ਕਿਹੜਾ ਪੈਂਡਿਕਸ ਹੈ ਜੀ? ਹੈ ਜੀ 21 ਕਿਹੜਾ ਪੈਂਡਿਕਸ ਚੱਲਦੇ? 21 ਹਾਂ 21 ਠੀਕ। ਜੇ ਕੋਈ ਨਵੀਂ ਨਹਿਰ ਨਿਕਲੀ ਹੈ, ਠੀਕ ਹੈ, ਉਹ ਵੀ ਨਕਸ਼ੇ 'ਚ ਅਸੀਂ ਮਾਰਕ ਕਰਾਂਗੇ। ਜੇ ਕੋਈ ਫੀਲਡ ਕਲੱਬ ਹੋਏ ਹੈ, ਬੰਨੇ ਰੇਲਵੇ ਰੋਡ ਕੋਈ ਨਿਕਲਿਆ, ਕੋਈ ਮਾਈਨਰ ਨਿਕਲਿਆ, ਉਹਨੂੰ ਵੀ ਅਸੀਂ ਨਕਸ਼ੇ 'ਚ ਸ਼ੋਅ ਕਰਾਂਗੇ। ਇਨ ਕਲੱਬਿੰਗ ਦਾ ਫੀਲਡਸ ਟੂਗੈਦਰ, ਜੇ ਕੋਈ ਫੀਲਡ ਕਲੱਬ ਹੋਇਆ ਉਹ ਆਪਾਂ ਦੇਖ ਹੀ ਚੁੱਕੇ ਹਾਂ, ਆਪਣੀ B ਕੈਟਾਗਰੀ ਦੇ ਵਿੱਚ ਹੈਗੇ ਆ ਕਲੱਬ ਵੀ ਕੀਤੇ ਜਾਣਗੇ। ਚਾਹੇ ਆਰਡਨਰੀ ਐਂਡ ਇਰੀਗੇਟਡ ਖਾਸਾ ਨੰਬਰ should not be more than 3 ਕੱਚਾ ਬਿੱਗਾ in area of 5 ਕਨਾਲਸ ਐਂਡ ਇਹ ਬਰਾਨੀ ਖਸਰਾ। ਇਹ ਕੁਛ ਨਹੀਂ ਹੈਗਾ ਹੋਰ ਤੁਹਾਡੇ ਲਈ ਇਹਦੇ 'ਚ ਤਾਂ ਫੀਲ ਕਰਨਾ ਕੋ ਮੇਨ ਤਾਂ ਦੇਖੋ ਤੁਹਾਡਾ ਇਹ ਹੈਗਾ ਜੀ ਵੀ ਜਿਹੜੇ A B ਤੇ C ਤੇ D ਕੈਟਾਗਰੀ ਕੀ ਹੁੰਦੀ ਹੈ, ਵੀ ਕੀ ਮੇਜਰਮੈਂਟ ਦੁਬਾਰਾ ਹੋਣੀ ਜਾਂ ਨਹੀਂ ਹੋਣੀ। ਫਿਰ ਕੀ ਹੈਗਾ ਇੱਕ ਪਟਵਾਰੀ ਹੱਕ ਆ ਗਿਆ 26 'ਚ ਆਇਆ ਵੀ ਕਾਨੂੰਗੋ ਹੈ, ਜਦੋਂ ਮਿਹਨਤੀ ਕਰਨੀ ਹੈ ਇੱਦਾਂ ਇੱਕ ਕਾਨੂੰਗੋ ਦੇ ਵਿੱਚ ਘੱਟੋ ਘੱਟ 4 ਪਟਵਾਰੀ ਉਹਨੂੰ ਇਸ ਕੰਮ ਲਈ ਦਿੱਤੇ ਜਾਂਦੇ ਨੇ, ਠੀਕ ਹੈ। ਤੇ ਫਿਰ ਇਹਦੀ ਪੜਤਾਲ ਨੈਕਸਦਾਰ ਵੱਲੋਂ ਕੀਤੀ ਜਾਂਦੀ ਹੈ। ਤਹਿਸੀਲਦਾਰ is to satisfy himself ਚੈੱਕ ਅਪਲਾਈਡ ਬਾਈ ਦਾ ਤਹਿਸੀਲਦਾਰ ਨੇ ਦੇਖਣਾ ਵੀ ਕਿ ਨੈਕਸਦਾਰ ਵੱਲੋਂ ਜਿਹੜੀ ਚੈਕਿੰਗ ਪ੍ਰੋਪਰ ਕੀਤੀ ਜਾ ਰਹੀ ਜਾਂ ਨਹੀਂ ਕੀਤੀ ਜਾ ਰਹੀ। 29 ਦੇ ਵਿੱਚ ਆ ਜਾਂਦਾ ਐਵਰੇਜ ਆਊਟਰਨ ਸ਼ੁੱਡ ਵੀ 50 ਤੋਂ ਲਗਭਗ ਹੈਗੇ ਆ 75 ਫੀਲਡ ਪਰ ਵਰਕਿੰਗ ਦੇ, ਇੱਕ ਐਵਰੇਜ ਬਣਾਈ ਜਾਂਦੀ ਹੈ ਵੀ 50 ਤੋਂ ਲੈ ਕੇ ਘੱਟੋ ਘੱਟ 75 ਨੰਬਰ ਖਸਰਾ ਜਿਹੜੇ ਹੈਗੇ ਨੇ ਇੱਕ ਦਿਨ ਦੇ ਵਿੱਚ ਜਿਹੜਾ ਹੈਗਾ ਉਹ ਮੇਜਰ ਕੀਤੇ ਜਾਣੇ ਹੁੰਦੇ ਆ। ਇਹ ਇਹਨਾਂ ਦਾ ਐਵਰੇਜ ਰੇਟ ਹੈਗਾ ਸੈਟਲਮੈਂਟ ਡਿਪਾਰਟਮੈਂਟ ਦਾ। ਸੈਟਲਮੈਂਟ ਮੈਨੂਅਲ ਅਪਲਾਈ ਟੂ ਦਾ ਮੈਪ ਕਰੈਕਸ਼ਨ। ਸੈਟਲਮੈਂਟ ਮੈਨੂਅਲ ਦੀ ਜਿਹੜੀ ਹੈਗੀ ਆ ਇੰਸਟਰਕਸ਼ਨਸ ਜਿਹੜੀਆਂ ਹੈਗੀਆਂ ਉਹ ਦਿੱਤੀਆਂ ਗਈਆਂ ਨੇ, ਕਹਿੰਦੇ ਜਦੋਂ ਤੁਸੀਂ ਕਰੈਕਸ਼ਨ ਕਰਨੀ ਆ ਤੁਸੀਂ ਉਹ ਜਿਹੜਾ ਮੈਪ ਸੈਟਲਮੈਂਟ ਮੈਨੂਅਲ ਦਾ ਜਿਹੜਾ ਹੈਗਾ ਮੈਪ ਕਰੈਕਸ਼ਨ ਦਾ ਜਿਹੜਾ ਰੀਮੇਜਰਮੈਂਟ ਦਾ ਹੈਗਾ ਚੈਪਟਰ ਪਹਿਲਾ 291 ਹੈਗਾ 291 ਉਹਦੇ ਮੁਤਾਬਕ ਇਹ ਕਰੈਕਸ਼ਨ ਕੀਤੀਆਂ ਜਾਂਦੀਆਂ ਨੇ। ਦਾ ਇੰਸਟਰਕਸ਼ਨਸ ਕੰਟੇਨਡ ਬਸ ਆਹੀ ਹੈਗਾ ਜੀ ਤੁਹਾਡਾ, ਇਹਦੇ 'ਚ ਹੋਰ ਕੁਝ ਨਹੀਂ ਹੈਗਾ। ਮੇਨ ਤੁਸੀਂ ਦੇਖੋ ਵਾਜ਼ਬੂਲਰਸ ਤੇ ਤੁਹਾਨੂੰ ਕੁਐਸਚਨ ਆਏਗਾ ਜੀ ਜਾਂ ਫਿਰ ਕੁਰਸੀਨਾਮੇ ਤੇ ਕੁਐਸਚਨ ਆਏਗਾ, ਠੀਕ ਹੈ ਜੀ। ਇਹਦੇ ਨਾਲ ਜਿਹੜਾ ਸੈਟਲਮੈਂਟ ਹੈ ਤੁਹਾਡਾ ਇਹ ਖਤਮ ਹੋ ਜਾਂਦਾ ਹੈ, ਇੰਨਾ ਕੀ ਹੈਗਾ ਹੋਰ ਜ਼ਿਆਦਾ ਨਹੀਂ ਹੈਗਾ। ਜਾਂ ਸੈਟਲਮੈਂਟ ਦੇ ਵਿੱਚ ਵਾਜ਼ਬੂਲਰਸ ਜਾਂ ਫਿਰ ਕੁਰਸੀਨਾਮਾ ਜਾਂ ਫਿਰ ਜਿਹੜੀ ਜਾਂ ਹੈਗੀ ਹੈ ਤੁਹਾਡੀ ਖਤੌਨੀ ਬਮੈਸ਼ ਫੀਲਡ ਬੁੱਕ, ਇਹ 4-5 ਪੁਆਇੰਟ ਹੈਗੇ ਨੇ। ਜਾਂ ਕੁਐਸਚਨ ਆ ਜਾਂਦਾ ਹੈ, ਪਿਛਲੇ ਵਾਰੀ ਆਇਆ ਸੀਗਾ ਵੀ ਜਦੋਂ ਪਟਵਾਰੀ ਨੇ ਮੇਜਰਮੈਂਟ ਕਰਨ ਲਈ ਜਾਣਾ ਹੈ ਤਾਂ ਉਹ ਕਿਹੜਾ ਰਿਕਾਰਡ ਆਪਦੇ ਨਾਲ ਲੈ ਕੇ ਜਾਏਗਾ, ਠੀਕ ਹੈ। ਇਹ ਅਪੈਂਡਿਕਸ 7 ਦੇ ਵਿੱਚ ਆ ਜਾਂਦਾ ਹੈ। ਲੱਠਾ ਜਮ੍ਹਾਂਬੰਦੀ ਇੰਤਕਾਲ ਰਜਿਸਟਰ,
ਠੀਕ ਹੈ ਜੀ। ਲੱਠਾ ਜਮਾਬੰਦੀ ਇੰਤਕਾਲ ਰਜਿਸਟਰ ਤੇ ਇੰਤਕਾਲ ਤੇ ਕੁਰਸੀਨਾਮਾ, ਇਹ 4 ਜਿਹੜੇ ਹੈਗੇ ਆ ਪੇਪਰ ਹੈਗੇ ਨੇ ਜਿਹੜੇ ਪਟਵਾਰੀ ਹਲਕਾ ਉਹਦੇ ਨਾਲ ਲੈ ਕੇ ਜਾਏਗਾ। ਤੇ ਆਪਣੀ ਮੇਜਰਮੈਂਟ ਸਟਾਰਟ ਕਰਨ ਤੋਂ ਪਹਿਲਾਂ ਜਿਹੜਾ ਹੈਗਾ ਆਪਣੇ ਸਾਰੇ ਰਿਕਾਰਡ ਨੂੰ, ਜਿਵੇਂ ਆਪਾਂ ਨਵੀਂ ਜਮਾਬੰਦੀ ਬਣਾਉਣ ਤੋਂ ਪਹਿਲਾਂ ਆਪਣਾ ਰਿਕਾਰਡ ਅਪਡੇਟ ਕਰਦੇ ਹਾਂ, ਆਪਣੇ ਇੰਤਕਾਲ ਦਾ ਅਮਲ ਕਰਦੇ ਹਾਂ, ਇਸੇ ਤਰੀਕੇ ਦੇ ਨਾਲ ਜਿਹੜੀ ਹੈਗੀ ਆਪਣਾ ਜਿਹੜਾ ਨਵਾਂ ਪੁਰਾਣਾ ਰਿਕਾਰਡ ਹੈਗਾ ਉਸ ਨੂੰ ਅਪਡੇਟ ਕਰਕੇ ਹੀ ਜਿਹੜੀ ਮੇਜਰਮੈਂਟ ਹੈ ਉਹ ਨਵੇਂ ਸਿਰੇ ਤੋਂ ਸਟਾਰਟ ਕੀਤੀ ਜਾਂਦੀ ਹੈ। ਇਹਦੇ ਨਾਲ ਜਿਹੜਾ ਤੁਹਾਡਾ ਸੈਟਲਮੈਂਟ ਹੈਗਾ ਅੱਜ ਦਾ ਲੈਕਚਰ ਅਸੀਂ ਖਤਮ ਕਰਦੇ ਹਾਂ ਜੀ। ਕਿਸ ਦਾ ਕੋਈ ਕੁਐਸਚਨ ਕਰ ਸਕਦਾ ਹੈ ਜੀ? ਆਵਾਜ਼ ਆ ਰਹੀ ਹੈ ਜੀ ਕਿ ਨਹੀਂ? ਹਾਂਜੀ ਸਰ ਆ ਰਹੀ ਹੈ। ਓਕੇ ਠੀਕ ਹੈ ਜੀ। ਸਰ ਇੰਦਰਾਜ ਹਾਂਜੀ ਮਹਿਲ ਚਾਹ ਦਾ ਹੁਣ ਕੀ ਕੋਈ ਰਿਕਾਰਡ ਦੇ ਵਿੱਚ ਤਾਂ ਰਿਹਾ ਨਹੀਂ ਹੈ ਜੀ, ਇਹਦੀ ਕੋਈ ਐਂਟਰੀ ਵੀ ਨਹੀਂ ਹੁੰਦੀ, ਇੰਤਕਾਲ ਵੀ ਦਰਜ ਹੁੰਦਾ ਜੀ, ਇਹਦਾ ਕੀ ਅਹਿਮੀਅਤ ਆ ਹੁਣ ਇਸ ਟਾਈਮ ਇਹਦੀ? ਕਾਹਦੀ? ਇੰਦਰਾਜ ਮਹਿਲ ਚਾਹ ਜੀ। ਮਹਿਲ ਚਾਹ ਖੂਹਾਂ ਦੇ ਇੰਦਰਾਜ ਹੈਗੇ ਨੇ, ਖੂਹਾਂ ਦੇ ਆਪਣੇ ਖੇਪਟਾਂ ਬਣੀਆਂ ਤਾਂ ਹੋਈਆਂ ਨੇ ਜਮਾਬੰਦੀਆਂ ਵਿੱਚ। ਨਹੀਂ ਸਰ, ਵਿਰਾਸਤ ਦੇ ਵਿੱਚ ਉਹਦੇ ਵਿੱਚ ਚੜ੍ਹਦਾ ਹੀ ਹੈ, ਮਤਲਬ ਸਿਸਟਮ ਦੇ ਵਿੱਚ ਚੜਾਉਂਦਾ ਤਾਂ ਵੀ ਨਹੀਂ ਚੜ੍ਹਦਾ ਹੈ ਉਹਦਾ, ਨਾ ਕਿਸੇ ਨੇ ਪਿੱਛੋਂ ਕੋਈ ਵਿਰਾਸਤਾਂ ਦੇ ਵਿੱਚ ਉਹਦਾ ਅਮਲ ਕੀਤਾ, ਉਸੇ ਤਰ੍ਹਾਂ ਹੀ ਪੁਰਾਣਾ ਹੀ ਜਿਹਦਾ ਜੇ ਕਿਤੇ ਹੈ ਉਸ ਤਰ੍ਹਾਂ ਚੱਲਦਾ। ਚਲੋ ਉਹ ਤਾਂ ਹੁਣ ਆਪਾਂ ਦੇਖਦੇ ਹੀ ਹਾਂ ਵੀ ਕਿਤੇ ਖੇਪਟਾਂ ਵੰਡ ਕੇ ਵੱਡੀਆਂ ਹੋ ਜਾਂਦੀਆਂ ਨੇ, ਠੀਕ ਹੈ ਨਾ। ਤੇ ਚਲੋ ਪ੍ਰੋਬਲਮ ਤਾਂ ਆਪਾਂ ਨੂੰ ਆਉਂਦੀਆਂ ਨੇ, ਫੇਸ ਤਾਂ ਅਸੀਂ ਕਰ ਹੀ ਰਹੇ ਹਾਂ। ਜਿੱਥੇ ਖੂਹਾਂ ਦੇ ਜਿਹੜੇ ਹੈਗੇ ਨੇ, ਜਿੰਨੀਆਂ ਵੀ ਤੁਹਾਡੀਆਂ ਜਮਾਬੰਦੀਆਂ ਜਿਹੜੀਆਂ ਪਈਆਂ ਨੇ, ਜਿੱਥੇ ਤੁਹਾਡੇ ਜ਼ਿਆਦਾਤਰ ਤੁਹਾਡੇ ਇਹੀ ਖੇਪਟਾਂ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਜਿਹੜਾ ਰਕਬਾ ਹੈਗਾ ਸ਼ੇਅਰ 1 to 1 ਨਹੀਂ ਮੰਨ ਜਾਂਦਾ, ਠੀਕ ਹੈ, ਉਹ ਇਹੀ ਖੇਪਟਾਂ ਹੈਗੀਆਂ ਨੇ ਜ਼ਿਆਦਾਤਰ ਜਮਾਬੰਦੀਆਂ ਦੇ ਵਿੱਚ, ਜਿੱਥੇ ਕੰਪਿਊਟਰਾਈਜ਼ ਦਿੱਕਤ ਆ ਰਹੀ ਹੈਗੀ ਹੈ। ਆਉਂਦੀ ਗੱਲ ਪਰ ਇਹਦਾ ਮਤਲਬ ਹੁਣ ਕੋਈ ਕਈਆਂ ਨੇ ਤਾਂ ਛੱਡੇ ਦਿੱਤਾ ਜੀ ਪਿੱਛੋਂ, ਜੋ ਦੇਖਦੇ ਤਾਂ ਮਿਸਰ ਗੀਤ ਹੈਗਾ, ਉਹ ਤੋਂ ਬਾਅਦ ਜਮਾਬੰਦੀਆਂ ਦੇ ਵਿੱਚ ਹੈ ਨਹੀਂ ਇੰਦਰਾਜ ਮਹਿਲ ਚਾਹ। ਨਹੀਂ ਦੇਖੋ, ਜਮਾਬੰਦੀ ਖੇਪਟਾਂ ਤਾਂ ਨਹੀਂ ਅਸੀਂ ਛੱਡ ਸਕਦੇ, ਖੇਪਟਾਂ ਤਾਂ ਸਾਨੂੰ ਦਰਜ ਕਰਨੀ ਹੀ ਪਏਗੀ, ਹੈ ਨਾ। ਖੇਪਟਾਂ ਤਾਂ ਨਹੀਂ ਛੱਡ ਸਕਦੇ, ਪਰ ਹੁਣ ਆਪਣੇ ਫਿਰ ਵੀ ਕਾਫੀ ਸੁਧਾਰ ਹੋਇਆ ਜਦੋਂ ਰਿਕਾਰਡ ਕੰਪਿਊਟਰਾਈਜ਼ ਹੋਇਆ ਨਾ, ਉਦੋਂ ਕਾਫੀ ਸੁਧਾਰ ਹੋ ਕੇ ਜਿਹੜੀਆਂ ਖੇਪਟਾਂ ਨੇ ਇਹ ਮੁਕੰਮਲ ਹੋਈਆਂ ਨੇ, ਬਹੁਤ ਥੋੜ੍ਹੀਆਂ ਰਹਿ ਗਈਆਂ। ਜਿਵੇਂ ਬੈ ਹੁੰਦਾ ਜਾਂ ਵਿਰਾਸਤ ਹੁੰਦੀ ਹੈ, ਉਹਦਾ ਅਮਲ ਨਹੀਂ ਕੀਤਾ ਗਿਆ ਪਿੱਛੋਂ, ਕਿਹਾ ਹੁਣ ਉਹ ਇੰਦਰਾਜ ਮਹਿਲ ਚਾਹ ਦਾ ਅਸੀਂ ਮਤਲਬ ਫਰਦ ਬਦਲ ਰਹੀ ਜਾਂ ਕਿਸ ਤਰ੍ਹਾਂ ਦਰੁਸਤੀ ਕਰ ਸਕਦੇ ਹਾਂ ਜੀ? ਦੇਖੋ ਜੀ, ਵਿਰਾਸਤ ਦਾ ਇੰਤਕਾਲ ਹੋਇਆ ਹੈ, ਜੇ ਵਿਰਾਸਤ ਦਾ ਇੰਤਕਾਲ ਹੋਇਆ ਹੈ ਫਿਰ ਤਾਂ ਕਰ ਸਕਦੇ ਆਪਾਂ, ਜੇ ਵਿਰਾਸਤ ਦਾ ਇੰਤਕਾਲ ਹੀ ਨਹੀਂ ਹੋਇਆ ਫਿਰ ਨਹੀਂ ਕਰ ਸਕਦੇ। ਹਾਂਜੀ, ਬੈ ਦੇ ਵਿੱਚ ਤਾਂ ਲਿਖ ਕੇ ਨਹੀਂ ਆਉਂਦਾ ਜੀ ਕਈ ਹਿੱਸਿਆਂ ਦੇ ਮਤਲਬ ਨਾਲ ਨਹੀਂ, ਬੈ ਦੇ ਵਿੱਚ ਜੇ ਵਾਲੇ ਕਿਸੇ ਨੇ ਖੂਹ ਦਾ ਹਿੱਸਾ ਖਰੀਦਿਆ ਉਹ ਤਾਂ ਹੀ ਆਪਾਂ ਕਰਾਂਗੇ, ਜੇ ਕਿਸੇ ਨੇ ਖੂਹ ਦਾ ਹਿੱਸਾ ਖਰੀਦਿਆ ਨਹੀਂ, ਖੂਹ ਵਾਲੀ ਖੇਪਟ ਚੋਂ ਸ਼ੇਅਰ ਨਹੀਂ ਪਰਚੇਜ ਕੀਤਾ, ਫਿਰ ਅਸੀਂ ਕਿਉਂ ਲਿਖਾਂਗੇ ਉਸ ਨੂੰ? ਇੰਦਰਾਜ ਮਹਿਲ ਚਾਹ ਦਾ ਨਹੀਂ ਇੰਦਰਾਜ ਹੁੰਦਾ ਨਾਲ, ਜੇ ਖੁਦ ਦਾ ਹਿੱਸਾ ਵੇਚਿਆ ਵੀ ਹੈ ਜੀ ਨਾਲ, ਇੰਦਰਾਜ ਮਹਿਲ ਚਾਹ ਦਾ ਵੇਚਿਆ ਹੈ ਨਹੀਂ। ਦੇਖੋ ਗਲਤ ਹੈ, ਇੰਦਰਾਜ ਮਹਿਲ ਚਾਹ ਦਾ ਨੰਬਰ ਖਸਰਾ ਵੱਖਰਾ ਹੈ, 26 ਨੰਬਰ ਦਿੱਤਾ ਗਿਆ। ਜੇ ਰਜਿਸਟਰੀ ਦੇ ਵਿੱਚ 26 ਨੰਬਰ ਪਾ ਕੇ ਆਲੇ ਕੋਈ ਸ਼ੇਅਰ ਖਰੀਦਿਆ ਤਾਂ ਠੀਕ ਹੈ, ਨਹੀਂ ਖਰੀਦਿਆ ਤਾਂ ਨਹੀਂ ਸੀ। ਨਹੀਂ ਸਰ, ਸ਼ੇਅਰ ਤੇ ਮੈਂ ਗੱਲ ਕਰਦਾ ਜੀ, ਇੰਦਰਾਜ ਮਹਿਲ ਚਾਹ ਸਾਰੇ ਲੈਵਲ ਪਤਾ ਕਿਹੜੀ ਕਰਦੇ ਆ, ਜਿਹੜਾ ਰੈਡ ਇੰਕ ਨਾਲ ਲਿਖਿਆ ਹੁੰਦਾ ਨਾ, ਹਕੂਕ ਮਹਿਲ ਚਾਹ ਜਿਹੜੇ ਹੁੰਦੇ ਆ, ਮਾਲਕੀ ਦੀ ਨਹੀਂ ਗੱਲ ਕਰ ਰਿਹਾ ਐਕਚੁਅਲੀ। ਜਿਸ ਵੇਲੇ ਕੰਪਿਊਟਰਾਈਜ਼ਡ ਹੋਇਆ ਨਾ ਰਿਕਾਰਡ, ਹਕੂਕ ਮਹਿਲ ਚਾਹ ਤੇ ਮਾਲਕੀ ਨੂੰ ਮਿਕਸ ਕਰ ਦਿੱਤਾ ਉਹਨਾਂ ਨੇ। ਇਹ ਗੱਲ ਕਰ ਰਿਹਾ ਵੀ ਹਕੂਕ ਮਹਿਲ ਚਾਹ ਜਿਹੜੇ ਆ ਉਹ ਅਪਡੇਟ ਨਹੀਂ ਹੋਏ ਪ੍ਰੋਪਰ ਤਰੀਕੇ ਨਾਲ, ਤੇ ਕੰਪਿਊਟਰਾਈਜ਼ਡ ਸਿਸਟਮ ਦੇ ਵਿੱਚ ਜ਼ਿਆਦਾਤਰ ਛੱਡ ਵੀ ਦਿੱਤੇ। ਉਹਦੀ ਗੱਲ ਕਰ ਰਹੇ ਨੇ ਕਿ ਉਹਦੀਆਂ ਵਿਰਾਸਤਾਂ ਨੇ ਅੱਗੇ ਜਿਹੜੀਆਂ ਜਾਂ ਅਪਡੇਟ ਨਹੀਂ ਹੋਈਆਂ, ਉਹਦੇ ਬਾਰੇ ਗੱਲ ਕਰ ਰਹੇ। ਹਾਂਜੀ, ਹਕੂਕ ਮਹਿਲ ਚਾਹ ਜਿਹੜੀ ਲਿਸਟ ਵੱਖਰੀ ਬਣਦੀ ਸੀਗੀ, ਵੱਖਰੇ ਤੌਰ ਤੇ ਬਣਦੀ ਸੀ ਹਕੂਕ ਮਹਿਲ ਚਾਹ ਦੀ। ਇੱਕ ਮਿੰਟ ਬੇਨਤੀ ਸੁਣਿਓ ਸਰ ਜੀ, ਇੱਕ ਮਿੰਟ। ਜਿਸ ਵੇਲੇ ਮਾਲਕੀ ਦਾ ਖਾਨਾ ਜਿਹਦੇ ਨਾਲ ਪੈੜੀ ਹੁੰਦੀ ਸੀ ਖੂਹ ਦੀ, ਜਿਹਦੇ ਉੱਤੇ ਬਲਦ ਘੁੰਮਦੇ ਸੀਗੇ, ਉਹ ਇੱਕ ਕਿਸੇ ਖਾਸ ਮਾਲਕ ਦੀ ਹੁੰਦੀ ਸੀ ਜਾਂ 2 ਮਾਲਕਾਂ ਦੀ ਸਾਂਝੀ ਹੁੰਦੀ ਸੀ। ਜਿਹੜੇ ਮਹਿਲ ਆਪਣਾ ਉਸਾਰਦੇ ਸੀਗੇ, ਖੂਹ ਬਣਾਉਂਦੇ ਸੀਗੇ, ਉਹਨਾਂ ਨੂੰ ਮਹਿਲ ਰੈਡ ਇੰਕ ਨਾਲ ਸ਼ੋ ਕਰ ਦਿੰਦੇ ਸੀ ਵੀ ਇਹਨੇ ਇੰਨੇ ਹਿੱਸੇ ਪਾਏ, ਇਹਨੇ ਇੰਨੇ ਹਿੱਸੇ, ਇੰਨੀਆਂ ਬਾਰੀਆਂ, ਮਤਲਬ ਜਿੱਦਾਂ ਇੱਕ ਨਿਰਦਾ ਪਾਤਾ ਉਹ ਮਹਿਲ ਚਾਹ ਦੇ ਬਣਾਉਣ ਦੇ ਵਿੱਚ, ਖੂਹ ਬਣਾਉਣ ਚ ਕੰਸਟਰਕਸ਼ਨ ਆਫ ਦੀ ਬੈਲ ਜਿਹੜਾ ਸੀਗਾ ਖਰਚਾ, ਉਹ ਨਾਲ ਮਿਲ ਕੇ ਚੱਕ ਲੈਂਦੇ ਸੀ। ਉਹ ਫਿਰ ਅੰਦਰਾਜ ਜਿਹੜੇ ਉਹ ਰੈਡ ਇੰਕ ਨਾਲ ਲਿਖੇ ਜਾਂਦੇ ਸੀਗੇ ਮਰੱਬੇਬੰਦੀ ਦੇ ਵਿੱਚ। ਉਹਨਾਂ ਦੀ ਗੱਲ ਕਰ ਰਿਹਾ ਵੀ ਉਹ ਅਪਡੇਟ ਨਹੀਂ ਕੀਤੇ ਹੈਗੇ ਜ਼ਿਆਦਾਤਰ, ਕਿਉਂਕਿ ਹੁਣ ਖੂਹ ਹੈਗੇ ਦੁਆਬੇ ਚ, ਜ਼ਿਆਦਾਤਰ ਮਾਲਵੇ ਦੇ ਵਿੱਚ ਤਾਂ ਖੂਹ ਖਾਹ ਦਾ ਸਿਸਟਮ ਮੈਂ ਦੇਖਿਆ ਨਹੀਂ ਕਿਤੇ ਵੀ, ਤਾਂ ਕਰਕੇ ਸ਼ਾਇਦ ਮਾਲਵੇ ਵਾਲੇ ਸਾਡੇ ਇੱਧਰਲੇ ਪਟਿਆਲੇ ਏਰੀਏ 'ਚ ਬਹੁਤ ਨੇ ਖੂਹ, ਕਾਫੀ ਸਾਡੇ ਪਟਿਆਲੇ 'ਚ ਤਾਂ ਬਹੁਤ ਖੂਹ ਹੈਗੇ ਆ। ਉਹ ਜਮਾਬੰਦੀਆਂ ਦੇ ਵਿੱਚ ਜਿਹੜੇ ਖੂਹਾਂ ਦੇ ਖੇਪਟਾਂ ਵੱਖਰੀਆਂ ਬਣੀਆਂ ਹੋਈਆਂ ਨੇ,
ਪਰ ਉਹ ਹੁਣ ਉਹਦੇ ਵਿੱਚ ਸਾਡੇ ਤਾਂ ਇੱਥੇ ਅੰਦਾਜ਼ ਇਹ ਹੈ ਵੀ ਕਿਹੜੀ ਖੇਵੜ ਦਾ ਸ਼ੇਅਰ ਇਸ ਖੇਵੜ ਦੇ ਵਿੱਚ ਖੂਹ ਵਾਲੀ ਖੇਵੜ 'ਚ ਹੈਗਾ, ਕਿਹੜੀ ਖੇਵੜ ਦੇ ਸ਼ੇਅਰ ਹੋਲਡਰ ਨੇ ਜਿਹੜੇ ਇਸ ਖੂਹ ਦੀ ਖੇਵੜ ਦੇ ਵਿੱਚ ਸ਼ੇਅਰ ਹੋਲਡਰ ਹੈਗੇ ਆ, ਕਿਹੜੇ ਦੇ ਨਹੀਂ ਹੈਗੇ। ਮੈਂ ਜਿਵੇਂ ਪਹਿਲਾਂ ਆਪਾਂ ਗੱਲ ਕਰੀ ਸੀ ਸਟਾਰਟ ਕਰਨ ਤੋਂ ਪਹਿਲਾਂ ਦੇਖਿਆ ਵੀ ਜਿਵੇਂ ਖੇਵੜ ਨੰਬਰ 1, ਖੇਵੜ ਨੰਬਰ 2, ਖੇਵੜ 3, ਖੇਵੜ 4 ਦੇ ਮਾਲਕਾਂ ਨੇ ਇਕੱਠੇ ਹੋ ਕੇ ਖੂਹ ਬਣਾ ਲਿਆ, ਠੀਕ ਹੈ। ਜੀ ਉਹਦਾ ਚਾਰਾਂ ਮਾਲਕਾਂ ਦਾ ਜਿਹੜਾ ਉਹਨਾਂ ਦਾ ਹਿੱਸਾ ਬਣ ਗਿਆ ਉਸ ਖੇਵੜ ਦੇ ਵਿੱਚ। ਖੂਹ ਦੀ ਖੇਵੜ ਹੈ, ਮੰਨ ਲਓ ਮਾਲ ਕੀ ਗੱਲ ਨਹੀਂ ਤਾਂ ਸਰ ਬਣ ਜਾਂਦਾ ਸੀ। ਜਿਹੜਾ ਮਹਿਲ ਉਸਾਰਦੇ ਨੇ ਜਿੱਦਾਂ ਕਿਤੇ 50 ਫੁੱਟ ਖੂਹ ਸੀਗਾ ਜਾਂ 60 ਫੁੱਟ ਸੀ, ਦੁਆਬੇ ਦੇ ਵਿੱਚ ਡੀਪ ਕਰਕੇ ਜਾਂ ਪਹਾੜੀ ਏਰੀਆ ਜਿਹੜੇ ਸ਼ਿਵਾਲਕ ਦੇ ਥੱਲੇ ਬਣਿਆ ਉਹਨਾਂ ਦੇ ਖਰਚਾ ਜ਼ਿਆਦਾ ਆਉਂਦਾ ਸੀ, ਉਹ ਸਾਂਝਾ ਖੂਹ ਪੁੱਟ ਲੈਂਦੇ ਸੀਗੇ ਤਾਂ ਸਾਂਝਾ ਤਿਆਰ ਕਰਵਾ ਲੈਂਦੇ, ਉਹਨਾਂ ਨੂੰ ਰੈੱਡ ਇੰਕ ਨਾਲ ਐਂਟਰੀ ਕਰ ਦਿੰਦੇ ਸੀ। ਕਿੱਥੇ ਐਂਟਰੀ ਕਰਦੇ ਹੋ? ਉਹਦੀ ਸਰ ਕਿੱਥੇ ਐਂਟਰੀ ਦੀ ਗੱਲ ਕਰਦੇ ਹੋ? ਕਿੱਥੇ ਐਂਟਰੀ ਹੁੰਦੀ ਸੀ ਇਹ? ਮੈਂ ਦੱਸਦਾ ਤੁਹਾਨੂੰ ਇੱਕ ਵਾਰ ਦੁਆਰਾ ਸੁਣਿਓ। ਜਿਹੜੀ ਤਾਂ ਪੈੜੀ ਹੁੰਦੀ ਸੀ ਉਹਦਾ ਕਿਸੇ ਇੱਕ ਮਾਲਕ ਦੀ ਜਾਂ ਦੋ ਮਾਲਕਾਂ ਦੀ ਹੁੰਦੀ ਸੀ। ਨਹੀਂ ਇਹਦੀ ਨਾ ਸੈਂਟਰ ਖੂਹ ਬਣਦੇ ਸੀ। ਇਹਦੀ ਐਂਟਰੀ ਕਿੱਥੇ ਹੁੰਦੀ ਹੈ ਜਮਾ ਹੁੰਦੀ ਚ? ਜਮਾਬੰਦੀ ਦਾ ਖਾਨਾ ਮਾਲਕੀਅਤ ਦੇ ਵਿੱਚ ਹੁੰਦੀ ਸੀ 4 ਨੰਬਰ ਖਾਨੇ 'ਚ। ਮਾਲਕੀ ਤੋਂ ਥੱਲੇ ਸਰ ਰੈਡ ਇੰਕ ਨਾਲ ਇਹਦੇ ਐਂਟਰੀ ਹੁੰਦੀ ਸੀ, ਮਹਿਲ ਤਾਂ ਦੀ ਅਲੱਗ ਨਹੀਂ ਹੁੰਦੀ ਸੀ। ਅੱਛਾ, ਮੈਂ ਨਹੀਂ ਦੇਖੀ ਬਾਈ ਕਦੇ, ਸਾਡੇ ਏਰੀਆ 'ਚ ਤਾਂ ਨਹੀਂ ਇਹ ਹੁੰਦੀ ਸੀ। ਮਾਲਵੇ 'ਚ ਹੈ ਨਹੀਂ ਆ ਕਿਉਂਕਿ ਸਾਡੇ ਏਰੀਆ 'ਚ ਅਸੀਂ ਤੇ ਸਿੰਪਲ, ਸਾਡੇ ਤਾਂ ਉਰੇ ਦੇਖੋ ਸਿੰਪਲ ਐਂਟਰੀਆਂ ਦੇਖੀਆਂ ਨੇ ਵੀ ਇਹ ਖੂਹ ਦਾ ਇੱਕ ਖੇਵਟ ਹੈਗੀ ਹੈ, ਮੰਨ ਲਓ 7 ਮਰਲੇ ਦਾ 26 ਨੰਬਰ ਖਸਰਾ ਹੈਗਾ, 10 ਮਰਲੇ ਦਾ ਖੂਹ ਹੈਗਾ, ਠੀਕ ਹੈ। ਇਹਦੇ 4 ਖੇਵੜਦਾਰ ਜਿਹੜੇ ਮਾਲਕ ਨੇ, ਖੇਵੜ ਨੰਬਰ 1, ਖੇਵੜ ਨੰਬਰ 2, ਖੇਵੜ 3, ਖੇਵੜ ਨੰਬਰ 4। ਖੇਵੜ ਨੰਬਰ 1 ਦੇ ਮਾਲਕਾਂ ਦਾ ਹਿੱਸਾ 1/4, ਖੇਵੜ ਨੰਬਰ 2 ਦੇ ਮਾਲਕਾਂ ਦਾ ਹਿੱਸਾ 1/4, ਖੇਵੜ ਨੰਬਰ 3 ਦੇ ਮਾਲਕਾਂ ਦਾ ਹਿੱਸਾ 1/4। ਸਾਡੇ ਇੱਧਰਲੇ ਇਲਾਕੇ ਤਾਂ ਇਦਾਂ ਹੈਗਾ। ਇੱਥੇ ਜਿਹੜੀ ਹੋਰ ਦੂਜਾ ਅੰਤਰਾ ਜਿਹੜਾ ਤੁਸੀਂ ਦੱਸ ਰਹੇ ਹੋ ਉਹ ਮੈਂ ਨਹੀਂ ਕਦੇ ਦੇਖਿਆ ਹੈਗਾ। ਜਿਹੜਾ ਰੈੱਡ ਇੰਕ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਮਾਲਕ ਕੋਈ ਹੋਰ ਹੈ ਜਾਂ ਹਿੱਸਾ ਕਿਸੇ ਦਾ ਹੋਰ ਬਣ ਗਿਆ, ਇੱਥੇ ਤਾਂ ਮਾਲਕੀ ਹੀ ਬਣਾਈ ਹੈ ਸਾਡੇ ਇਸ ਏਰੀਆ 'ਚ ਤਾਂ। ਨਹੀਂ, ਉੱਥੇ ਜਿਹੜਾ ਮਤਲਬ ਜਿਹੜਾ ਸੈਂਟਰ 'ਚ ਪੂਰੀ ਖੂਹ ਦੀ ਸਿਰਫ ਖੂਹ ਜਿੰਨਾ ਸੀਗਾ, ਓਕੇ, ਉਹ ਸਾਰਦੇ ਸੀ। ਪੈੜੀ ਵਾਲਾ ਦਾ ਸਾਂਝਾ ਹੁੰਦਾ ਮਤਲਬ ਇੱਕ ਮਾਲਕ ਦਾ ਹੋ ਗਿਆ ਜਾਂ ਉਹਨੇ ਛੱਡ ਦਿੱਤਾ। ਹਾਂ, ਜਿਹੜਾ ਖੂਹ ਸਾਰਦੇ ਸੀ ਉਹ ਰਲ ਕੇ ਸਾਰ ਲੈਂਦੇ ਸੀ ਕਿਉਂਕਿ ਖਰਚਾ ਬਹੁਤ ਹੁੰਦਾ ਜੀ। ਨਹੀਂ ਰਲ ਕੇ ਨਹੀਂ, 4 ਖੇਵੜਾਂ ਨੇ ਰਲ ਕੇ ਬਣਾਇਆ ਨਾ ਖੂਹ। ਅੱਜ ਜਿਹਦਾ 4 ਮਾਲਕਾਂ ਨੇ ਰਲ ਕੇ ਉਹ ਖੂਹ ਜਿਹੜਾ ਉਹਦਾ ਕੰਸਟਰਕਸ਼ਨ ਦਾ ਉਹਨਾਂ ਏਰੀਆ ਪਾਰਟਿਕੂਲਰ ਸਾਂਝਾ ਬਣਾ ਲਿਆ। ਉਹ ਸਾਂਝਾ ਬਣਾ ਲੈਂਦੇ ਸੀ, ਉਹਨੂੰ ਰੈੱਡ ਇੰਕ ਨਾਲ ਐਂਟਰੀ ਕਰ ਦਿੰਦੇ ਸੀਗੇ। ਉਹਦੀ ਵੀ ਉਹ ਵੀ ਹਿੱਸੇ ਪਾਏ ਹੁੰਦੇ ਸੀ। ਤੁਸੀਂ ਕੋਈ ਹੋਰ ਗੱਲ ਕਰਦੇ ਹੋ ਵੀ ਤੁਹਾਡੇ ਕੋਲੇ ਰੈੱਡ ਇੰਕ ਦੇ ਨਾਲ ਐਂਟਰੀ ਕਰਨਾ ਨਹੀਂ, ਮੈਂ ਕਦੇ ਦੇਖਿਆ ਹੈਗਾ। ਖੂਹ ਦੀ ਉਸਾਰੀ ਦੇ ਵਿੱਚ ਜਿਹੜਾ ਹਿੱਸਾ ਪਾਇਆ ਹੁੰਦਾ ਸੀ ਸਰ। ਓਕੇ, ਕੱਲੀ ਉਸਾਰੀ ਦੇ ਵਿੱਚ, ਕੱਲੀ ਉਸਾਰੀ ਵਿੱਚ, ਯਾਨੀ ਕਿ ਉਹ ਲੈਂਡ ਦੇ ਵਿੱਚ ਸ਼ੇਅਰ ਹੋਲਡਰ ਨਹੀਂ ਹੈਗੇ, ਉਹ ਲੈਂਡ ਸ਼ੇਅਰ ਹੋਲਡਰ ਨੇ, ਇਕੱਲੇ ਖੂਹ ਦੀ ਉਸਾਰੀ ਹਿੱਸਾ ਪਾਇਆ ਉਹਨਾਂ ਨੇ। ਜਿਨ੍ਹਾਂ ਲੋਕਾਂ ਨੇ ਇਕੱਲਾ ਖੂਹ ਦੀ ਉਸਾਰੀ 'ਚ ਹਿੱਸਾ ਪਾਇਆ, ਯਾਨੀ ਕਿ ਉਹਨਾਂ ਦਾ ਨਾਮ ਲਾਲ ਸ਼ੀਟ ਨਾਲ ਦਰਜ ਕੀਤਾ ਜਾਂਦਾ ਹੈ। ਦੂਜਾ ਲੋਹੇ ਦੀਆਂ ਟਿੰਡਾਂ ਟੁੰਡਾਂ ਜਿਹੜੀਆਂ ਹੋਰ ਆਹੋ, ਚਲੋ ਜੋ ਵੀ ਖਰਚਾ ਆਇਆ ਜੋ ਵੀ ਖਰਚਾ ਉਠਾਇਆ ਗਿਆ ਉਹ ਇਕੱਠਾ ਕਰ ਲੈਂਦੇ ਸੀ। ਉਹ ਇਕੱਠਾ ਕਰਕੇ ਉਹਨਾਂ ਮਾਲਕਾਂ ਤੋਂ, ਜਿਨ੍ਹਾਂ ਨੇ ਮਾਲਕਾਂ ਨੇ ਮਤਲਬ ਕਿ ਡਿਸਟ੍ਰੀਬਿਊਸ਼ਨ ਦਿੱਤੀ, ਮਤਲਬ ਕਿ ਉਹਨਾਂ ਦਾ ਜਿਹੜਾ ਨਾਮ ਹੈ ਰੈੱਡ ਇੰਕ ਦਾ ਤੁਸੀਂ ਕਹਿੰਦੇ ਦਰਜ ਕੀਤਾ ਜਾਂਦਾ ਹੈ। ਬਿਲਕੁਲ। ਮੈਂ ਤੁਹਾਡੇ ਉਧਰਲੇ ਇਲਾਕੇ 'ਚ ਹੋਏਗਾ, ਇੱਧਰਲੇ ਇਲਾਕੇ 'ਚ ਮੈਂ ਕਦੇ ਦੇਖਿਆ ਨਹੀਂ ਇਹੋ ਜਿਹਾ। ਨਹੀਂ, ਮਾਲਵੇ 'ਚ ਹੈ ਨਹੀਂ ਸਰ। ਹਾਂ, ਇੱਥੇ ਨਹੀਂ ਹੈਗਾ। ਬਾਜਗੋਲ ਅਰਚ ਦੇ ਵਿੱਚ ਇਹਦਾ ਰੈਫਰੈਂਸ ਹੈਗਾ ਹੈ, ਜਿਹੜਾ ਬਾਜਗੋਲ ਅਰਚ ਤੁਸੀਂ ਪੜਾਇਆ ਨਾ, ਇਹਦੇ ਵਿੱਚ ਰੈਫਰੈਂਸ ਇਹਦਾ ਹੈ। ਬਿਲਕੁਲ ਠੀਕ ਹੈ, ਫਿਰ ਜਿਸ ਇਲਾਕੇ 'ਚ ਹੋਏਗਾ ਉਸ ਇਲਾਕੇ ਦੀ ਬਾਜੂਲ ਅਰਚ ਵੀ ਹੋਏਗੀ, ਇਹ ਐਂਟਰੀ ਸਾਰਾ ਕੁਝ ਹੋਏਗਾ। ਬਿਲਕੁਲ ਜੀ। ਹਾਂ, ਠੀਕ ਹੈ ਜੀ। ਹਾਂਜੀ, ਇਹਨਾਂ ਦੇ ਚਾਰਾਂ ਦੇ ਕੁਐਸਚਨ ਬਣਾਓ ਜੇ ਟਾਈਮ ਲੱਗਿਆ ਤਾਂ। ਹਾਂ, ਕੁਐਸਚਨ ਪੇਪਰ ਕਰਵਾਵਾਂਗੇ ਜੀ ਸਿਲੇਬਸ ਖਤਮ ਕਰਕੇ। ਠੀਕ ਹੈ ਜੀ। ਠੀਕ ਹੈ ਜੀ, ਕਲਾਸ ਇਜ਼ ਓਵਰ, ਥੈਂਕ ਯੂ ਵੈਰੀ ਮਚ।